ਜਸਵੰਤ ਸਿੰਘ ਦਾ ਇਹ ਸੀ ਵੀ ਮੈਂ ਦੁਨੀਆ ਦੀ ਕਚਹਿਰੀ 'ਚ ਇਹਨਾਂ ਨੂੰ ਨੰਗਾ ਕਰਨਾ ਹੈ। ਇਹ ਸਾਨੂੰ ਅੱਤਵਾਦੀ ਕਹਿੰਦੇ ਨੇ, ਆਪ ਜਿਵੇਂ ਦੇਵਤੇ ਹੁੰਦੇ ਆ। ਮੈਂ ਕਿਰਦਾਰ ਨੰਗਾ ਕਰਨਾ ਹੈ ਦੁਨੀਆ ਦੀ ਕਚਹਿਰੀ 'ਚ। ਤੇ ਉੱਥੇ ਉਹ ਜੋ ਗੁਰਦੁਆਰਾ ਸਾਹਿਬ 'ਚ ਬੋਲਿਆ 10 ਅਪ੍ਰੈਲ ਨੂੰ ਟੋਰਾਂਟੋ, ਉੱਥੇ ਉਹਨੇ ਇਹ ਗੱਲ ਕਹੀ ਹੈ। ਕਹਿੰਦਾ ਮੈਂ ਦੇਖ ਲਿਆ ਇੱਥੇ ਤੁਰ ਫਿਰ ਕੇ, ਇੱਥੇ ਇਕੱਲਾ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਵੀ ਸਾਡਾ ਲੱਖ ਮਾਰਤਾ, ਸਾਡਾ 2 ਲੱਖ। ਇਹ ਤੱਥ ਪੇਸ਼ ਕਰੋ, ਇੱਥੇ ਐਵੀਡੈਂਸ ਦੇਣਾ ਪਊ। ਲੋਕ ਐਵੀਡੈਂਸ ਮੰਗਦੇ ਆ। ਪਿਛੋਕੜ ਦੀ ਗੱਲ ਵੀ ਇਹਦੇ ਉਹ ਰਗਾਂ ਦੇ ਵਿੱਚ ਜਿਹੜਾ ਖੂਨ ਸੀ ਉਹ ਤਾਂ ਉਹ ਇੱਕ ਜਿਹੜੇ ਸੂਰਮਿਆਂ ਦਾ ਸੂਰਾ ਪੱਤੀ ਸੂਰਾ ਸਿੰਘ, ਤੇ ਫਿਰ ਦਾਦਾ ਵੀ ਉਸ ਤਰ੍ਹਾਂ ਦਾ, ਤੇ ਫਾਦਰ ਵੀ ਮਤਲਬ ਐਨ ਸਾਰੀ ਉਮਰ 94 ਸਾਲ ਦੀ ਉਮਰ ਭੋਗੀ ਆ ਉਹਨਾਂ ਨੇ। ਤੇ ਕਿਤੇ ਉਹਨਾਂ ਨੇ ਕਦਰਾਂ ਕੀਮਤਾਂ ਤੇ ਸਮਝੌਤਾ ਨਹੀਂ ਕੀਤਾ, ਈਵਨ ਇਹਦੇ ਸ਼ਹੀਦ ਹੋਣ ਤੋਂ ਬਾਅਦ ਵੀ। ਮੁੱਦਾ ਭਾਵੇਂ ਉਸ ਮੌਕੇ ਦਾ ਭਖਿਆ ਹੋਇਆ ਚੁੱਕਦੇ ਹੋ, ਜਿਵੇਂ ਅੱਜ 3 ਬਿੱਲ ਹੈ ਕਿਸਾਨੀ ਦੇ, ਜਿੱਥੇ ਕਾਮਰੇਡਾਂ ਨਾਲ ਰੌਲਾ ਵੀ ਪੈਂਦਾ, ਉਹ ਕਹਿਣਗੇ ਇੱਥੋਂ ਤੱਕ ਹੀ ਰਹੋ, ਇਦੋਂ ਅੱਗੇ ਗੱਲ ਨਾ ਲਿਜਾਓ। ਜਸਵੰਤ ਹਰ ਮਸਲੇ ਤੇ ਮੁੱਦਾ ਉਸ ਮੌਕੇ ਦਾ ਭਖਿਆ ਹੋਇਆ ਚੁੱਕਦਾ ਹੈ, ਪਰ ਇੱਕ ਵੱਡੀ ਲੋਕਾਂ ਕੋਲੇ ਵਿਜ਼ਨ ਲੈ ਕੇ ਜਾਂਦਾ ਹਰ ਗੱਲ ਬਾਰੇ ਵੀ ਇਹ ਕੀ ਹੈ, ਇਹ ਸਾਰਾ ਸਿਸਟਮ ਕੀ ਹੈ, ਸਿਲਸਿਲਾ ਕੀ ਚੱਲ ਰਿਹਾ ਹੈ। ਸੋ ਇਹ ਉਹਦਾ ਮਤਲਬ ਸੀ। ਇੰਗਲੈਂਡ ਤੋਂ ਮੁੜਿਆ ਆਉਂਦਾ ਵਾਪਸ ਆ ਕੇ 92 ਦੇ ਵਿੱਚ, ਪਰ ਉੱਥੇ ਉਹ 1 ਸਾਲ ਰਿਹਾ। ਉਸਨੇ ਉੱਥੇ ਸਿਆਸੀ ਪਨਾਹ ਲੈਣ ਵਾਸਤੇ ਦਰਖਾਸਤ ਦੇਤੀ। ਉੱਥੋਂ ਉਹਨੇ ਭਾਰਤ ਦੇ ਰਾਸ਼ਟਰਪਤੀ ਨੂੰ ਲੈਟਰ ਭੇਜਿਆ ਵੀ ਮੇਰੀ ਨਾਗਰਿਕਤਾ, ਮੈਂ ਭਾਰਤ ਦਾ ਨਾਗਰਿਕ ਨਹੀਂ, ਆਈ ਐਮ ਸਟੇਟਲੈਸ, ਮੈਂ ਬੇਵਤਨ ਹਾਂ, ਮੈਂ ਇਸ ਦੇਸ਼ ਨੂੰ ਆਪਦਾ ਦੇਸ਼ ਨਹੀਂ ਕਹਿ ਸਕਦਾ ਜਿੱਥੇ ਆਹ ਕੁਛ ਹੋ ਰਿਹਾ। ਫਿਰ ਉਹਦਾ ਭਰਾ ਦੱਸਦਾ ਜਿੱਥੇ ਉਹ ਠਹਿਰਿਆ ਹੋਇਆ ਸੀ ਅਮਰਜੀਤ ਕੋਲੇ, ਉਹ ਕਹਿੰਦਾ ਬਸ ਇਦੋਂ ਬਾਅਦ ਨਾ ਫਿਰ ਉਹ ਬਹੁਤ ਗੰਭੀਰ ਰਹਿਣ ਲੱਗ ਗਿਆ, ਜਾਂ ਬੈਠਾ ਸੋਚੀ ਜਾਂਦਾ ਕਮਰੇ 'ਚ, ਜਾਂ ਪਾਠ ਕਰ ਰਿਹਾ, ਬਹੁਤ ਘੱਟ ਗੱਲਬਾਤ ਕਰਦਾ ਹੈ, ਲਗਾਤਾਰ ਸੋਚਾਂ 'ਚ ਡੁੱਬਿਆ ਪਿਆ। ਫਿਰ ਅਚਾਨਕ ਇੱਕ ਦਿਨ ਮਤਲਬ ਕਹਿੰਦਾ ਵੀ ਅਮਰਜੀਤ ਮੇਰਾ ਪਾਸਪੋਰਟ ਹੋਮ ਉਹ ਤੋਂ ਮੰਗਾ ਦਿਓ, ਡਿਪਾਰਟਮੈਂਟ ਤੋਂ, ਮੈਂ ਵਾਪਸ ਜਾਣਾ ਹੈ। ਅਚਾਨਕ ਇਹ ਕਹਿੰਦੇ ਹੱਦ ਹੋ ਗਈ ਵੀ ਤੇਰੇ ਉਹ ਮਿਲਣ ਵਾਲੀ ਹੈ ਤੈਨੂੰ ਅਸਾਈਲਮ ਪਨਾਹ, ਤੇ ਇਸ ਤਾਂ ਬੱਚਿਆਂ ਨੂੰ ਤੇ ਭਾਬੀ ਨੂੰ ਵੀ ਬੁਲਾਉਣ ਦਾ ਇੰਤਜ਼ਾਮ ਕਰੀ ਬੈਠਿਆ ਵੀ ਸਾਰਾ ਪਰਿਵਾਰ ਇੱਥੇ ਇਕੱਠਾ ਹੋਵੇ, ਤੇ ਤੂੰ ਕਹਿੰਦਾ ਨਹੀਂ, ਕਹਿੰਦਾ ਜੋ ਹੁਣ ਮੈਂ ਕੰਮ ਕਰਨਾ ਉਹ ਇੱਥੇ ਬਹਿ ਕੇ ਨਹੀਂ ਹੋਣਾ। ਇਹ ਜਿਹੜਾ ਫੈਸਲਾ ਨਾ ਉਹਦਾ, ਨਾਲੇ ਪਤਾ ਸੀ ਵੀ ਮੌਤ ਮੂਹਰੇ ਖੜੀ ਨਾ, ਬਿਲਕੁਲ। ਉਹਨੂੰ ਉੱਥੇ ਜੌਨ ਵਾਟਸਨ ਸੀ MP, ਉਹਦੇ ਨਾਲ ਬਹੁਤ ਦੋਸਤੀ ਸੀ, ਗੋਰਾ ਸੀ, ਉਹਨੇ ਬਹੁਤ ਵਾਸਤੇ ਪਾਏ, ਤੂੰ ਬਰਦ ਦੀ ਅੱਗ 'ਚ ਛਾਲ ਮਾਰ ਰਿਹਾ ਵੀ ਤੂੰ ਆਪ ਤਾਂ ਕਹਿ ਰਿਹਾ ਉੱਥੇ ਹਾਲਤ ਕੀ ਹੈ। ਜਿਹੜੀ ਗੱਲ ਕਿਸ ਤੋਂ ਬੁੱਝੀ ਨਹੀਂ ਜਾਂਦੀ ਉਹ ਹੋਰ ਸੀ। ਸੰਤਾਂ ਬਾਰੇ ਵੀ ਲੋਕ ਆਈ ਗੱਲਾਂ ਕਰੀਆਂ, ਬਿਲਕੁਲ, ਵੀ ਐਡੀ ਵੱਡੀ ਸਰਕਾਰ ਨਾਲ, ਮਤਲਬ ਹੁਣ ਪਤਾ ਨਹੀਂ ਸੀਗਾ ਐਡੀ ਵੱਡੀ ਤਾਕਤ ਮੈਂ ਉਹਦੇ ਨਾਲ ਮਤਲਬ ਮੱਥਾ ਲਾ ਲੂੰ। ਇਹ ਗਦਰੀਆਂ ਬਾਰੇ ਵੀ ਮਤਲਬ ਬੰਦੇ ਕਈ ਕਹਿੰਦੇ ਸੀਗੇ ਵੀ ਕਿੰਨੇ ਕੁ ਯਾਰ ਗਿਣਤੀ ਦੇ ਤੁਸੀਂ ਬੰਦੇ ਹੋ, ਐਡੀ ਵੱਡਾ ਅੰਪਾਇਰ ਹੈ ਉਹ, ਜਿੱਥੇ ਸੂਰਜ ਨਹੀਂ ਡੁੱਬਦਾ ਤੁਸੀਂ ਉਹਨੂੰ ਉਲਟਾ ਲਾਓਗੇ। ਸੋ ਇਹ ਜਿਹੜੀ ਗੱਲ ਹੈ ਨਾ, ਜਸਵੰਤ ਨੂੰ ਕਿਉਂ ਉਹਨੇ ਫੈਸਲਾ ਕੀਤਾ, ਇਹ ਦੂਜੇ ਬੰਦੇ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਇਹ ਰੈਸ਼ਨੈਲਿਟੀ ਦਾ, ਇਹ ਗਿਣਤੀਆਂ ਮਿਣਤੀਆਂ ਦਾ, ਕਿਸੇ ਤਰਕ ਦੀ ਗਿਣਤੀ 'ਚ ਨਹੀਂ ਆਉਂਦਾ ਵੀ ਉੱਥੇ ਜਾ ਕੇ ਆਹ ਫਾਇਦਾ ਹੋਊ, ਆਹ ਨੁਕਸਾਨ ਹੋਊ, ਨਹੀਂ। ਉਹ ਤਾਂ ਕਿਤੇ ਅੰਦਰੋਂ ਧੁਰੋਂ ਆਵਾਜ਼ ਆਈ ਹੁੰਦੀ ਹੈ, ਇਹ ਉਹਨੂੰ ਹੀ ਪਤਾ ਹੁੰਦਾ ਵੀ ਹੁਣ ਗੁਰੂ ਨੇ ਹੁਕਮ ਹੈ, ਮੈਥੋਂ ਕਿਸੇ ਹੋਰ ਤਰ੍ਹਾਂ ਸੇਵਾ ਲੈ। ਤੁਸੀਂ ਦੇਖ ਰਹੇ ਹੋ ਚੈਨਲ ਦਾ ਸਿੱਖ ਵਿਊ ਪੁਆਇੰਟ। ਮੈਂ ਮਿਹਰ ਸਿੰਘ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਜਿੱਥੇ ਜਮਹੂਰੀ ਹੱਕਾਂ ਦੀ ਗੱਲ ਆਉਂਦੀ ਆ ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਆ, ਤਾਂ ਉੱਥੇ ਇੱਕ ਨਾਮ ਬੜਾ ਉੱਭਰ ਕੇ ਸਾਹਮਣੇ ਆਉਂਦਾ। ਉਹ ਨਾਂ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ। ਅੱਜ 6 ਸਤੰਬਰ ਉਹਨਾਂ ਦੀ ਸ਼ਹੀਦੀ ਪੁਰਬ ਵਜੋਂ ਮਨਾਇਆ ਜਾਂਦਾ। ਸ਼ਹੀਦ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਕਿ ਜ਼ੁਲਮ ਦੀ ਹਨੇਰੀ ਦੇ ਵਿੱਚ ਜਦੋਂ ਬੇਦੋਸ਼ੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਘਰਾਂ 'ਚੋਂ ਚੁੱਕ ਕੇ ਤੇ ਲਾਪਤਾ ਕਰ ਦਿੰਦੇ ਸਨ, ਉਹਨਾਂ ਦਾ ਜਿਹੜਾ ਵੇਰਵਾ
ਉਹ ਇਕੱਠਾ ਕੀਤਾ। ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਹੀ ਇਹ ਦੱਸਣਾ ਕਰਿਆ ਕਿ 25,000 ਦੇ ਕਰੀਬ ਜਿਹੜੇ ਨੌਜਵਾਨ ਨੇ ਉਹ ਹੁਣ ਤੱਕ ਪੁਲਿਸ ਨੇ ਖਪਾ ਦਿੱਤੇ ਨੇ, ਤੇ ਇਹ ਗੱਲ ਉਹ ਅੰਤਰਰਾਸ਼ਟਰੀ ਪੱਧਰ ਤੱਕ ਵੀ ਲੈ ਕੇ ਗਏ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ, ਭਾਰਤ ਦੀ ਫਿਜ਼ਾ ਦੇ ਵਿੱਚ ਬੜੀ ਖਲਬਲੀ ਮਚਾਈ ਸੀ। ਤੇ ਅੱਜ ਇਸੇ ਵਿਸ਼ੇ ਦੇ ਉੱਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੈ ਪਿੱਛੇ ਜੇ, ਸ਼ਹੀਦ ਜਸਵੰਤ ਸਿੰਘ ਖਾਲੜਾ, ਤੇ ਉਹ ਬਹੁਤ ਕਰੀਬੀ ਉਹਨਾਂ ਦੇ ਮਿੱਤਰ ਵੀ ਰਹੇ ਨੇ, ਕਿਉਂਕਿ ਉਹਨਾਂ ਦਾ ਸੰਘਰਸ਼ ਸਿਰਫ ਇੱਥੋਂ ਹੀ ਸ਼ੁਰੂ ਨਹੀਂ ਹੁੰਦਾ, ਬਹੁਤ ਲੰਮੇ ਸਮੇਂ ਤੋਂ ਜਿਹੜੇ ਸੰਘਰਸ਼ ਦੇ ਲਾਈਨ ਦੇ ਵਿੱਚ ਜਿਹੜੇ ਉਹ ਤੁਰੇ ਹੋਏ ਸਨ। ਅੱਜ ਅਸੀਂ ਇਹ ਸਾਰੀ ਗੱਲਬਾਤ ਕਰਾਂਗੇ, ਜਿਹੜੀਆਂ ਪਰਤਾਂ ਨਹੀਂ ਛੂਹੀਆਂ ਗਈਆਂ ਕਦੇ ਉਹਨਾਂ ਦੀ ਜ਼ਿੰਦਗੀ ਦੀਆਂ, ਉਹਨਾਂ ਨੂੰ ਅੱਜ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਸਵਾਗਤ ਕਰਦੇ ਹਾਂ ਜੀ ਸਰਦਾਰ ਅਜਮੇਰ ਸਿੰਘ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਪਹਿਲਾ ਸਵਾਲ ਤਾਂ ਇਹੀ ਹੈ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਆਪ ਜੀ ਦੀ ਮੁਲਾਕਾਤ ਕਦੋਂ ਹੁੰਦੀ ਹੈ? ਦੇਖੋ, ਮੇਰੀ ਮੁਲਾਕਾਤ ਉਹਦੇ ਨਾਲ ਹੁੰਦੀ ਹੈ ਸਤੰਬਰ 1973 ਚ ਜੀ। ਪਰ ਉਸ ਤੋਂ ਪਹਿਲਾਂ ਉਹਦਾ ਸੰਘਰਸ਼ੀ ਜੀਵਨ ਸ਼ੁਰੂ ਹੋ ਚੁੱਕਿਆ ਸੀ ਜੀ, ਕਿਉਂਕਿ ਮੈਟ੍ਰਿਕ ਕਰਨ ਤੋਂ ਬਾਅਦ ਉਹ ਕਾਲਜ ਦੇ ਵਿੱਚ ਗਿਆ, ਤਰਨਤਾਰਨ ਕਾਲਜ ਦੇ ਵਿੱਚ ਜੀ, ਗੁਰੂ ਅਰਜਨ ਦੇਵ ਖਾਲਸਾ ਕਾਲਜ ਜੀ। ਉੱਥੇ ਪੜ੍ਹਦਿਆਂ 1969 ਜਾਂ 68 ਉਸ ਮੌਕੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਖੱਬੇ ਪੱਖੀਆਂ ਦੀ PSU ਵਿਦਿਆਰਥੀ ਜਥੇਬੰਦੀ ਹੈ, ਉਹਦਾ ਬੜਾ ਬੋਲਬਾਲਾ ਸੀ ਸਾਰੇ ਥਾਵਾਂ ਦੇ ਉੱਤੇ। ਤੇ ਉਹ ਜਿਹੜਾ ਸਮਾਂ ਸੀ ਨਾ, ਉਹ ਆਪਾਂ ਜਦੋਂ ਫਿਰ ਕਿਤੇ ਕਮਿਊਨਿਸਟ ਲਹਿਰ ਬਾਰੇ ਆਪਾਂ ਇੱਕ ਵਾਅਦਾ ਕੀਤਾ ਹੋਇਆ ਵੀ ਉਹਦੇ ਬਾਰੇ, ਕਮਿਊਨਿਸਟਾਂ ਬਾਰੇ ਦੱਸਣਾ, ਆਪਾਂ ਉਹ ਦੱਸਾਂਗੇ ਵੀ ਉਦੋਂ ਟੋਟਲ ਵਾਤਾਵਰਨ ਕੀ ਸੀ। ਸੋ ਪੰਜਾਬ 'ਚ ਮੇਰਾ ਖਿਆਲ ਕੋਈ ਕਾਲਜ ਬਚਿਆ ਹੋ ਜਿੱਥੇ ਹੜਤਾਲਾਂ, ਸੰਘਰਸ਼, ਪੁਲਿਸ ਨਾਲ ਟੱਕਰਾਂ, ਇਹ ਕੰਮ ਨਾ ਚੱਲ ਰਿਹਾ ਹੋਵੇ। 68 ਤੋਂ ਲੈ ਕੇ 72 ਤੱਕ ਪੂਰਾ ਜਾਰੀ ਰਿਹਾ ਹੈ। ਸੋ ਉਸ ਮੌਕੇ ਉਸਨੇ ਤਰਨਤਾਰਨ ਕਾਲਜ ਦੇ ਵਿੱਚ ਪ੍ਰੈਪ, ਉਦੋਂ ਪ੍ਰੈਪ ਕਹਿੰਦੇ ਹੁੰਦੇ ਸੀ ਮੈਟ੍ਰਿਕ ਤੋਂ ਬਾਅਦ, ਜਿਹਨੂੰ ਅੱਜ ਕੱਲ੍ਹ ਆਪਾਂ +1 ਕਹਿ ਦਿੰਦੇ ਹਾਂ ਜਾਂ ਹੈ ਨਾ, ਤੇ ਉੱਥੇ ਉਹਨੇ ਐਡਮਿਸ਼ਨ ਲਈ ਨਾਨ ਮੈਡੀਕਲ 'ਚ ਜੀ। ਤੇ ਉੱਥੇ ਰਹਿੰਦਿਆਂ ਉਹਦਾ ਫਿਰ ਉਹਦੇ ਵਿੱਚ ਸਰਗਰਮ ਹੋ ਗਿਆ ਉਹ ਉਸ ਆਪਣੇ ਵਿਦਿਆਰਥੀ ਸੰਘਰਸ਼ਾਂ 'ਚ। ਫਿਰ ਅਥਾਰਟੀਜ਼ ਨੇ ਉਸ ਮੌਕੇ ਬਹੁਤ ਥਾਵਾਂ ਦੇ ਉੱਤੇ ਜਿਹੜੇ ਅਥਾਰਟੀਜ਼ ਸੀ, ਕਾਲਜ ਦਾ ਪ੍ਰਿੰਸੀਪਲ ਸੀ ਜਾਂ ਮੈਨੇਜਮੈਂਟ ਸੀ, ਉਹ ਐਕਸ਼ਨ ਲੈ ਲੈਂਦੀ ਸੀ ਵੀ ਜਾਂ ਤਾਂ ਇਹਨੂੰ ਕਾਲਜ 'ਚੋਂ ਕੱਢ ਦਿਓ ਜਾਂ ਇਹਨੂੰ ਇਮਤਿਹਾਨ 'ਚ ਨਾ ਬੈਠਣ ਦਿਓ, ਸਜ਼ਾਵਾਂ ਦਿੰਦੇ ਸੀ ਜੀ। ਉਸ 'ਤੇ ਵੀ ਬਹੁਤ ਸੰਘਰਸ਼ ਹੋਏ ਬਹੁਤ ਸਾਰੇ ਕਾਲਜਾਂ 'ਚ। ਤੇ ਖਾਲਸਾ ਕਾਲਜ ਅੰਮ੍ਰਿਤਸਰ 'ਚ ਵੀ ਬਹੁਤ ਲੰਬੀ ਸਟਰਗਲ ਹੋਈ, ਗੌਰਮੈਂਟ ਕਾਲਜ ਲੁਧਿਆਣੇ 'ਚ ਬਹੁਤ ਲੰਬੀ ਸਟਰਗਲ ਹੋਈ। ਪੰਜਾਬ ਦਾ ਕੋਈ ਕਾਲਜ ਉਦੋਂ ਨਹੀਂ ਬਚਿਆ ਹੋਣਾ। ਸੋ ਜਸਵੰਤ ਸਿੰਘ ਖਾਲੜਾ ਵੀ ਉਸ ਮੌਕੇ ਜਦੋਂ ਇਮਤਿਹਾਨ ਦਾ ਸਮਾਂ ਆਇਆ ਤਾਂ ਉਹਨਾਂ ਨੇ ਉਹਨੂੰ ਇਮਤਿਹਾਨ ਵਿੱਚ ਨਾ ਬੈਠਣ ਦਿੱਤਾ, ਜਿਹਦੇ ਕਰਕੇ ਉਹਨੂੰ ਫਿਰ ਜਿਹੜਾ ਆਪਦਾ ਇਮਤਿਹਾਨ ਉਹ ਪ੍ਰਾਈਵੇਟ ਹੀ ਦੇਣਾ ਪਿਆ। ਫਿਰ ਉਹਨੇ ਉਹ ਕਾਲਜ ਛੱਡ ਕੇ ਬੀੜ ਬਾਬਾ ਬੁੱਢਾ ਕਾਲਜ, ਜਿਹੜਾ ਉਹਦੇ ਪਿੰਡ ਤੋਂ ਵੈਸੇ ਵੀ ਨੇੜੇ ਪੈਂਦਾ ਸੀ, ਰੋਜ਼ ਆ ਜਾ ਸਕਦਾ ਸੀਗਾ, ਝਬਾਲ ਦੇ ਨੇੜੇ, ਉੱਥੇ ਉਹਨੇ ਆ ਕੇ ਦਾਖਲਾ ਲੈ ਲਿਆ ਤੇ BA ਉਹਨੇ ਉੱਥੋਂ ਕੀਤੀ। ਸੋ ਪਰ ਉਹ ਇਹ ਸਾਰੇ ਪੀਰੀਅਡ ਦੇ ਵਿੱਚ ਉਹ ਲਗਾਤਾਰ ਜਿਹੜੀ ਇਹ ਵਿਦਿਆਰਥੀ ਫਰੰਟ ਤੇ ਸਰਗਰਮੀਆਂ ਸੀ, ਉਹਨਾਂ 'ਚ ਕਿਤੇ ਉਹ ਐਕਟਿਵ ਰਿਹਾ, ਪਰ ਮੈਨੂੰ ਉਦੋਂ ਉਹਦਾ ਪਤਾ ਨਹੀਂ ਸੀ। 1972 ਦੇ ਵਿੱਚ ਤੁਸੀਂ ਸੁਣਿਆ ਹੋਣਾ, ਇੱਕ ਮੋਗਾ ਘੋਲ ਬੜਾ ਮਸ਼ਹੂਰ ਹੈ, ਖੱਬੇ ਪੱਖੀ ਬਹੁਤ ਜ਼ਿਕਰ ਕਰਦੇ ਨੇ, ਹੈ ਨਾ। ਤੇ ਹੋਇਆ ਇਹ ਸੀ ਕਿ ਸਿਨੇਮੇ ਦੀਆਂ ਟਿਕਟਾਂ ਵਾਸਤੇ ਕਰਕੇ ਉੱਥੇ ਫਾਇਰਿੰਗ ਹੋ ਗਈ ਸੀਗੀ ਰੀਗਲ ਸਿਨੇਮਾ ਮੋਗੇ, ਜਿਹਦੇ 'ਚ 2 ਵਿਦਿਆਰਥੀ ਤੇ 6-7 ਬੰਦੇ ਹੋਰ ਮਾਰੇ ਗਏ ਸੀ। ਪਹਿਲਾਂ 5 ਅਕਤੂਬਰ ਨੂੰ ਫਾਇਰਿੰਗ ਹੋਈ, ਫਿਰ 7 ਨੂੰ। ਫਿਰ ਉਹਦੇ ਉੱਤੇ ਇੱਕ ਬਹੁਤ ਵੱਡਾ ਉਭਾਰ ਪੰਜਾਬ ਦੇ ਵਿੱਚ, ਬਹੁਤ ਵੱਡਾ ਦਿਨਾਂ ਦੇ ਵਿੱਚ ਹੀ, ਤੇ ਇਕੱਲਾ ਫਿਰ ਵਿਦਿਆਰਥੀਆਂ ਦਾ ਨਹੀਂ, ਆਮ ਲੋਕ ਸ਼ਾਮਲ ਹੋ ਗਏ ਸੀ। ਤੇ ਆ ਜਿਵੇਂ ਹੁਣ ਕਿਸਾਨ ਉਭਾਰ ਹੈ ਨਾ, ਇਹਦੀ ਇੱਕ ਸਮਝ ਲਓ ਟ੍ਰੇਲਰ ਸੀ ਉਸ ਮੌਕੇ ਪੇਸ਼ ਹੋਇਆ, ਇੰਨੇ ਵੱਡੇ ਲੈਵਲ ਤੇ ਹੋਇਆ, ਐਡੇ ਵੱਡੇ ਲੈਵਲ ਤੇ ਹੋਇਆ ਸੀ। ਤੇ ਮੈਂ ਉਦੋਂ ਅੰਡਰਗਰਾਊਂਡ ਸੀ ਤੇ ਅਸੀਂ ਪਿੱਛੇ ਰਹਿ ਕੇ ਇਸ ਤਰ੍ਹਾਂ ਦੇ ਲਾਮਬੰਦੀ ਦਾ ਯਤਨ ਕਰਦੇ ਸੀ। ਸੋ ਮੈਂ ਅੱਡ-ਅੱਡ ਥਾਵਾਂ ਤੇ ਜਾ ਕੇ ਬੰਦਿਆਂ ਨੂੰ ਕੰਟੈਕਟ ਕਰਕੇ ਵੀ ਉਹ ਮੁਜ਼ਾਹਰਾ ਕਰਨ, ਹੜਤਾਲ ਕਰਨ, ਇਸ ਗੱਲ ਵਾਸਤੇ ਸਾਰੇ ਬੰਦੀ ਜਿਹੜੇ ਉਦੋਂ ਅੰਡਰਗਰਾਊਂਡ ਬੰਦੇ ਤਾਂ ਇਹੀ ਕਰਦੇ ਸੀ, ਪਿੱਛੇ ਰਹਿ ਕੇ ਵੀ ਉਹਨਾਂ ਬੰਦਿਆਂ ਨੂੰ ਤੋਂ ਇਹ ਕੰਮ ਵਾਸਤੇ ਪ੍ਰੇਰਿਆ ਜਾਵੇ। ਸੋ ਮੈਂ ਝਬਾਲ ਗਿਆ ਤੇ ਝਬਾਲ ਉੱਥੇ ਮੇਰੇ ਦੋਸਤ ਸੀਗੇ, ਜਸ਼ਪਾਲ ਝਬਾਲ ਜਿਹੜਾ ਅਜੇ ਵੀ ਜਿਉਂਦਾ, ਉਸ ਨੇ ਫਿਰ ਮੁੜ ਕੇ ਜਿਹੜੀ ਖੱਬੇ ਪੱਖੀ ਇੱਕ ਜਮਹੂਰੀ ਅਧਿਕਾਰ ਸਭਾ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਉਹਦੇ 'ਚੋਂ ਉਦੋਂ ਦਾ ਹੀ ਲਗਾਤਾਰ ਮਤਲਬ 1978-79 ਤੋਂ ਲੈ ਕੇ ਉਹ ਉਹਦੇ ਵਿੱਚ ਸਰਗਰਮ ਹੈ, ਅੱਜ ਵੀ ਸਰਗਰਮ ਹੈ। ਉਹ ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਉਹ ਉਦੋਂ ਵੀ ਕਾਲਜ ਦੇ ਵਿੱਚ ਪੜ੍ਹਦਾ ਸੀਗਾ, ਬਾਬਾ ਬੁੱਢਾ ਕਾਲਜ ਦੇ ਵਿੱਚ। ਸੋ ਐਕਚੁਅਲੀ ਤਾਂ ਮੈਂ ਉਹਨੂੰ ਮਿਲਣ ਆਇਆ ਸੀ
ਸੋ ਮੈਂ ਉਹਨੂੰ ਮਿਲਿਆ, ਲੱਭਿਆ ਬੜਾ, ਉਹ ਅੰਡਰਗਰਾਉਂਡ ਹੋਇਆ ਸੀ। ਜੀ ਤੇ ਉੱਥੇ ਉਹ ਲਾਲੂ ਘੁੰਮਣ ਪਿੰਡ ਹੈ, ਉਹਦੀ ਕਿਸੇ ਬਾਹਰ ਮੋਟਰ ਦੇ ਉੱਤੇ ਉਹ ਲੁਕਿਆ ਹੋਇਆ ਸੀ। ਉੱਥੇ ਮੁਲਾਕਾਤ ਉੱਥੇ ਜਾ ਕੇ ਮੇਰੀ ਉਹਦੇ ਨਾਲ ਮੁਲਾਕਾਤ ਹੋਈ। ਚਲੋ ਮੈਂ ਪੋਸਟਰ ਲਿਖ ਕੇ ਦਿੱਤਾ ਵੀ ਆਹ ਪੋਸਟਰ ਲਾਓ ਛਪਾ ਕੇ ਤੇ ਇੱਥੇ ਮੁਜ਼ਾਹਰਾ ਕਰੋ। ਉਹਨਾਂ ਨੇ ਮੁਜ਼ਾਹਰਾ ਕੀਤਾ। ਉਹ ਮੁਜ਼ਾਹਰੇ ਤੇ ਲਾਠੀ ਚਾਰਜ ਹੋਇਆ, ਟਕਰਾਅ ਆ ਗਿਆ। ਉੱਥੇ ਜਸਵੰਤ ਸਿੰਘ ਖਾਲੜਾ ਗ੍ਰਿਫਤਾਰ ਹੋਇਆ। ਅੱਛਾ ਜੀ। ਪਰ ਉਹਦੇ ਬਾਰੇ ਅਸੀਂ ਜਾਣਦੇ ਨਹੀਂ ਸੀ। ਈਵਨ ਜਸ਼ਪਾਲ ਵੀ ਨਹੀਂ ਸੀ ਜਾਣਦਾ, ਉਹਦੇ ਕਾਲਜ ਦਾ ਹੋਣ ਦੇ ਬਾਵਜੂਦ, ਵੀ ਕੋਈ ਊਂ ਜਸਵੰਤ ਸਿੰਘ ਹੋਣਾ ਹੈ। ਸੋ ਉੱਥੋਂ ਫਿਰ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਲੈ ਗਏ। ਤੇ ਜੇਲ੍ਹ ਦੇ ਵਿੱਚ ਇੱਕ ਬਰਿਆਮ ਸਿੰਘ ਸੰਧੂ, ਜਿਹੜਾ ਮੁੜ ਕੇ ਪ੍ਰਸਿੱਧ ਕਹਾਣੀਕਾਰ ਬਣਿਆ, ਜੀ ਉਹ ਸੁਰ ਸਿੰਘ ਪਿੰਡ ਸੀ ਉਹਦਾ, ਤੇ ਉਹ ਮੇਰਾ ਜਾਣੂ ਪਹਿਲਾਂ ਬਣ ਚੁੱਕਿਆ ਸੀ। ਸਾਡੀ ਠਾਹਰ ਸੀ ਉਹਦਾ ਘਰ। ਅੱਛਾ ਜੀ। ਉਹਦੀ ਮੁਲਾਕਾਤ ਉੱਥੇ ਜਾ ਕੇ ਉਹਦੇ ਨਾਲ ਜਸਵੰਤ ਨਾਲ ਹੋਈ। ਤੇ ਫਿਰ ਉਹ ਜੇਲ੍ਹ ਦੇ ਵਿੱਚ ਕਾਫੀ ਚਿਰ ਲੰਮਾ ਰਹੇ। ਤੇ ਜੇਲ੍ਹਾਂ ਪਾਠਸ਼ਾਲਾ ਹੀ ਹੁੰਦੀਆਂ ਸਿਆਸੀ ਵਿੱਦਿਆ ਦਾ। ਸੋ ਉੱਥੇ ਐਕਚੁਅਲੀ ਤਾਂ ਬਰਿਆਮ ਸਿੰਘ ਸੰਧੂ ਨੇ ਪਹਿਲੀ ਜਾਗ ਜਿਹੜੀ ਉਹਨੂੰ ਲਾਈ ਇੱਧਰ ਕਮਿਊਨਿਸਟਾਂ ਵਾਲੀ। ਅੱਛਾ ਜੀ। ਉਹ ਬਰਿਆਮ ਸਿੰਘ ਸੰਧੂ ਨੇ ਲਾਈ। ਤੇ ਚਲੋ ਕੁਛ ਚਿਰ ਬਾਅਦ ਉਹ ਰਿਹਾ ਹੋ ਗਏ। ਰਿਹਾ ਹੋ ਕੇ ਆਏ ਤੇ ਮੈਨੂੰ ਬਰਿਆਮ ਸਿੰਘ ਸੰਧੂ ਨੇ ਦੱਸਿਆ ਵੀ ਬੰਦਾ ਬਹੁਤ ਜਜ਼ਬੇ ਵਾਲਾ ਹੈ ਤੇ ਬੜਾ ਸੁਲਝੀ ਹੋਈ ਸੋਚ ਵਾਲਾ ਹਰ ਪੱਖੋਂ, ਤੇ ਤੂੰ ਉਹਨੂੰ ਮਿਲ। ਤੇ ਮੈਂ ਉਸ ਮੌਕੇ ਉੱਥੇ ਕੰਮ ਸ਼ੁਰੂ ਕਰ ਚੁੱਕੇ ਸੀ ਅਸੀਂ ਨੌਜਵਾਨ ਭਾਰਤ ਸਭਾਵਾਂ ਬਣਾਉਣ ਦਾ। ਤੇ ਜਿਹੜਾ ਪੂਲਾ ਪਿੰਡ ਹੈ ਭਾਈ ਤਾਰੂ ਸਿੰਘ ਸ਼ਹੀਦ ਵਾਲਾ, ਉੱਥੋਂ ਦਾ ਰਘਵੀਰ ਸਿੰਘ ਹੁੰਦਾ ਸੀ। ਉਹਨੇ JBT ਕੀਤੀ ਹੋਈ ਸੀ, ਪਰ ਉਹ ਜੇ ਟੀਚਰ ਨਹੀਂ ਸੀ ਲੱਗਿਆ। ਉਹ ਹੋਲ ਟਾਈਮਰ ਦੇ ਤੌਰ ਤੇ ਸਾਰਾ ਵਕਤ ਉਹ ਜਥੇਬੰਦੀ ਦਾ ਸਾਡਾ ਕੰਮ ਕਰਦਾ ਸੀ। ਸੋ ਉਹਨੇ ਨੌਜਵਾਨ ਭਾਰਤ ਸਭਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ। ਤੇ ਉਹਨੇ ਫਿਰ ਮੈਨੂੰ ਦੱਸਿਆ, ਉਹਨੇ ਵੀ ਦੱਸਿਆ ਜਸਵੰਤ ਸਿੰਘ ਖਾਲੜਾ ਬਾਰੇ। ਅੱਛਾ ਜੀ। ਤੇ ਫਿਰ ਮੈਂ ਉਹਨੂੰ ਕਿਹਾ ਮੈਨੂੰ ਮਿਲਾ। ਫਿਰ ਉਹ ਇੱਕ ਦਿਨ ਸਤੰਬਰ ਦੇ ਵਿੱਚ ਆਪਦੇ ਘਰ ਲਿਆਇਆ ਪੂਲੇ। ਉੱਥੇ ਬਹਿ ਕੇ ਉਹਦੇ ਨਾਲ ਕਾਫੀ ਘੰਟਿਆਂ ਬੱਧੀ ਵਿਚਾਰਾਂ ਹੋਈਆਂ। ਉਹਨੇ ਕੋਈ ਸਵਾਲ ਵੀ ਪੁੱਛੇ ਜਥੇਬੰਦੀ ਦੀ ਵਿਚਾਰਧਾਰਾ ਬਾਰੇ, ਸਿਆਸੀ ਸੇਧ ਬਾਰੇ, ਸਰਗਰਮੀਆਂ ਬਾਰੇ, ਇਸ ਤਰ੍ਹਾਂ ਦੇ ਮਤਲਬ ਬਹੁਤ ਗੱਲਾਂ ਹੋਈਆਂ। ਤੇ ਅਲਟੀਮੇਟਲੀ ਉਹਨੇ ਉਸੇ ਮੀਟਿੰਗ ਦੇ ਵਿੱਚ ਹੀ ਸਹਿਮਤੀ ਪ੍ਰਗਟ ਕਰਤੀ ਵੀ ਠੀਕ ਹੈ, ਮੈਂ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ। ਇਹ ਸਤੰਬਰ 1973 ਦੀ ਗੱਲ ਹੈ। ਉਦੋਂ ਤੋਂ ਲੈ ਕੇ ਉਹ ਐਮਰਜੈਂਸੀ ਲੱਗੀ ਜਾ ਕੇ ਜਦੋਂ 75 ਦੇ ਵਿੱਚ। ਸੋ ਐਮਰਜੈਂਸੀ ਦੌਰਾਨ ਵੀ ਉਹ ਸਾਡੇ ਨਾਲ ਸਰਗਰਮ ਰਿਹਾ। ਤੇ ਐਮਰਜੈਂਸੀ ਤੋਂ ਬਾਅਦ ਚਲੋ ਸਾਡੀਆਂ ਉਂਝੀ ਨਕਸਲੀ ਲਹਿਰ 'ਚ ਬੜੀ ਟੁੱਟ ਭੱਜ ਹੋਈ। ਫੁੱਟਾਂ ਦੁਫੇੜ ਜਾਂ ਹੋਰ ਮਤਭੇਦ ਆਏ। ਉਹਦੇ 'ਚੋਂ ਫਿਰ ਅਸੀਂ ਥੋੜ੍ਹਾ ਅਲੱਗ-ਅਲੱਗ ਹੋ ਗਏ। ਮੈਂ ਇੱਕ ਹੋਰ ਧੜੇ 'ਚ, ਇਹ ਕਿਤੇ ਜਸਵੰਤ ਕਿਸੇ ਹੋਰ ਧੜੇ 'ਚ ਲੈ ਗਿਆ। ਸੋ ਇਸ ਤਰ੍ਹਾਂ ਦੀ ਮਤਲਬ ਮੇਰੇ ਫਿਰ ਉਸ ਤੋਂ ਬਾਅਦ ਇਹਨੇ ਕੁਛ ਚਿਰ, ਉਸ ਮੌਕੇ ਜਿਹੜੀ ਨੌਜਵਾਨ ਭਾਰਤ ਸਭਾ ਅੰਮ੍ਰਿਤਸਰ ਦੇ ਵਿੱਚ ਬਹੁਤ ਪਾਵਰਫੁਲ ਹੋ ਗਈ ਸੀ। ਤੇ ਉਹਦੇ ਵਿੱਚ ਬਹੁਤ ਵੱਡਾ ਹੱਥ ਜਸਵੰਤ ਸਿੰਘ ਖਾਲੜਾ ਦਾ ਸੀ। ਇੱਧਰ ਅਜਨਾਲੇ ਵੱਲ ਬਲਦੇਵ ਸਿੰਘ ਮਾਨ, ਜਿਹੜੀ ਅੱਜ ਕੱਲ੍ਹ ਸੋਨੀਆ ਮਾਨ ਐਕਟਰ ਹੈ ਨਾ, ਇਹਦਾ ਫਾਦਰ ਸੀ। ਉਹ ਵੀ ਉਹਨੂੰ ਅਸੀਂ ਮਿਲਦੇ ਗਿਲਦੇ ਰਹਿੰਦੇ ਸੀਗੇ, ਪਰ ਉਹ ਇੱਕ ਵੱਖਰੇ, ਸਾਡੇ ਨਾਲ ਵੱਖਰੇ ਧੜੇ ਦਾ ਸੀ। ਤੇ ਜਸਵੰਤ ਨਾਲ ਵੀ ਉਹਦੀ ਚੰਗੀ ਮਤਲਬ ਦੋਸਤੀ ਸੀ। ਤੇ ਫਿਰ ਜਸਵੰਤ ਨੇ ਕੁਛ ਚਿਰ ਸਾਥੋਂ ਵੱਖ ਹੋ ਕੇ ਉਹਦੇ ਨਾਲ ਵੀ ਕੰਮ ਕੀਤਾ। ਜੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਦੇ, ਪਰਿਵਾਰਕ ਪਿਛੋਕੜ ਤਾਂ ਬਹੁਤ, ਮਤਲਬ ਜੇ ਤੁਸੀਂ ਪਰਿਵਾਰਕ ਪਿਛੋਕੜ ਦੀ ਗੱਲ ਕਰਦੇ ਹੋ ਤਾਂ ਜਿਹੜਾ ਇਹਨਾਂ ਦਾ ਵਡੇਰਾ ਸੀਗਾ ਸੂਰਾ ਸਿੰਘ, ਉਹ ਜਿਹੜੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਬਿਲਕੁਲ ਖਿੰਡਿਆ ਹੋਇਆ ਸੰਘਰਸ਼ ਦੁਬਾਰਾ ਸ਼ੁਰੂ ਕਰਨਾ ਸੀ, ਉਹ ਉਹਨਾਂ ਵਿੱਚੋਂ ਸੀ। ਸੋ ਤਾਰਾ ਸਿੰਘ ਬਾਂ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ 'ਚ ਬਹੁਤ ਉੱਭਰਵਾਂ ਨਾਂ ਹੈ। ਸੋ ਬਾਂ ਪਿੰਡ ਵੀ ਖਾਲੜੇ ਤੋਂ ਬਹੁਤਾ ਦੂਰ ਨਹੀਂ। ਸੋ ਤਾਰਾ ਸਿੰਘ ਬਾਂ ਨੇ ਆਪਦੇ ਨਾ ਖੇਤਾਂ ਦੇ ਵਿੱਚ ਇੱਕ ਬਾੜਾ ਬਣਾਇਆ ਹੋਇਆ ਸੀ। ਉਹ ਠਾਰ ਸੀ ਸਿੰਘਾਂ ਦੀ। ਬਾੜਾ ਕੀ ਸੀ ਵੀ ਬਾਗਲ ਕੇ ਝਾਫੇ ਉੱਚੇ ਉੱਚੇ ਰੱਖ ਕੇ, ਉਦੋਂ ਕਰੀਰ ਵਗੈਰਾ ਜਾਂ ਇਹ ਝਾੜੀਆਂ ਬੜੀਆਂ ਹੁੰਦੀਆਂ ਸੀ, ਉਹ ਵੱਢ ਕੇ ਇੰਨੀਆਂ ਉੱਚੀਆਂ ਕਰਤੀਆਂ ਸੀ ਵੀ ਅੰਦਰ ਦਿਸਦਾ ਕੁਛ ਨਹੀਂ ਸੀ। ਇਹ ਕੋਲਾ ਵੀ ਕੀਤਾ। ਤੇ ਉੱਥੇ ਰਸਦ ਪਾਣੀ ਲੰਗਰ ਹਰ ਵੇਲੇ ਚੱਲਦਾ ਰਹਿਣਾ। ਤੋਂ ਸਿੰਘਾਂ ਨੂੰ ਉੱਥੇ ਮਸ਼ਹੂਰ ਹੋ ਗਿਆ ਸੀ ਵੀ ਤਾਰਾ ਸਿੰਘ ਬਾਂ ਦੇ ਡੇਰੇ ਚੱਲੀਏ। ਉੱਥੇ ਬੰਦੇ ਹਫ਼ਤਿਆਂ ਬੱਧੀ ਕਿੰਨਾ ਚਿਰ ਜਾ ਕੇ ਰਹਿੰਦੇ ਸੀ, ਆਰਾਮ ਕਰਦੇ ਸੀ। ਉੱਥੋਂ ਫਿਰ ਉਹ ਐਕਸ਼ਨ ਕਰਨ ਨਿਕਲਦੇ ਸੀ। ਉਦੋਂ ਐਕਸ਼ਨ ਗਰੀਲੇ ਹੀ ਹੁੰਦੇ ਸੀ। ਸੋ ਇਹ ਜਿਹੜਾ ਸੂਰਾ ਸਿੰਘ ਹੈ ਉਹ ਉੱਥੇ ਹਾਜ਼ਰ ਹੁੰਦਾ ਸੀ। ਉੱਥੇ ਫਿਰ ਇੱਕ ਲੜਾਈ ਹੋਈ ਬਹੁਤ ਜ਼ਬਰਦਸਤ। ਉਹ ਲੜਾਈ ਦਾ ਆਪਾਂ ਇੱਥੇ ਬਹੁਤਾ ਜ਼ਿਕਰ ਨਹੀਂ ਕਰ ਸਕਦੇ ਕਿਉਂਕਿ ਟਾਈਮ ਐਵੇਂ ਲੱਗੂਗਾ। ਉਹ ਕਿਤਾਬ ਦੇ ਵਿੱਚ ਮੈਂ ਸਾਰੀ ਦਿੱਤੀ ਹੈ ਵੀ ਐਡੀ ਵੱਡੀ ਲੜਾਈ ਹੋਈ ਸੀਗੀ। ਸਿਰਫ 22 ਸਿੰਘ
ਤੇ ਉਧਰੋਂ ਉਹਨਾਂ ਨੇ 2000 ਦੇ ਲਗਭਗ ਫੌਜ ਲਾਮਬੰਦ ਕੀਤੀ ਸੀ, ਜਿਹਦੇ 'ਚ ਛੋਟੀਆਂ ਤੋਪਾਂ ਵੀ ਲੈ ਕੇ ਆਏ ਸੀ। ਤੇ ਸਿੰਘਾਂ ਕੋਲ ਤਾਂ ਆਪਦੇ ਖੰਡੇ ਤੇ ਉਹਨੇ ਵਸੀਲੇ ਤੇ ਤਲਵਾਰਾਂ ਹੀ ਸੀਗੀਆਂ ਜਾਂ ਨੇਜੇ ਸੀਗੇ। ਤੇ ਉਹ ਬਹੁਤ ਗਹਿ ਗੱਚਵੀਂ ਲੜਾਈ ਹੋਈ ਤੇ ਗੱਡਾ ਭਰ ਕੇ ਲਾਸ਼ਾਂ ਦਾ ਤੋਰਿਆ ਸੀ ਸਿੱਖਾਂ ਨੇ, ਤੇ ਉਹ ਆਪ ਵੀ ਚਲੋ ਸਾਰੇ ਸ਼ਹੀਦ ਹੋ ਗਏ ਸੀ। ਸੋ ਸੂਰਾ ਸਿੰਘ ਉੱਥੇ ਸ਼ਹੀਦ ਹੋਇਆ ਤੇ ਚਲੋ ਫਿਰ ਉਹਦੀ ਉੱਥੇ ਅੰਸ਼ ਵੱਧਦੀ ਫੁੱਲਦੀ ਰਹੀ ਤੇ ਅਖੀਰ ਨੂੰ ਇੱਕ ਪੱਤੀ ਉੱਥੇ ਅੱਜ ਵੀ ਜਿਹੜੀ ਹੈਗੀ ਆ ਉਹ ਸੂਰਾ ਪੱਤੀ ਕਹਿੰਦੇ ਆ। ਤੇ ਉਸ ਪੱਤੀ ਦੇ ਵਿੱਚ ਇਹ ਜਸਵੰਤ ਸਿੰਘ ਦਾ ਜਿਹੜਾ ਜਨਮ ਹੈ। ਇਹਨਾਂ ਦੇ ਦਾਦਾ ਜੀ ਵੀ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ। ਇਹਨਾਂ ਦੇ ਜਿਹੜੇ ਦਾਦਾ ਸੀਗੇ ਉਹ ਹਰਨਾਮ ਸਿੰਘ ਸੀ। ਜਦੋਂ ਸਿੱਖ ਰਾਜ ਖਤਮ ਹੋਇਆ ਤੇ ਅੰਗਰੇਜ਼ਾਂ ਨੇ ਫੌਜ 'ਚ ਸਿੱਖਾਂ ਨੂੰ ਭਰਤੀ ਕਰਨਾ ਸ਼ੁਰੂ ਕੀਤਾ ਤੇ ਉਹ ਤੈਨੂੰ ਪਤਾ ਸਾਰੇ ਮਾਝੇ ਦੇ ਜਿਹੜੇ ਸੀਗੇ ਉਸ ਮੌਕੇ ਬੰਦੇ, ਅੱਜ ਵੀ ਫਰਕ ਹੈ, ਉਹ ਬੜੇ ਹੁੰਦੜ ਹੇਲ ਕੱਦਾਵਰ ਤੇ ਹਰ ਪੱਖੋਂ ਜਵਾਨ ਘੋੜ ਸਵਾਰ। ਸੋ ਉਹ ਫੌਜ 'ਚ ਭਰਤੀ ਹੋ ਗਏ ਸੀ ਜੋ ਜਵਾਨੀ 'ਚ ਸੀ ਤੇ ਵਿਆਹ ਹੋ ਚੁੱਕਿਆ ਸੀ, ਫੌਜ 'ਚ ਭਰਤੀ ਹੋ ਗਏ ਸੀ। ਉੱਥੇ ਫੌਜ 'ਚ ਕਹਿੰਦੇ ਆ ਵੀ ਉਹਨਾਂ ਦੀ ਪਲਟਨ ਨੇ ਬਗਾਵਤ ਕਰਤੀ ਸੀ, ਜਿਹਦੇ ਕਰਕੇ ਉਹਨੂੰ ਭੱਜਣਾ ਪੈ ਗਿਆ। ਸੋ ਉੱਥੋਂ ਭੱਜ ਕੇ ਬਾਹਰ ਚਲਿਆ ਗਿਆ ਤੇ ਬਾਹਰ ਉਹਦਾ ਮਲੇਸ਼ੀਆ ਦੇ ਵਿੱਚ ਜਿਹੜਾ ਭਾਈ ਗੁਰਦਿੱਤ ਸਿੰਘ ਹੈ, ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਵੈਨਕੂਵਰ, ਹੈ ਨਾ, ਉਹਨਾਂ ਨਾਲ ਮੇਲ ਹੋ ਗਿਆ ਤੇ ਉਹ ਸਵਾਰੀਆਂ ਨਹੀਂ ਸੀ ਜੁਟ ਰਹੀਆਂ ਹੁੰਦੀਆਂ ਜਿੰਨੀਆਂ ਸਮੁੰਦਰੀ ਜਹਾਜ਼ ਵਾਸਤੇ। ਸੋ ਇਹਨਾਂ ਨੇ ਟਾਪੂਆਂ ਤੇ ਫਿਰ ਕੇ ਉਹ ਸਵਾਰੀਆਂ ਇਕੱਠੀਆਂ ਕੀਤੀਆਂ ਤੇ ਫਿਰ ਇਹ ਕਾਮਾਗਾਟਾ ਮਾਰੂ 'ਚ ਸਰਦਾਰ ਹਰਨਾਮ ਸਿੰਘ ਉਹਦੇ ਨਾਲ ਗਏ ਉਹ ਸਾਰੀ ਮੁਹਿੰਮ ਤੇ ਸਿੱਖ ਰਵਾਇਤ ਮੁਤਾਬਕ ਉੱਥੇ 5 ਮੈਂਬਰੀ ਕਮੇਟੀ ਬਣੀ, ਜਿਹੜੀ ਮੁਸਾਫਰਾਂ ਦੇ ਸਾਰੇ ਜੋ ਵੀ ਕੋਈ ਮੁਸ਼ਕਲ ਆਉਂਦੀ ਹੈ, ਕੋਈ ਮਸਲਾ ਆਉਂਦਾ ਹੈ, ਉਹਨੂੰ ਨਜਿੱਠਣ ਵਾਸਤੇ ਇਹ ਸਰਦਾਰ ਹਰਨਾਮ ਸਿੰਘ ਉਸ 5 ਮੈਂਬਰੀ ਕਮੇਟੀ ਦੇ ਮੈਂਬਰ ਸੀ। ਜਿੱਥੋਂ ਇਹ ਮੈਨੂੰ ਲੱਗਦਾ ਕਿ ਕਿਤੇ ਖੂਨ 'ਚ ਹੀ ਉਹ ਇੱਕ ਜਿਹੜਾ ਗੁਣ ਪਿਆ ਹੁੰਦਾ ਨਾ। ਹਾਂਜੀ, ਜੇ ਆਪਾਂ ਗੱਲ ਕਰੀ ਵੀ ਪਰਿਵਾਰਕ ਪਿਛੋਕੜ ਜਿਹੜਾ ਉਹ ਸਿੱਖੀ ਦੇ ਨਾਲ ਇੰਨਾ ਅੱਗੇ ਹੋ ਕੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੇ ਵਿੱਚ ਉਹ ਕਾਮਰੇਡ ਜਿਹੜੀ ਵਿਚਾਰਧਾਰਾ ਉਹਨਾਂ ਨੂੰ ਅਪਣਾਉਣ ਦਾ ਸਮਾਂ ਕਦੋਂ ਬਣਿਆ? ਇਹ ਕਿਵੇਂ ਉਹਨਾਂ ਦੇ ਅੰਦਰ ਤਬਦੀਲੀ ਆਈ ਕਿ ਉਹ ਕਾਮਰੇਡ ਉਹ ਵਿਚਾਰਧਾਰਾ ਵੱਲ ਝੁਕਾ ਕਰ ਗਏ? ਇਹ ਵੀ ਨਾ ਇਹ ਮਸਲਾ ਬੜਾ ਵੱਡਾ ਹੈ, ਵੈਸੇ ਇਹ ਸਮਝਣ ਵਾਲਾ ਹੈ, ਆਪਾਂ ਕਿਤੇ ਵੱਧ ਫਿਰ ਕਰਾਂਗੇ। ਤੇ ਦੇਖੋ ਤੁਸੀਂ ਜਿਹੜਾ ਇਹਦਾ ਪਰਿਵਾਰਕ ਪਿਛੋਕੜ ਹੈ ਨਾ, ਖਾਨਦਾਨ ਹੈ। ਪਹਿਲੀ ਗੱਲ ਤਾਂ ਜਿਹੜੇ ਉਹ ਤਾਂ ਚਲੋ ਸਾਰੇ ਗੁਰਸਿੱਖ ਸੀ ਗਈ ਹੈ ਨਾ, ਤੇ ਉਹ ਫਿਰ ਉੱਥੇ ਸ਼ੰਘਾਈ ਚਲੇ ਗਏ ਸੀ ਅਲਟੀਮੇਟਲੀ। ਇੱਥੇ ਫੜੇ ਗਏ ਜਦੋਂ ਕਾਮਾਗਾਟਾ ਮਾਰੂ ਆਇਆ, ਕੁਛ ਉਹਨਾਂ ਨੂੰ ਜੇਲ੍ਹ 'ਚ ਰੱਖਿਆ, ਫਿਰ ਘਰੇ ਨਜ਼ਰਬੰਦ ਕਰਤਾ, ਫਿਰ ਉਹ ਘਰੋਂ ਨਿਕਲ ਗਏ ਆਪਦੇ ਵੱਡੇ ਮੁੰਡੇ ਨੂੰ ਨਾਲ ਲੈ ਕੇ, ਉਹ ਪ੍ਰੀਤਮ ਸਿੰਘ ਸੀ। ਤੇ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਸਰਦਾਰ ਕਰਤਾਰ ਸਿੰਘ, ਜੋ ਜਸਵੰਤ ਖਾਲੜਾ ਦੇ ਪਿਤਾ ਸੀ, ਉਦੋਂ ਸਿਰਫ 7 ਸਾਲ ਦੇ ਸੀ। ਉਹ ਫਿਰ ਚਲੇ ਗਏ ਸ਼ੰਘਾਈ ਤੇ ਉਹਨਾਂ ਨੇ ਫਿਰ ਸ਼ੰਘਾਈ ਵਾਸਤੇ ਅੱਗੇ। ਅੱਛਾ ਜੀ। ਤੇ ਉਹਨਾਂ ਦਾ ਜਿਹੜਾ ਲੜਕਾ ਸੀਗਾ ਪ੍ਰੀਤਮ ਸਿੰਘ, ਉਹ ਉੱਥੋਂ ਜਾਪਾਨ ਚਲਿਆ ਗਿਆ ਸੀ। ਉਹਨੇ ਉੱਥੇ ਪੂਰਾ ਹੋ ਗਿਆ ਜਾਪਾਨ 'ਚ ਹੀ, ਮਤਲਬ ਮੁੜ ਕੇ ਉਹ ਇੱਥੇ ਆਪਦੀ ਧਰਤੀ ਤੇ ਆ ਨਹੀਂ ਸਕੇ। ਤੇ ਪਰ ਉੱਥੇ ਸ਼ੰਘਾਈ ਰਹਿੰਦਿਆਂ ਉਹਨਾਂ ਦਾ ਸਰਦਾਰ ਬਸੰਤ ਸਿੰਘ ਸੁਰ ਸਿੰਘ ਵਾਲਾ ਸੀ, ਇੱਕ ਪੂਰਨ ਗੁਰਸਿੱਖ, ਉਹਨਾਂ ਨਾਲ ਦੋਸਤੀ ਪੈ ਗਈ, ਨੇੜੇ ਦੇ ਪਿੰਡਾਂ ਦੇ ਸੀ। ਸੋ ਉਹਨਾਂ ਦੀ ਵੀ ਲੜਕੀ ਸੀਗੀ ਜਵਾਨ, ਤੇ ਇੱਧਰੋਂ ਇਹਨਾਂ ਦਾ ਜਿਹੜਾ ਕਰਤਾਰ ਸਿੰਘ ਜਿਹੜਾ ਉਦੋਂ 7 ਸਾਲ ਦਾ ਸੀ, ਉਹ ਮੈਟ੍ਰਿਕ ਕਰਨ ਤੋਂ ਬਾਅਦ ਜਵਾਨ ਹੋ ਗਿਆ ਸੀ। ਸੋ ਉੱਥੇ ਕੁੜਮ ਬਣ ਗਏ, ਉੱਥੇ ਬੈਠਿਆਂ ਨਹੀਂ ਫੈਸਲਾ ਕਰ ਲਿਆ। ਸਰਦਾਰ ਬਸੰਤ ਸਿੰਘ ਆ ਗਏ ਤੇ ਉਹਨਾਂ ਨੇ ਆ ਕੇ ਚਲੋ ਉਹ ਵਿਆਹ ਕਰਤਾ, ਮਤਲਬ ਉਹਨਾਂ ਦਾ ਕਾਰਜ, ਤੇ ਆਪ ਉਹ ਮੋਰਚਿਆਂ ਵਿੱਚ ਸਰਗਰਮ ਹੋ ਗਿਆ। ਫਿਰ ਵਾਪਸ ਨਹੀਂ ਗਿਆ ਉਹ ਸਰਦਾਰ ਬਸੰਤ ਸਿੰਘ। ਉਹ ਸੁਰ ਸਿੰਘ ਦੇ ਮਹਿਲਾਂ ਵਾਲੀ ਪੱਤੀ ਦੇ ਸੀਗੇ ਤੇ ਉਹ ਮੁਖਤਿਆਰ ਕੌਰ ਉਹਨਾਂ ਦੀ ਲੜਕੀ ਸੀ, ਜਿਹਦੇ ਪੇਟੋਂ ਫਿਰ ਜਸਵੰਤ ਸਿੰਘ ਦਾ ਇਹ ਜਨਮ ਹੋਇਆ। ਹੁਣ ਇਹ ਹੈ ਵੀ ਇੱਕ ਪਾਸੇ ਤਾਂ ਆ ਸਾਰਾ ਵਿਰਸਾ ਪਿਆ, ਇਹ ਵਰਤਾਰਾ ਪੰਜਾਬ 'ਚ ਵਾਪਰਿਆ ਇਕੱਲੇ ਜਸਵੰਤ ਨਾਲ ਨਹੀਂ ਜੀ, ਹੋਰ ਵੀ ਬਹੁਤ ਸਾਰੇ ਬੰਦਿਆਂ ਨਾਲ। ਤੇ ਉਹਨਾਂ ਨੂੰ ਮਤਲਬ ਜਿਹੜੀ ਇੱਕ ਗੱਲ ਲੱਗਦੀ ਹੈ ਨਾ ਕਿ ਸਿੱਖੀ ਵੀ ਜ਼ੁਲਮ ਦੇ ਖਿਲਾਫ ਤੇ ਸਾਂਝੀਵਾਲਤਾ ਤੇ ਬਰਾਬਰੀ ਦੀ ਵਿਚਾਰਧਾਰਾ ਹੈ, ਇਹ ਕਿਤੇ ਬਣ ਗਿਆ ਲੋਕਾਂ ਨੂੰ ਵੀ ਜਿਹੜਾ ਮਾਰਕਸਵਾਦ ਹੈ। ਕਮਿਊਨਿਸਟਾਂ ਦਾ ਵੀ ਪ੍ਰੋਗਰਾਮ ਇਹੀ ਹੈ ਵੀ ਉਹ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਨੇ, ਮਜਲੂਮਾਂ ਨਾਲ ਕੱਢਦੇ ਨੇ, ਤੇ ਉਹ ਵੀ ਜਿਹੜੀ ਹੈਗੀ ਊਚ ਨੀਚ ਖਤਮ ਕਰਨੀ ਚਾਹੁੰਦੇ ਨੇ। ਇਹ ਹੁਣ ਸੱਚਾਈ ਵੀ ਹੈ, ਉਹਨਾਂ ਦਾ ਵੀ ਏਜੰਡਾ ਇਹੀ ਹੈ, ਇਹਨਾਂ ਦਾ ਵੀ ਇਹੀ। ਹੁਣ ਗਾਹਾਂ ਬਰੀਕੀ 'ਚ ਬੰਦਾ ਨਹੀਂ ਜਾਂਦਾ ਵੀ ਜਿਹੜੀ ਫਲਸਫੇ ਦੇ ਜਾ ਕੇ ਕਿੱਥੇ ਰੌਲਾ ਪੈਂਦਾ, ਉਹ ਆਪਾਂ ਬਾਅਦ 'ਚ ਕਰਾਂਗੇ। ਸੋ ਇਹ ਇੱਕ ਇਕੱਲੇ ਜਸਵੰਤ ਦੀ ਗੱਲ ਨਹੀਂ, ਇਹ ਕਿਤੇ ਸਾਨੂੰ ਲੱਗਦਾ ਹੀ ਨਹੀਂ ਸੀ ਵੀ ਅਸੀਂ ਸਿੱਖੀ ਤੋਂ ਟੁੱਟ ਰਹੇ ਹਾਂ ਜਾਂ ਸਿੱਖੀ ਦੇ ਉਲਟ ਜਾ ਰਹੇ ਹਾਂ। ਇਹ ਤਾਂ ਬਹੁਤ ਬਾਅਦ 'ਚ ਜਾ ਕੇ
ਪਤਾ ਲੱਗਦਾ, ਬੰਦੇ ਨੂੰ ਪਤਾ ਲੱਗਦਾ ਹੈ। ਪਰ ਉਹਦੇ 'ਚ ਮੈਂ ਮੇਹਰ ਸਿੰਘ ਅੱਜ ਤੁਹਾਨੂੰ ਇੱਕ ਗੱਲ ਦੱਸਦਾ, ਬੜਾ ਫਰਕ ਦੇਖਿਆ। ਜਿਹੜਾ ਮਾਝੇ 'ਚੋਂ ਵੀ ਬੰਦੇ ਕਮਿਊਨਿਸਟ ਲਹਿਰ 'ਚ ਆਏ ਤੇ ਮਾਲਵੇ 'ਚੋਂ ਵੀ, ਜਿੰਨੇ ਮਾਲਵੇ ਵਾਲੇ ਬੜੀ ਆਰਾਮ ਨਾਲ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਜਾਂ ਆਪਦੇ ਜਿਹੜਾ ਸਿੱਖੀ ਸਰੂਪ ਤਿਆਗ ਦਿੰਦੇ ਆ, ਮਾਝੇ ਵਾਲੇ ਭਾਵੇਂ ਕਮਿਊਨਿਸਟਾਂ 'ਚ ਵੀ ਆਉਣ ਜੀ, ਉਹ ਛੇਤੀ ਕੀਤਿਆਂ ਨਹੀਂ। ਸਿਗਰਟ ਤਾਂ ਮੈਂ ਕਦੇ ਕੋਈ ਦੇਖਿਆ ਹੀ ਨਹੀਂ ਸੀ ਵੀ ਕੋਈ ਮਾਝੇ ਦਾ ਕਾਮਰੇਡ ਸਿਗਰਟ ਵੀ ਪੀ ਸਕਦਾ। ਤੇ ਮਲਵਈ ਤਾਂ ਇੱਧਰ ਮਤਲਬ ਦੁਆਬਾ ਤੇ ਮਾਲਵਾ, ਇੱਥੇ ਤਾਂ ਇਹ ਬਹੁਤ ਵੱਡਾ ਵੈਲ ਬਣ ਗਿਆ, ਰੋਗ ਸੀਗਾ ਫੈਲਿਆ ਹੋਇਆ ਲਹਿਰ ਦੇ ਵਿੱਚ। ਸੋ ਇਸ ਕਰਕੇ ਜਸਵੰਤ ਸਿੰਘ ਨੂੰ ਇਹ ਨਹੀਂ ਸੀ ਲੱਗਦਾ ਵੀ ਕੋਈ ਬਹੁਤ ਵੱਡਾ ਵਿਰੋਧ ਹੈ। ਇਹ ਤਾਂ ਜਾ ਕੇ 1984 ਚ ਅੱਖਾਂ ਬਹੁਤ ਲੋਕਾਂ ਦੀਆਂ ਖੁੱਲੀਆਂ ਵੀ ਇਹ ਤਾਂ ਧਰਮ ਦੇ ਜਿਹੜਾ ਹੈ ਨਾ ਵੀ ਧਰਮ ਦੇ ਕਿੰਨੇ ਬੈਰੀ ਹੈ, ਕਿੰਨੀ ਇਹਨਾਂ ਨੂੰ ਨਫ਼ਰਤ ਹੈ, ਇਹ ਗੱਲ ਉਦੋਂ ਪਹਿਲਾਂ ਨਹੀਂ ਸੀ ਪਤਾ ਲੱਗਦੀ। ਇਹੀ ਘਟਨਾ ਸੀ ਜਿੱਥੋਂ ਸਿੱਖੀ ਵੱਲ ਮੋੜਾ ਕੱਟਿਆ ਉਹਨਾਂ ਨੇ ਦੁਬਾਰਾ। ਉਹਨੇ ਇਹੀ ਗੱਲ ਸੀ, ਬਹੁਤੇ ਬੰਦਿਆਂ ਨੇ, ਇਕੱਲੇ ਉਹ ਨਹੀਂ ਜੀ, ਮਤਲਬ ਬਹੁਤ ਬੰਦੇ ਸੀ ਜਿਨ੍ਹਾਂ ਨੇ ਜਾ ਕੇ ਇਹ ਮੋੜਾ ਕੱਟਿਆ। ਵੈਸੇ ਪਹਿਲਾਂ ਵੀ ਜਿਹੜੇ ਬੰਦੇ ਸੀਗੇ ਆਪਣੇ ਹੋਰ ਵੀ, ਤੇ ਉਹਨਾਂ ਜਿਵੇਂ ਹੁਣ ਆਪਣਾ ਨਛੱਤਰ ਸਿੰਘ ਰੋਡੇ ਜੀ, ਆਪ ਜੀ ਦੀ ਗੱਲ ਕਰ ਰਹੀ ਆਪ ਜੀ ਦੀ, ਮੈਂ ਵੀ, ਤੇ ਨਛੱਤਰ ਸਿੰਘ ਰੋਡੇ ਵੀ ਇਸ ਤਰ੍ਹਾਂ ਹੀ ਆਇਆ। ਮਤਲਬ ਉਹ ਆਇਆ 1971 ਚ। ਸੋ ਮੇਰੀ ਉਹਦੇ ਨਾਲ ਪਹਿਲੀ ਮੁਲਾਕਾਤ 24 ਜਨਵਰੀ 1971 ਨੂੰ ਹੁੰਦੀ ਹੈ। ਅਗਲੇ ਦਿਨ ਉਹ ਉੱਥੇ ਇੱਕ ਵੱਡਾ ਕਾਰਨਾਮਾ ਕਰਦੇ ਨੇ, ਉਹਦੇ 'ਚ ਉਹਦੇ ਵਾਰੰਟ ਨਿਕਲ ਜਾਂਦੇ ਨੇ, ਫਿਰ ਉਹ ਅੰਡਰਗਰਾਊਂਡ ਹੋ ਜਾਂਦਾ ਹੈ। ਤੇ ਅਸੀਂ ਉਹਨੂੰ ਡੱਬ ਵਾਲੀ ਕੋਲੇ ਇੱਕ ਪਿੰਡ ਬਾਂਡੀ ਹੈ, ਉੱਥੇ ਇੱਕ ਆਪਦੀ ਠਾਹਰ ਤੇ ਉਹਨੂੰ ਬਹੁਤ ਚਿਰ ਰੱਖਿਆ। ਚਲੋ ਬਾਅਦ ਦੇ ਵਿੱਚ ਫਿਰ ਉਹ ਹੋਰ ਉਹਦੀ ਜ਼ਿੰਦਗੀ ਦਾ ਸਾਰਾ ਉਹ ਸਾਡੇ ਨਾਲ ਹੀ ਮਤਲਬ ਉਹ ਵਿਚਰਿਆ। ਸੋ ਇਹ ਵਰਤਾਰਾ ਜਿਹੜਾ ਨਾ ਮਤਲਬ ਵੀ ਕਮਿਊਨਿਸਟਾਂ ਦਾ ਤੇ ਸਿੱਖੀ ਦਾ ਇਹ ਕਾਫੀ ਰਲਗੱਡ ਜਾ ਹੋਇਆ। ਆਪਾਂ ਜਦੋਂ ਕਮਿਊਨਿਸਟਾਂ ਬਾਰੇ ਗੱਲ ਕਰਾਂਗੇ ਨਾ, ਇਹਦੀਆਂ ਫਿਰ ਉਹ ਸਾਰੀਆਂ ਪਰਤਾਂ ਨਹੀਂ ਆਪਾਂ ਫਰੋਲਾਂਗੇ ਵੀ ਜਿੰਨਾ ਓਪਰੀ ਅੱਖ ਨੂੰ ਲੱਗਦਾ ਵੀ ਇਹ ਇੱਕੋ ਨਾ ਜਾਂ ਕੋਈ ਵੱਡਾ ਟਕਰਾਅ ਨਹੀਂ, ਟਕਰਾਅ ਬਹੁਤ ਡੂੰਘਾ ਹੈ। ਉਹ ਉਗੜਦਾ ਕਿਤੇ ਹੋਰ ਮੌਕੇ ਤੇ ਜਾ ਕੇ ਹੈ। ਸੋ ਉਸ ਜਨਰੇਸ਼ਨ ਨੂੰ, ਸਾਡੇ ਵਾਲੀ ਨੂੰ ਨਹੀਂ ਸੀ ਇਹ 84 ਨੇ ਅੱਖਾਂ ਬਹੁਤ ਲੋਕਾਂ ਦੀਆਂ ਜਾ ਕੇ ਖੋਲ੍ਹੀਆਂ। ਸੋ ਇਹ ਤਾਂ ਆਪਾਂ ਚਲੋ ਕਰਦੇ ਹਾਂ ਇਹਦੇ ਪਰਿਵਾਰਕ ਪਿਛੋਕੜ ਦੀ ਗੱਲ ਵੀ। ਇਹਦੇ ਉਹ ਰਗਾਂ ਦੇ ਵਿੱਚ ਜਿਹੜਾ ਖੂਨ ਸੀ ਉਹ ਤਾਂ ਉਹ ਇੱਕ ਜਿਹੜੇ ਸੂਰਮਿਆਂ ਦਾ ਸੂਰਾ ਪੱਤੀ, ਸੂਰਾ ਸਿੰਘ, ਤੇ ਫਿਰ ਦਾਦਾ ਵੀ ਉਸ ਤਰ੍ਹਾਂ ਦਾ, ਤੇ ਫਾਦਰ ਵੀ ਮਤਲਬ ਐਨ ਸਾਰੀ ਉਮਰ 94 ਸਾਲ ਦੀ ਉਮਰ ਭੋਗੀ ਆ ਉਹਨਾਂ ਨੇ। ਤੇ ਕਿਤੇ ਉਹਨਾਂ ਨੇ ਕਦਰਾਂ ਕੀਮਤਾਂ ਤੇ ਸਮਝੌਤਾ ਨਹੀਂ ਕੀਤਾ। ਈਵਨ ਇਹਦੇ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਨੇ ਸਖਤ ਹਦਾਇਤ ਕਰਤੀ ਸੀ ਵੀ ਕਿਤੋਂ ਕੋਈ ਪੈਸਾ ਨਹੀਂ ਲੈਣਾ, ਮੈਂ ਆਪੇ ਪੈਸਾ ਖਰਚੂ, ਝੋਲੀ ਨਹੀਂ ਅੱਡਣੀ। ਨਹੀਂ ਆਮ ਤੌਰ ਤੇ ਬੰਦਿਆਂ 'ਚ ਇਹ ਆਉਂਦਾ ਵੀ ਹੁਣ ਪੈਸਾ ਇਕੱਠਾ ਕਰ ਲਓ, ਵੀ ਕੋਈ ਇਹੀ ਜੀ ਕੋਈ ਸਾਡੇ 'ਚ ਕਮਜ਼ੋਰੀ ਨਾ ਆ ਜੇ ਇਸ ਤਰ੍ਹਾਂ ਦੀ। ਸੋ ਜਿਹੜਾ ਇਹ ਹੈ ਗੱਲ ਵੀ ਕੁਛ ਅਸੂਲਾਂ ਤੇ ਖੜਨਾ, ਇਹ ਜਸਵੰਤ ਦੇ ਵੀ ਸਾਰਾ ਮੈਂ ਉਹਨੂੰ ਦੇਖਿਆ, ਪੈਰ ਤੇ ਦੇਖਿਆ, ਉਹਦੇ ਵਿੱਚ ਵੀ ਸੀ। ਚਲੋ ਇਹ ਤਾਂ ਇੱਕ ਹੈਗੀ ਪਰਿਵਾਰਕ ਪਿਛੋਕੜ ਦੀ। ਉਦੋਂ ਬਾਅਦ ਜਿਹੜਾ ਉਹਦਾ ਨਕਸਲੀ ਜੀਵਨ ਆਪਾਂ ਇਹ ਤੇ ਬਹੁਤਾ ਸਮਾਂ ਨਾ ਲਾਈਏ। ਤੁਸੀਂ 73 ਚ ਉਹਨਾਂ ਨੂੰ ਮਿਲਦੇ ਹੋ ਤੇ 78 ਦੇ ਵਿੱਚ ਜਾ ਕੇ ਜਿਹੜਾ ਇੱਧਰ ਸਰਗਰਮੀ ਸ਼ੁਰੂ ਹੋ ਜਾਂਦੀ ਹੈ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਉਹਨਾਂ ਦਾ ਨਾਂ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ, ਆਨੰਦਪੁਰ ਦੇ ਮਤੇ ਦੀ ਗੱਲ ਵੀ ਆਉਂਦੀ ਹੈ, ਧਰਮੀ ਯੁੱਧ ਮੋਰਚੇ ਦੀ ਵੀ ਗੱਲ ਆਉਂਦੀ ਹੈ। ਇਹ ਸਾਰੇ ਸੰਘਰਸ਼ ਦੇ ਪ੍ਰਤੀ ਉਹਨਾਂ ਦੀ ਕੀ ਜਿਹੜੀ ਸੂਝ-ਬੂਝ ਸੀਗੀ, ਉਹ ਕੀ ਕਹਿੰਦੇ ਸੀ, ਕੀ ਸੋਚਦੇ ਸੀ ਇਸ ਬਾਰੇ? ਦੇਖੋ ਇਹ ਤਕਰੀਬਨ ਸਾਰੇ ਕਮਿਊਨਿਸਟਾਂ ਦੀ ਇੱਕ ਸਾਂਝੀ ਜੀ ਸੂਝ ਸੀ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਹੈ ਨਾ ਨਜ਼ਰੀਆ, ਦ੍ਰਿਸ਼ਟੀਕੋਣ, ਉਹਦੇ 'ਚ ਗੜਬੜ ਹੈ। ਉਹ ਗੜਬੜ ਇਹ ਹੈ ਵੀ ਅਸਲ ਮਸਲੇ ਆਰਥਿਕ ਹੈ, ਜਮਾਤੀ ਹੈ, ਗਰੀਬ ਤੇ ਅਮੀਰ ਦਾ, ਜਿਹੜਾ ਧਰਮ ਦਾ, ਕਲਚਰ ਦਾ, ਭਾਸ਼ਾ ਦਾ, ਇਹ ਜਿਹੜੇ ਇਹਨੂੰ ਕਹਿੰਦੇ ਨੇ ਇਹ ਆਇਡੈਂਟੀਟੀ ਪੋਲੀਟਿਕਸ, ਵੀ ਇਹ ਲੋਕਾਂ ਨੂੰ ਉੱਧਰੋਂ ਪਾਸੇ ਲਿਜਾਂਦੀ ਹੈ, ਰਾਹ ਤੋਂ ਤਿਲਕਾ ਕੇ। ਸੋ ਜਿਹੜੀ ਵੀ ਕੋਈ ਇਹੋ ਜਿਹੀ ਲਹਿਰ ਉੱਠਦੀ ਸੀ ਉਹਦੇ ਪ੍ਰਤੀ ਵਿਰੋਧ ਹੁੰਦਾ ਸੀ ਵੀ ਇਹ ਅਸਲੀ ਗੱਲ ਤੋਂ ਲੋਕਾਂ ਦਾ ਧਿਆਨ ਹਟਾ ਰਹੇ ਨੇ। ਸੋ ਇਹ ਸਾਰਿਆਂ ਦਾ ਹੀ ਤਕਰੀਬਨ ਇਹ ਅੱਜ ਵੀ ਨਿਰੰਤਰ ਜਾਰੀ ਹੈ। ਉਹਨਾਂ ਦਾ ਤਾਂ ਚਲੋ ਨਿਰੰਤਰ ਜਾਰੀ ਹੈ, ਪਰ ਆਪਣਾ 84 ਤੋਂ ਬਾਅਦ ਬਹੁਤ ਵੱਡੇ ਹਿੱਸੇ ਦਾ ਇਹ ਫਰਕ ਪੈ ਗਿਆ ਸੀ। ਤੇ ਪੰਜਾਬ ਤੋਂ ਬਾਹਰ ਕਮਿਊਨਿਸਟਾਂ ਨੇ ਵੀ ਹੁਣ ਆਪਦੀ ਇਹ ਕਾਫੀ ਹੱਦ ਤੱਕ ਇਹ ਪੋਜੀਸ਼ਨ ਬਦਲ ਲਈ ਹੈ ਹਕੀਕਤ ਨੂੰ ਦੇਖ ਕੇ ਵੀ ਇਹ ਸਾਡਾ ਦ੍ਰਿਸ਼ਟੀਕੋਣ ਠੀਕ ਨਹੀਂ ਸੀ। ਚਲੋ ਇਹ ਸਾਡੇ ਵਾਸਤੇ ਮਸਲਾ ਨਹੀਂ, ਉਹ ਕੀ ਕਰਦੇ ਨੇ, ਕੀ ਆ ਉਹਨਾਂ ਦੀ। ਸੋ ਇੱਥੇ ਮਤਲਬ ਮੈਂ ਤੁਹਾਨੂੰ ਦੱਸਣ ਦੀ ਗੱਲ ਇਹੀ ਸੀਗੀ ਵੀ ਉਸ ਨੇ ਫਿਰ ਇਹ ਲਗਾਤਾਰ ਸਰਗਰਮੀ ਕੀਤੀ, ਐਮਰਜੈਂਸੀ ਲੱਗੀ, ਐਮਰਜੈਂਸੀ ਦੇ ਵਿੱਚ ਵੀ ਸਰਗਰਮ ਰਹੇ। ਤੇ ਐਮਰਜੈਂਸੀ 'ਚ ਇੱਕ ਘਟਨਾ ਬੜੀ ਤੁਹਾਨੂੰ ਦੱਸਦਾ ਵੀ 1975 ਦੇ ਵਿੱਚ 9ਵੇਂ ਪਾਤਸ਼ਾਹ ਦਾ 300 ਸਾਲਾ
ਸ਼ਹੀਦੀ ਪੁਰਬ ਸੀ ਜੀ ਤੇ ਜ਼ੁਲਮ ਵੀ ਸਿਖਰਾਂ ਤੇ ਸੀ। ਹੂੰ। ਅੱਜ ਬੰਦਿਆਂ ਨੂੰ ਪਤਾ ਨਹੀਂ ਐਮਰਜੈਂਸੀ ਕੀ ਸੀ, ਖੌਫ ਸੀ ਲੋਕਾਂ ਦੇ ਮਨਾਂ ਤੇ ਵੀ ਕੋਈ ਆਵਾਜ਼ ਹੀ ਨਹੀਂ, ਕਿਤੇ ਇਕੱਠੇ ਨਹੀਂ ਹੋ ਸਕਦੇ। ਜੀ ਉਦੋਂ ਫਿਰ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ, ਉਹਨਾਂ ਨੇ ਮਤਲਬ ਇਹ ਪਹਿਲ ਕਦਮੀ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਸ਼ਹੀਦੀ ਮਾਰਚ ਲੈ ਕੇ ਜਾਣਾ ਦਿੱਲੀ ਤੱਕ। ਹੂੰ। ਬਾਬੇ ਬਕਾਲੇ ਸਾਹਿਬ ਤੋਂ ਸ਼ੁਰੂ ਕੀਤਾ ਤੇ ਦਿੱਲੀ ਤੱਕ ਲੈ ਕੇ ਗਏ ਸੀ। ਹਾਂਜੀ, ਤੇ ਉਹ ਮਾਰਚ ਮੈਂ ਆਪ ਆਪਦੀ ਅੱਖੀਂ ਝਵਾਲ ਦੇਖਿਆ ਆ ਤਰਨਤਾਰਨ। ਉਸ ਦੇ ਵਿੱਚ ਜੋ ਜਜ਼ਬਾ, ਜੋ ਸੰਗਤਾਂ ਦਾ ਇਕੱਠ, ਉਹ ਦੇਖਣ ਵਾਲਾ ਸੀ। ਉਹ ਇੱਕ ਸੰਕੇਤ ਮਿਲ ਗਿਆ ਸੀ ਵੀ ਹੁਣ ਅਗਲੀ ਦਿਸ਼ਾ ਕਿੱਧਰ ਨੂੰ ਹੋ। ਸੋ ਉਸ ਦਾ ਵੀ ਜਸਵੰਤ ਸਿੰਘ ਨੇ ਕੀ ਕੀਤਾ, ਕਮਿਊਨਿਸਟ ਹੁੰਦਿਆਂ ਹੋਇਆਂ 9ਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਤੇ ਪਿੰਡ ਵਿੱਚ ਅਖੰਡ ਪਾਠ ਖੁਲਾਇਆ। ਨੌਜਵਾਨ ਭਾਰਤ ਸਭਾ ਵੱਲੋਂ ਆਪ ਸਾਰਾ ਪਾਠ ਕੀਤਾ, ਆਪ ਹੀ ਸੇਵਾ ਕੀਤੀ ਤੇ ਭੋਗ ਪਾਇਆ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਜਿਹੜਾ ਆਪਾਂ ਨਗਰ ਕੀਰਤਨ ਕਹਿੰਦੇ ਆ ਪਿੰਡ 'ਚ, ਉਹ ਕੀਤਾ। ਤੇ ਉਹਦੇ 'ਚ 5 ਜਿਹੜੇ ਸਿੰਘ ਸੀਗੇ, 5 ਪਿਆਰਿਆਂ ਦੇ ਪਿੱਛੇ ਉਹ ਬੰਦੂਕਾਂ ਚੁੱਕ ਕੇ ਤੁਰੇ। ਉਦੋਂ ਪਿੱਛੇ 40 ਸਿੰਘ ਮਤਲਬ ਵਰਸ਼ੇ, ਤਲਵਾਰਾਂ ਲੈ ਕੇ, ਇੱਕ ਹਥਿਆਰਾਂ ਦਾ ਪ੍ਰਦਰਸ਼ਨ ਸੀ ਜੀ ਕਿ ਲੋੜ ਪੈਣ ਤੇ ਅਸੀਂ ਇਹਦੇ ਵਾਸਤੇ ਵੀ ਤਿਆਰ ਹਾਂ। ਮਤਲਬ ਆਹ ਗੱਲ ਕਿਤੇ ਜਸਵੰਤ ਸਿੰਘ ਦੇ ਜਾਂ ਸਾਰੇ, ਇਹ ਸਾਡੇ ਸਾਰਿਆਂ ਦੇ ਸੀ। ਵੈਸੇ ਅਸੀਂ ਹਥਿਆਰਬੰਦ ਸੰਘਰਸ਼ ਵਾਲੀ ਉਹ ਬੰਦੇ ਹਾਮੀ ਸੀਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਜਿਹੜੀਆਂ ਆਪਾਂ ਘੰਟਿਆਂ ਬੱਧੀ ਕਰ ਸਕਦੇ ਹਾਂ, ਪਰ ਮੈਨੂੰ ਮੇਰਾ ਮਤਲਬ ਜੀ ਇਹ ਕਰਦਾ ਵੀ ਅੱਜ ਦੀ ਗੱਲਬਾਤ 'ਚ ਵੀ ਜਸਵੰਤ ਸਿੰਘ ਦੀ ਜਿਹਨੂੰ ਕਹਿੰਦੇ ਆ ਨਾ ਇਵੋਲਵ ਕਿਵੇਂ ਹੋਇਆ, ਉਹ ਕਿਹੜੇ ਕਿਹੜੇ ਦੌਰਾਂ ਵਿੱਚੋਂ ਹਰ ਬੰਦਾ ਹੀ ਲੰਘਦਾ, ਮੈਂ ਵੀ ਲੰਘਿਆ, ਦੂਜੇ ਬੰਦੇ ਵੀ, ਤੇ ਹੁੰਦੇ ਨੇ ਕੁਛ ਜਿਹੜੇ 40 ਸਾਲ ਉੱਥੇ ਹੀ ਉਵੇਂ ਹੀ ਖੜੇ ਰਹਿੰਦੇ ਨੇ। ਪਰ ਜਸਵੰਤ ਸਿੰਘ ਨੂੰ ਵੀ ਮੈਂ ਬਦਲਦੇ ਦੇਖਿਆ, ਉਹਨੇ ਮੈਨੂੰ ਵੀ ਬਦਲਦੇ ਦੇਖਿਆ। ਤੇ ਉਹ ਮੈਂ ਚਾਹੁੰਦਾ ਮਤਲਬ ਵੀ ਕੁਛ ਗੱਲਾਂ ਜਿਹੜੀਆਂ ਨਾ ਆਪਾਂ ਉਹ ਨਾ ਵੀ ਉਹ ਕਿਵੇਂ ਜੇ ਉਹਦੇ ਵਿੱਚੋਂ ਫਰਕ ਆਉਂਦੇ ਨੇ। ਨਕਸਲੀ ਲਹਿਰ ਦੇ ਜਿਹੜੇ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਉਹਨੂੰ ਦਬਾਉਣ ਦੇ ਲਈ ਵੀ ਸਰਕਾਰ ਨੇ ਜਿਹੜਾ ਉਹ ਝੂਠੇ ਪੁਲਿਸ ਮੁਕਾਬਲੇ ਬਣਾਏ। ਮੇਰੇ ਖਿਆਲ ਨਾਲ ਉਸੇ ਸਮੇਂ ਦੇ ਵਿੱਚ ਇੱਕ ਐਸੋਸੀਏਟ ਫੋਰ ਡੈਮੋਕ੍ਰੈਟਿਕ ਰਾਈਟਸ ਦੀ ਇੱਕ ਸੰਸਥਾ ਬਣਦੀ ਹੈ ਜਿਹੜੀ ਉਹ ਗੱਲ ਕਰਦੀ। ਫਿਰ ਉੱਥੇ ਜਾ ਕੇ 82 ਦੇ ਵਿੱਚ ਕੁਲਵੰਤ ਸਿੰਘ ਨਾਗੋਕੇ ਦਾ ਕਤਲ ਹੁੰਦਾ ਤੇ ਭਾਈ ਕੁਲਵੰਤ ਸਿੰਘ ਨਾਗੋਕੇ ਦੇ ਕਤਲ ਦੀ ਜਿਹੜੀ ਸਾਰੀ ਸਚਾਈ ਹੈ ਉਹ ਉਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਮੂਹਰੇ ਲੈ ਕੇ ਆਉਂਦੇ ਨੇ, ਖਾਲੜਾ ਮੂਹਰੇ ਲੈ ਕੇ ਆਉਂਦੇ ਨੇ, ਤੇ ਲੈ ਕੇ ਆਉਂਦੇ ਨੇ ਉਸ ਜਥੇਬੰਦੀ ਵੱਲੋਂ ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੇਟ AFDR ਕਹਿੰਦੇ ਆ, ਉਹ ਹੈ ਨਕਸਲੀਆਂ ਦੀ ਹੈ ਉਹ ਨਕਸਲੀਆਂ ਦੀ। ਪਰ ਮੈਂ ਤੁਹਾਨੂੰ ਦੱਸਿਆ ਮਾਝੇ ਦਾ ਫਰਕ ਸੀ ਉਦੋਂ ਜੀ। ਇਹ ਫਿਰ ਬਾਅਦ 'ਚ ਜਾ ਕੇ ਫਰਕ ਜਿਹੜਾ ਨਾ ਜਦੋਂ ਖਾੜਕੂ ਲਹਿਰ ਆਰੰਭ ਹੋਈ ਉਦੋਂ ਜਾ ਕੇ ਇਸ ਗੱਲ ਦਾ ਫਰਕ ਪੈਣਾ ਸ਼ੁਰੂ ਹੋਇਆ। ਈਵਨ ਬਲਦੇਵ ਮਾਨ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ, ਅਸੀਂ ਉਹਨੂੰ ਮਿਲਦੇ ਰਹੇ ਹਾਂ। ਇਹ ਫੇਰ ਜਾ ਕੇ ਜਦੋਂ ਲਹਿਰ ਉੱਠ ਖੜੀ ਤੇ ਉਹਨਾਂ ਨੂੰ ਲੱਗਿਆ ਵੀ ਸਾਡਾ ਤਾਂ ਸਪੇਸ ਸਾਰਾ ਮਤਲਬ ਉਹ ਇੱਕ ਹਰ ਕਮਿਊਨਿਸਟ ਦੇ ਮਨ 'ਚ ਨਾ ਜਿਹੜੀ ਇਹ ਧਾਰਨਾ ਬਣ ਜਾਂਦੀ ਹੈ, ਇਲੂਜਨ ਭਰਮ ਪਾਲ ਲੈਂਦਾ ਵੀ ਇਨਕਲਾਬੀ ਤਾਂ ਅਸੀਂ ਹੋਰ ਤਾਂ ਕੋਈ ਹੋ ਹੀ ਨਹੀਂ ਸਕਦਾ। ਉਹ ਇਹ ਮੰਨਣ ਨੂੰ ਤਿਆਰ ਨਹੀਂ ਸੀ ਵੀ ਇਹ ਵੀ ਬੰਦੇ ਬਹਾਦਰ ਨੇ, ਇਹ ਵੀ ਸੂਰਮੇ ਹੈ, ਇਹ ਵੀ ਲੜ ਰਹੇ। ਉਹ ਨਹੀਂ ਇਸ ਗੱਲ। ਸੋ ਇਹ ਜਦ ਬਾਅਦ ਦੇ ਵਿੱਚ ਗੱਲ ਆਈ ਤੇ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਪਹਿਲੀ ਇਨਵੈਸਟੀਗੇਸ਼ਨ, ਜਿਹਦਾ ਮਤਲਬ ਇਹਦੇ ਮਨ ਦਾ ਇੱਕ ਝੁਕਾਅ ਉਹ ਦਿਸਦਾ ਸੀ। ਉਦੋਂ ਪਹਿਲਾਂ ਇੱਕ ਤਾਰਕੁੰਡੇ ਕਮਿਸ਼ਨ ਬਣਿਆ ਸੀ, ਜਦੋਂ ਐਮਰਜੈਂਸੀ ਖਤਮ ਹੋਈ ਇੱਕ ਕਮਿਸ਼ਨ ਬਣਿਆ ਇਨਕੁਆਇਰੀ ਕਰਨ ਵਾਸਤੇ। 100 ਦੇ ਲਗਭਗ ਨਕਸਲੀ ਪੁਲਿਸ ਨੇ ਜਿਹੜੇ ਮਾਰੇ ਝੂਠੇ ਪੁਲਿਸ ਮੁਕਾਬਲਿਆਂ 'ਚ। ਉਹਦੇ ਜਿਹੜਾ VM ਤਾਰਕੁੰਦੇ ਹੈ ਉਹ ਪ੍ਰਸਿੱਧ ਕਾਨੂੰਨਦਾਨ ਹੈ, ਉਹ ਸੀ। ਨਾਲ ਦਾਰਾ ਸਿੰਘ ਐਡਵੋਕੇਟ ਜਿਹੜਾ ਕੈਪਟਨ ਕਮਲਜੀਤ ਸਿੰਘ ਜਿਹੜਾ ਬਾਅਦ ਜਾ ਕੇ ਮਿਨਿਸਟਰ ਬਣਿਆ, ਉਹਨਾਂ ਦੇ ਪਿਤਾ ਸੀ ਤੇ ਅਕਾਲੀ ਸੀਗੇ, ਉਹ ਵੀ ਉਹਦੇ ਵਿੱਚ ਸੀ। ਇੱਕ ਰੋਸ਼ਨ ਲਾਲ ਬੱਤਾ ਸੀ ਚੰਡੀਗੜ੍ਹ ਦਾ, ਮਤਲਬ ਕੁਲਦੀਪ ਨਈਅਰ ਸੀ, ਅਰਨ ਸ਼ੌਰੀ ਸੀ। ਸੋ ਇਹਨਾਂ ਨੇ ਇੱਕ ਪਹਿਲੀ ਬੈਠਕ ਜਿਹੜੀ ਕੀਤੀ ਉਹ ਬਰਨਾਲੇ ਕੀਤੀ ਸੀ। ਤੇ ਉਸ ਬੈਠਕ ਦੇ ਵਿੱਚ ਜਿੱਥੇ ਸੁਣਵਾਈ ਹੋਈ, ਗਵਾਹ ਭੁਗਤਾਏ ਗਏ, ਉਹਦੇ ਵਿੱਚ ਜਸਵੰਤ ਸਿੰਘ ਨੇ ਕਾਫੀ ਅਹਿਮ ਰੋਲ ਨਿਭਾਇਆ ਸੀਗਾ। ਉਹ ਲੋਕਾਂ ਨੂੰ ਉੱਥੇ ਉਹ ਗਵਾਹੀਆਂ ਦਿਵਾਉਣ ਵਾਸਤੇ, ਜਿਹਦਾ ਮਤਲਬ ਹੁਣ ਇਹ ਗੱਲ 1977 ਦੀ ਹੈ। ਸੋ ਇਹ ਗੱਲ ਜਿਹੜੀ ਉਹਦੇ ਮਨ 'ਚ ਪਹਿਲਾਂ ਤੋਂ ਹੀ ਸੀਗੀ ਕਿਤੇ। ਘਰੇ ਤੋਂ ਬਾਅਦ ਖਾੜਕੂ ਸੰਘਰਸ਼ ਸ਼ੁਰੂ ਹੋ ਜਾਂਦਾ। ਹਾਂਜੀ, ਉਸ ਤੋਂ ਬਾਅਦ ਜਿਹੜੀ ਸਟਰਗਲ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਕਿਹੋ ਜਿਹੀ ਭੂਮਿਕਾ ਰਹੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ? ਤੇ ਆਪਾਂ ਵਿਚਾਰਧਾਰਕ ਤੌਰ ਤੇ, ਰਾਜਸੀ ਤੌਰ ਤੇ ਉਹਨਾਂ ਦੇ ਕਿਹੜੇ ਪੱਖ ਜਿਹੜੇ ਲੁਕਵੇਂ ਰਹਿ ਗਏ ਉਹਨਾਂ ਦੇ ਬਾਰੇ ਦੱਸੋ। ਦੇਖੋ, ਉਹਦੇ ਵਿੱਚੋਂ ਉਦੋਂ ਅਸੀਂ ਬਿਲਕੁਲ ਅਲੱਗ-ਅਲੱਗ ਸੀਗੇ। ਇੱਕ ਉਸ ਮੌਕੇ ਜਥੇਬੰਦੀ, ਸਾਡੀ ਜਥੇਬੰਦੀ ਤਾਂ ਉਹ ਜਿਹੜੀ ਨਕਸਲੀ, ਅਸੀਂ ਤਾਂ ਮਤਲਬ 84 ਤੋਂ ਬਾਅਦ
ਬਿਲਕੁਲ ਉਹਨਾਂ ਨਾਲ ਤੋੜ ਵਿਛੋੜਾ ਕਰਕੇ ਇੱਕ ਪੈਗਾਮ ਗਰੁੱਪ ਕਹਿੰਦੇ ਸੀਗੇ, ਹੈ ਨਾ, ਜਨਤਕ ਪੈਗਾਮ ਅਸੀਂ ਪਰਚਾ ਕੱਢਦੇ ਸੀ। ਅਸੀਂ ਤਾਂ ਖੁੱਲ੍ਹ ਕੇ ਜਿਹੜੀ ਪੋਜੀਸ਼ਨ ਆ ਹਥਿਆਰਬੰਦ ਸੰਘਰਸ਼ ਦੇ ਤੇ ਆਜ਼ਾਦੀ ਦੇ ਇਹਦੇ ਪੱਖ 'ਚ ਲੈ ਲਈ ਸੀ। ਲਗਾਤਾਰ ਉਹ ਪ੍ਰਚਾਰ ਕੀਤਾ ਤੇ ਲਗਾਤਾਰ ਜ਼ੁਲਮ ਦੇ ਖਿਲਾਫ ਰਿਪੋਰਟਾਂ ਛਾਪੀਆਂ, ਵਾਈਟ ਪੇਪਰ ਵੀ ਜਾਰੀ ਕੀਤਾ ਜਦੋਂ ਗੋਬਿੰਦ ਰਾਮ ਨੇ ਬੀਬੀਆਂ ਤੇ ਜ਼ੁਲਮ ਕੀਤੇ, ਹੈ ਨਾ, ਉਹ ਸਾਰਾ ਕੁਛ। ਜਸਵੰਤ ਸਿੰਘ ਖਾਲੜਾ ਦਾ ਕਿਤੇ ਮੇਲ ਹੋ ਗਿਆ ਇੱਕ ਆਰਪੀ ਸਰਾਫ ਨਾਂ ਦਾ ਨਕਸਲੀ ਸਾਂਬਾ ਦਾ, ਜੰਮੂ ਦਾ ਸੀ। ਉਹਨੂੰ ਮਤਲਬ ਇਹ ਲੱਗਿਆ ਵੀ ਯਾਰ ਉਹ ਜਿਹੜੀ ਨਕਸਲੀ ਲਹਿਰ ਸੀ, ਉਹ ਵੀ ਨਕਸਲੀ ਲਹਿਰ 'ਚੋਂ ਆਇਆ ਸੀ, ਕੇਂਦਰੀ ਕਮੇਟੀ ਮੈਂਬਰ ਸੀਗਾ ਸੈਂਟਰ ਦਾ। ਉਹਨੂੰ ਇਹ ਲੱਗਿਆ ਵੀ ਇਹ ਜਿਹੜਾ ਹਥਿਆਰਾਂ ਵਾਲਾ ਕੰਮ ਹੈ ਨਾ, ਹਿੰਸਾ ਵਾਲਾ, ਇਹ ਬਹੁਤ ਗਲਤ ਹੈ। ਉਹ ਫਿਰ ਬਣ ਗਿਆ ਵੀ ਨਹੀਂ, ਹਿੰਸਾ ਨਹੀਂ ਕਿਸੇ ਮਸਲੇ ਦਾ ਹੱਲ, ਜਮਹੂਰੀ ਢੰਗ ਨਾਲ ਹੀ ਮਸਲੇ ਹੱਲ ਹੋਣ। ਤੇ ਜਸਵੰਤ ਨੂੰ ਵੀ ਇਹ ਕਿਤੇ ਗੱਲ ਕੈਲ ਕਰ ਗਈ ਤੇ ਇਹਨਾਂ ਨੇ ਫਿਰ ਲੰਮਾ ਚਿਰ ਇਸ IDP ਨਾਲ ਰਲ ਕੇ ਕੰਮ ਕੀਤਾ ਤੇ ਸਿੱਖ ਸੰਘਰਸ਼ ਦੇ ਪੱਖ 'ਚ ਵੀ ਖੜੇ, ਬਿਲਕੁਲ ਪੱਖ 'ਚ ਖੜੇ ਵੀ ਜ਼ੁਲਮ ਇਹਨਾਂ ਤੇ ਨਜਾਇਜ਼ ਹੋ ਰਿਹਾ। ਉਹਨਾਂ ਦਾ ਨਾਰਾ ਇਹ ਸੀ, ਪੰਜਾਬ ਮਸਲੇ ਦਾ ਹੱਲ ਕਰੋ, ਖਾੜਕੂਆਂ ਨਾਲ ਗੱਲ ਕਰੋ, ਵੀ ਆ ਕੇ ਗੱਲਬਾਤ ਦੀ ਮੇਜ਼ ਤੇ ਬੈਠੋ, ਇਹਨਾਂ ਦੇ ਜੋ ਵੀ ਹੈਗੇ ਨੇ ਮਤਲਬ ਸ਼ਿਕਵੇ, ਮੰਗਾਂ, ਜੋ ਜ਼ੁਲਮ ਅਨਿਆਂ, ਉਹਦਾ ਕੋਈ ਹੱਲ ਕੱਢੋ। ਇਹ ਜਿਹੜਾ ਜ਼ਬਰ ਹੈ, ਇਹ ਜ਼ੁਲਮ, ਇਹਦਾ ਹੱਲ ਨਹੀਂ। ਪਰ ਮੈਂ ਨਹੀਂ ਕੋਈ ਜਸਵੰਤ ਸਿੰਘ ਦੀ ਇੱਕ ਵੀ ਕਿਤੇ ਅੱਖਰ ਪੜ੍ਹਿਆ ਵੀ ਉਹਨੇ ਹਥਿਆਰਬੰਦ ਸੰਘਰਸ਼ ਨੂੰ ਮਾੜਾ ਕਿਹਾ ਹੋਵੇ। ਪਰ ਉਂਝ ਜਿਹੜੀ ਉਹਨਾਂ ਦੀ ਫਿਲਾਸਫੀ ਸੀ ਉਸ ਪਾਰਟੀ ਦੀ, ਉਹ ਇਹੀ ਸੀ। ਸੋ ਇਹ ਤਕਰੀਬਨ ਉਹਦਾ 1991 ਦੇ ਵਿੱਚ ਤੱਕ ਇਹ ਨਾਰਾ ਚੱਲਿਆ। ਪਰ ਜਸਵੰਤ ਸਿੰਘ ਦੀ ਜਿਹੜੀ ਇੱਕ ਦ੍ਰਿਸ਼ਟੀਕੋਣ ਸੀ ਨਾ ਵੱਡਾ, ਉਹ ਤੁਸੀਂ ਦੇਖੋ ਵੀ ਜਦੋਂ 1990 ਦੇ ਵਿੱਚ ਸ਼ਾਇਦ ਕੰਡਿਆਲੀ ਟਾਰ ਲੱਗਣੀ ਸ਼ੁਰੂ ਹੋਈ ਪਾਕਿਸਤਾਨ ਬਾਰਡਰ ਤੇ, ਸੀ ਤਾਂ ਉਹ ਸਾਰਾ ਖਾੜਕੂਆਂ ਨੂੰ ਰੋਕਣ ਵਾਸਤੇ ਵੀ ਪਾਕਿਸਤਾਨ ਨਾਲ ਕਨੈਕਸ਼ਨ ਤੋੜਨਾ ਹੈ। ਹੁਣ ਉਹ ਤਾਰ ਜਦੋਂ ਲੱਗਣੀ ਸ਼ੁਰੂ ਹੋਈ ਤੇ ਜਿਹੜੇ ਬਾਰਡਰ ਦੇ ਲੋਕ ਸੀਗੇ ਉਹਨਾਂ ਨੂੰ ਉਹ ਜਿਵੇਂ 2-2 ਕਿਲੋਮੀਟਰ ਨੇੜੇ ਨਹੀਂ ਸੀ ਜਾਣ ਦਿੰਦੇ, ਉਹਨਾਂ ਦੇ ਖੇਤ ਉੱਥੇ, ਸਾਰੇ ਕੰਮ ਕਰਨਾ ਉੱਥੇ, ਉਹ ਬਹੁਤ ਮੁਸ਼ਕਲਾਂ ਬਣੀਆਂ। ਫਿਰ ਇਹਨੇ ਜਸਵੰਤ ਨੇ ਹਿੰਦ ਪਾਕ ਬਾਰਡਰ ਕਮੇਟੀ ਬਣਾਈ, ਉਸ ਦੇ ਉੱਤੇ ਮੁਜ਼ਾਹਰੇ ਕੀਤੇ, ਪ੍ਰਚਾਰ ਕੀਤਾ, ਪਰਚਾ ਕੱਢਿਆ। ਫਿਰ ਇੱਕ ਦਿਨ 50 ਘੰਟੇ ਦੀ ਸਮੂਹਕ ਭੁੱਖ ਹੜਤਾਲ ਵੀ ਰੱਖੀ ਵੀ ਜਿਹੜਾ ਆ ਜਿਉਣਾ ਦੁੱਬਰ ਕੀਤਾ ਪਿਆ। ਹੁਣ ਮੁੱਦਾ ਤਾਂ ਚੱਕਿਆ ਉਹਨੇ ਠੋਸ, ਆ ਤਾਰ ਵਾਲਾ, ਪਰ ਜਿਹੜੀ ਉਹ ਪੋਲੀਟਿਕਸ ਲੈ ਕੇ ਗਿਆ ਨਾ, ਇਹ ਦੇਖਣ ਵਾਲੀ ਹੈ, ਸਿੱਖਣ ਵਾਲੀ ਹੈ। ਉਹਨੇ ਕਿਹਾ ਵੀ ਤਾਰਾਂ ਤਾਂ ਅੱਜ ਮਿਟ ਰਹੀਆਂ, ਚੱਕੀਆਂ ਜਾ ਰਹੀਆਂ, ਜਿਵੇਂ ਜਰਮਨੀ 'ਚ ਉਦੋਂ ਜਿਹੜੀ ਬਰਲਿਨ ਦੀ ਕੰਧ ਸੀ ਉਹ ਢਾਹੀ ਜਾ ਚੁੱਕੀ ਸੀ, ਵੀ ਇੱਕ ਪਾਸੇ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਤੇ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਜਿਹੜੀ ਪਾਕਿਸਤਾਨ ਗੱਲ ਉਹਦੇ ਸੀ, ਜਿਹੜੇ ਪਾਕਿਸਤਾਨ ਨਾਲ ਦੁਸ਼ਮਣੀ ਹੈ ਨਾ, ਇਹ ਖਤਮ ਹੋਣੀ ਚਾਹੀਦੀ ਹੈ, ਉਹਦੇ ਨਾਲ ਦੋਸਤੀ ਬਣਨੀ ਚਾਹੀਦੀ ਹੈ। ਤੇ ਇਹ ਹੁਣ ਗੱਲ ਬਹੁਤ ਵੱਡੀ ਸੀ ਉਸ ਮੌਕੇ ਦੇ ਉੱਤੇ ਲੈ ਕੇ ਆਉਣਾ ਤੇ ਓਪਨਲੀ ਇਸ ਗੱਲ ਦਾ ਪ੍ਰਚਾਰ ਕਰਨਾ। ਸੋ ਇਹ ਇੱਕ ਉਦਾਹਰਨ ਵੀ ਹੈ ਵੀ ਤੁਸੀਂ ਮੁੱਦਾ ਭਾਵੇਂ ਉਸ ਮੌਕੇ ਦਾ ਭਖਿਆ ਹੋਇਆ ਚੁੱਕਦੇ ਹੋ, ਜਿਵੇਂ ਅੱਜ 3 ਬਿੱਲ ਹੈ ਕਿਸਾਨੀ ਦੇ, ਜਿੱਥੇ ਕਾਮਰੇਡਾਂ ਨਾਲ ਰੌਲਾ ਵੀ ਪੈਂਦਾ ਹੈ, ਉਹ ਕਹਿਣਗੇ ਇੱਥੋਂ ਤੱਕ ਹੀ ਰਹੋ, ਇਦੋਂ ਅੱਗੇ ਗੱਲ ਨਾ ਲਿਜਾਓ। ਜਸਵੰਤ ਹਰ ਮਸਲੇ ਤੇ ਮੁੱਦਾ ਉਸ ਮੌਕੇ ਦਾ ਭਖਿਆ ਹੋਇਆ ਚੁੱਕਦਾ ਹੈ, ਪਰ ਇੱਕ ਵੱਡੀ ਲੋਕਾਂ ਕੋਲੇ ਵਿਜ਼ਨ ਲੈ ਕੇ ਜਾਂਦਾ ਹਰ ਗੱਲ ਬਾਰੇ ਵੀ ਇਹ ਕੀ ਹੈ, ਇਹ ਸਾਰਾ ਸਿਸਟਮ ਕੀ ਹੈ, ਸਿਲਸਿਲਾ ਕੀ ਚੱਲ ਰਿਹਾ ਹੈ। ਸੋ ਇਹ ਉਹਦਾ ਮਤਲਬ ਸੀਗਾ। ਫਿਰ ਜਿਹੜਾ ਬ੍ਰਹਮਪੁਰਾ ਕਾਂਡ ਹੈ ਉਹ ਬੜਾ ਮਸ਼ਹੂਰ ਕਾਂਡ ਹੋਇਆ ਹੈ, ਕਿਉਂਕਿ ਅਵਤਾਰ ਸਿੰਘ ਬ੍ਰਹਮਾ ਹੁੰਦਾ ਸੀ, ਉਹਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਬਣਾਈ ਤੇ ਉਸ ਮੌਕੇ ਉਹਦੀ ਉੱਥੇ ਧਾਂਕ ਸੀ ਆਪਣੇ ਮਾਝੇ ਦੇ ਵਿੱਚ, ਖਾਸ ਕਰਕੇ ਉਂਝ ਸਾਰੇ ਪੰਜਾਬ 'ਚ ਉਹਦਾ ਨਾਂ ਚੱਲ ਪਿਆ ਸੀਗਾ। ਤੇ ਇਸ ਗੱਲ ਨੂੰ ਔਖੇ ਹੋ ਕੇ CRP ਪਿੰਡ 'ਚ ਜਾ ਕੇ ਉਹਨਾਂ ਨੇ ਚੌਂਕੀ ਬਿਠਾਤੀ ਤੇ ਉਹਨਾਂ ਨੇ ਪਿੰਡਾਂ ਨੂੰ, ਇਹਦੇ ਪਰਿਵਾਰ ਨੂੰ, ਇਹਦੇ ਰਿਸ਼ਤੇਦਾਰਾਂ ਨੂੰ, ਆਲੇ ਦੁਆਲੇ ਵੀ ਇੱਥੇ ਆਉਂਦਾ ਤੰਗ ਕੀਤਾ ਹੋਇਆ ਸੀ ਬਹੁਤ। ਉਹ ਫਿਰ ਅਖੀਰ ਨੂੰ ਇੱਕ ਦਿਨ ਅੱਕ ਕੇ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਹਥਿਆਰਬੰਦ ਹੋ ਕੇ ਪਿੰਡ ਚਲਾ ਗਿਆ। ਰਾਤ ਨੂੰ ਜਾ ਕੇ ਗੁਰਦੁਆਰੇ ਤੋਂ ਬੋਲਿਆ ਲਾਊਡ ਸਪੀਕਰ ਤੋਂ, ਬਈ ਤੁਸੀਂ ਰੋਜ਼ ਮੇਰੇ ਪਿੱਛੇ ਵੀ ਵਰਮਾ ਕਿੱਥੇ ਹੈ, ਵੀ ਆ ਖੜਾ ਮੈਂ, ਅੱਜ ਆ ਗਿਆ, ਤੇ ਜੇ ਹਿੰਮਤ ਹੈ ਤਾਂ ਆ ਜਾਓ।
ਮੈਂ ਉਡੀਕ ਰਿਹਾ ਤੁਹਾਨੂੰ, ਲਲਕਾਰਿਆ ਉੱਥੋਂ। ਲਲਕਾਰਿਆ ਵੀ ਤੁਹਾਡੇ ਕੋਲੇ ਵੀ ਹਥਿਆਰਾਂ ਦੀ, ਤੁਹਾਡੇ ਕੋਲੇ ਹਥਿਆਰਾਂ ਦੀ ਕਮੀ ਤੇ ਸਾਡੇ ਕੋਲੇ ਵੀ ਹੈ ਹਥਿਆਰ, ਤੇ ਅੱਜ ਆਪਾਂ ਦੇਖ ਹੀ ਲਈਏ ਤੇ ਉਦੋਂ ਬਾਅਦ ਤੁਸੀਂ ਆਪਦੀਆਂ ਲਾਸ਼ਾਂ ਗਿਣ ਲਿਓ ਵੀ ਅਸੀਂ ਗੁਰੂ ਦੇ ਆਸਰੇ ਲੜਨਾ ਹੈ ਤੇ ਤੁਸੀਂ ਆਪਦੇ ਢੰਗ ਨਾਲ ਲੜਨਾ। ਉਹ ਬਹੁਤ ਚਿਰ ਬੋਲਿਆ, 20-25 ਮਿੰਟ ਬੋਲਿਆ, ਤੇ ਜਦੋਂ ਕੋਈ ਉਡੀਕਿਆ ਕਾਫੀ ਚਿਰ, ਉਹ ਨਿਕਲ ਹੀ ਨਾ ਬੈਰਕਾਂ ਚੋਂ, ਫੇਰ ਬੋਲਿਆ, ਫਿਰ ਉਹਨੇ ਕਿਹਾ ਵੀ ਮੈਂ ਉਡੀਕਿਆ ਤੁਹਾਨੂੰ ਤੇ ਮੈਂ ਅਜੇ ਹੋਰ ਉਡੀਕੂ ਤੇ ਤੁਸੀਂ ਆਓ, ਤੇ ਪਰ ਨਜਾਇਜ਼ ਲੋਕਾਂ ਨੂੰ ਤੰਗ ਨਾ ਕਰੋ। ਅੱਜ ਤੁਸੀਂ ਮੇਰੇ ਨਾਲ 2 ਹੱਥ ਦੇਖਣੇ ਆ, ਦੇਖ ਲਓ। ਉਹਨਾਂ ਦੀ ਗੈਰਤ ਨੂੰ ਵੀ ਝੰਜੋੜਿਆ ਵੀ ਜੇ ਹੈ ਤਾਂ ਆਓ, ਨਿਕਲੋ। ਅੱਜ ਲਾਊਡ ਸਪੀਕਰ ਤੋਂ ਪੂਰਾ ਜਕਾਰੇ ਛੱਡੇ ਸਾਰੇ ਸਿੰਘਾਂ ਨੇ ਵੀ ਅਸੀਂ ਤੁਹਾਨੂੰ ਉਡੀਕ ਰਹੇ ਹਾਂ। ਵੀ ਉਹ ਬੋਲੀ ਗਿਆ ਕਿੰਨਾ ਚਿਰ, ਫਿਰ ਉਹਨੇ ਘੰਟਾ ਉਡੀਕਿਆ। ਜਦੋਂ ਨਹੀਂ ਨਿਕਲੇ ਫਿਰ ਉਹਨਾਂ ਨੇ ਫਤਿਹ ਬੁਲਾਈ, ਜਕਾਰੇ ਛੱਡੇ ਤੇ ਉਹ ਪਿੰਡ ਚੋਂ ਚਲੇ ਗਏ। ਬਸ ਜਦੋਂ ਹੀ ਉਹ ਪਿੰਡ ਚੋਂ ਚਲੇ ਗਏ ਤੇ ਫਿਰ ਉਹ ਬੈਰਕਾਂ ਚੋਂ ਆ ਕੇ ਉਹਨਾਂ ਨੇ ਪਿੰਡ ਤੇ ਬਹੁਤ ਜ਼ੁਲਮ ਕੀਤਾ, ਬੀਬੀਆਂ ਨਾਲ ਬਹੁਤ ਬਦਤਮੀਜ਼ੀ ਕੀਤੀ ਤੇ ਕੁੱਟੇ ਲੋਕ ਸਾਰੇ। ਉਸ ਤੇ ਫਿਰ ਇੱਕ ਬਹੁਤ ਵੱਡੀ ਪ੍ਰੋਟੈਸਟ ਮੂਵਮੈਂਟ ਉੱਠੀ ਜੀ। ਉਸ ਮੌਕੇ ਅਕਾਲ ਤਖਤ ਦਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਸੀ, ਉਹ ਵੀ ਗਿਆ। ਮੇਰਾ ਖਿਆਲ ਕੋਈ ਵੀ ਸਿੱਖ ਲੀਡਰ ਉਦੋਂ ਰਿਹਾ ਨਹੀਂ ਹੋਣਾ ਜਿਹੜਾ ਉੱਥੇ ਨਹੀਂ, ਸਾਰੇ ਪਹੁੰਚੇ ਉੱਥੇ, ਸਾਰੇ ਪਹੁੰਚੇ ਤੇ ਸਾਰਿਆਂ ਨੇ ਮਤਲਬ ਉਹਦੇ ਵਿਰੁੱਧ। ਸੋ ਜਸਵੰਤ ਸਿੰਘ ਖਾਲੜਾ ਵੀ ਫਿਰ ਉੱਥੇ ਗਿਆ, ਪਰ ਇਹਨੇ ਦੂਜਿਆਂ ਨਾਲੋਂ ਵੱਖਰਾ। ਬਾਕੀ ਤਾਂ ਚਲੋ ਜਿਵੇਂ ਨਾ ਬੋਲ ਕੇ ਜੇ ਤੇ ਵੀ ਕਰੋ ਤੇ ਮੁੜ ਕੇ ਹਾਜ਼ਰੀ ਜੀ ਲਵਾ ਕੇ ਮੁੜਿਆ ਆਉਂਦੇ ਨੇ, ਇਹਨੇ ਭੁੱਖ ਹੜਤਾਲ ਰੱਖੀ ਸੀ ਲੰਬੀ, ਵੀ ਜਿੰਨਾ ਚਿਰ ਉਹ ਤੇ ਐਕਸ਼ਨ ਨਹੀਂ ਲਿਆ ਜਾਂਦਾ CRP ਵਾਲਿਆਂ ਤੇ। ਉਦੋਂ CRP ਦਾ ਜਿਹੜਾ ਮੁਖੀ ਸੀ ਉਹ KPS ਗਿੱਲ ਸੀ, ਪੰਜਾਬ ਪੁਲਿਸ ਦਾ ਰਵੇਰੋ ਸੀ। ਰਵੇਰੋ ਨੇ ਰਿਕਮੈਂਡ ਕਰਤਾ ਸੀ ਸੈਂਟਰ ਨੂੰ ਵੀ ਇਹਨਾਂ ਨੇ ਨਜਾਇਜ਼ ਕੀਤਾ ਤੇ ਇਸ ਕਰਕੇ ਇਹਨਾਂ ਨੂੰ ਨਾ, ਇਹਨਾਂ ਤੇ ਐਕਸ਼ਨ ਲਿਆ ਜਾਵੇ CRP ਵਾਲਿਆਂ ਤੇ। ਪਰ ਹੁਣ CRP KPS ਗਿੱਲ ਦੇ ਅੰਡਰ ਸੀ। ਹੁਣ ਉਹਦੀ ਮਾਨਸਿਕਤਾ ਤਾਂ ਪਹਿਲੇ ਦਿਨੋਂ ਹੀ ਤੁਸੀਂ ਸਮਝ ਲਓ, ਉਹਨੇ ਉਹਨਾਂ ਤੇ ਨਾ ਕੋਈ ਕਾਰਵਾਈ ਨਾ ਹੋਣ ਦਿੱਤੀ। ਸੋ ਇਹ ਫਿਰ ਇਹਨੂੰ ਫੜ ਕੇ ਇਹਨੂੰ ਜੇਲ੍ਹ 'ਚ ਰੱਖਿਆ, ਕਾਫੀ ਤਸ਼ੱਦਦ ਵੀ ਕੀਤਾ ਇਹ ਤੇ। ਸੋ ਇਹ ਅੰਮ੍ਰਿਤਸਰ ਜੇਲ੍ਹ 'ਚ ਰਿਹਾ। 91 ਦੇ ਇਲੈਕਸ਼ਨਾਂ ਦੀ ਜੇ ਆਪਾਂ ਗੱਲ ਕਰੀਏ, ਜਦੋਂ ਚੰਦਰ ਸ਼ੇਖਰ ਇਲੈਕਸ਼ਨਾਂ ਦੇ ਨਾਲ ਇਲੈਕਸ਼ਨਾਂ ਦੀ ਗੱਲ ਕਰਦਾ ਕਿ ਜਿਹੜੀ ਹਥਿਆਰਬੰਦ ਧਿਰ ਹੈ ਵੀ ਉਹ ਇਲੈਕਸ਼ਨਾਂ ਦੇ ਵਿੱਚ ਆ ਜਾਵੇ, ਉਹ ਸਮਾਂ ਕੀ ਸੀਗਾ? ਦੇਖੋ ਮੇਰੇ ਹਿਸਾਬ ਨਾਲ ਉਹ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਜੀ, ਕਿਉਂਕਿ ਉਸ ਸਮੇਂ ਮੇਰੇ ਖਿਆਲ ਨਾਲ IDP ਦੇ ਵਿੱਚ ਹੁੰਦੇ ਨੇ, ਉਹ IDP ਦੇ ਵਿੱਚ ਹੁੰਦੇ ਆ। ਤੇ IDP ਨੇ ਫੈਸਲਾ ਇਹ ਸੀ ਵੀ ਇਲੈਕਸ਼ਨ ਦੇ ਵਿੱਚ ਅਸੀਂ ਆਪਦੇ ਬੰਦੇ ਖੜੇ ਨਹੀਂ ਕਰਨੇ, ਪਰ ਅਸੀਂ ਖਾੜਕੂ ਧਿਰ ਦੇ ਜਿਹੜੇ ਹੋਣਗੇ ਉਮੀਦਵਾਰ, ਉਹਨਾਂ ਦੀ ਹਮਾਇਤ ਕਰਨੀ, ਕਿਉਂਕਿ ਇਹ ਇੱਕ ਰਾਏਸ਼ੁਮਾਰੀ ਹੋ, ਜਿਹੜੀ ਇਹ VOTING ਹੈ ਨਾ, ਇਹ ਇੱਕ ਰਾਏਸ਼ੁਮਾਰੀ ਹੋ। ਤੇ ਜੇ ਵੱਡੀ ਪੱਧਰ ਤੇ ਲੋਕ ਵੋਟਾਂ ਪਾ ਦਿੰਦੇ ਨੇ ਖਾੜਕੂਆਂ ਨੂੰ, ਤਾਂ ਸਾਰੇ ਦੇਸ਼ ਦੇ ਵਿੱਚ ਜਾਂ ਦੁਨੀਆ 'ਚ ਇੱਕ ਇਹਦਾ ਸੁਨੇਹਾ ਜਾਣਾ ਹੈ ਲੋਕ ਕੀ ਚਾਹੁੰਦੇ ਨੇ। ਤੇ ਉਹਦੇ ਵਾਸਤੇ ਉਹਦਾ ਇਹ ਸੀ ਬਈ ਇੱਕ ਤਾਂ ਇਹ ਵੀ ਆਪਸ ਵਿੱਚ ਹੀ ਰਲ ਕੇ ਲੜੋ, ਤੇ ਦੂਜੀ ਗੱਲ ਇਹ ਸੀ ਵੀ ਕੋਈ ਵੀ ਮਾੜੇ ਕਿਰਦਾਰ ਵਾਲਾ ਬੰਦਾ ਜਿਹੜਾ ਦਾਗੀ ਹੈ ਉਹ ਕੈਂਡੀਡੇਟ ਨਹੀਂ। ਸੋ ਉਹਨਾਂ ਨੇ ਇਹ IDP ਦਾ ਫੈਸਲਾ ਸੀ ਤੇ ਨਾਅਰਾ ਉਹਨਾਂ ਦਾ ਇਹੀ ਸੀ, ਪੰਜਾਬ ਮਸਲੇ ਦਾ ਹੱਲ ਕਰੋ, ਖਾੜਕੂਆਂ ਨਾਲ ਗੱਲ ਕਰੋ। ਉਹਨਾਂ ਨੇ ਹੋਰ ਵੀ ਪਹਿਲਾਂ ਸਾਈਕਲ ਮਾਰਚ ਕੱਢਿਆ, ਖਾਲੜੇ ਤੋਂ ਲੈ ਕੇ ਕਿੱਥੇ ਚੰਡੀਗੜ੍ਹ, ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਚਾਰ ਸੀ, ਪੂਰਾ ਕੀਤਾ ਉਹਨਾਂ ਨੇ ਸਾਰੇ ਥਾਵਾਂ ਦੇ ਉੱਤੇ। ਸੋ 91 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਇਹ ਪੋਜੀਸ਼ਨ ਲਈ, ਇਹਦੇ ਤੇ ਪ੍ਰਚਾਰ ਸ਼ੁਰੂ ਕਰਤਾ। ਤੇ ਇਹ ਪ੍ਰਚਾਰ ਕਰਦੇ ਕਰਦੇ ਫਿਰ ਇੱਕ ਪੁਆਇੰਟ ਤੇ ਆ ਕੇ ਜਸਵੰਤ ਸਿੰਘ ਖਾਲੜਾ ਇੱਧਰ ਅਜਨਾਲੇ ਕੋਲੇ, ਰਮਦਾਸ ਦੇ ਕੋਲੇ ਕਿਸੇ ਪਿੰਡ ਦੇ ਵਿੱਚ ਆਪਦੇ IDP ਦੇ ਵਰਕਰਾਂ ਨੂੰ ਸੰਬੋਧਨ ਕਰਦਾ ਹੈ। ਉਹਦੀ ਜਿਹੜੀ ਅਕਾਲੀ ਪੱਤਰਕਾ 'ਚ ਖਬਰ ਛਪਦੀ ਹੈ ਵਾਹਵਾ ਵੱਡੀ, ਉੱਥੇ ਉਹ ਕੀ ਬੋਲਿਆ ਮੇਰੇ ਮੁਤਾਬਕ ਉਹਦਾ ਇੱਕ ਇਹ ਬਹੁਤ ਵੱਡਾ ਉਹਦਾ ਟਰਨਿੰਗ ਪੁਆਇੰਟ ਆਇਆ। ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਪੜ੍ਹ ਕੇ ਜਿਸ ਕਹੋ ਤਾਂ ਮੈਂ ਸੁਣਾ ਦਿਆਂ, ਛੋਟਾ ਜਿਹਾ ਪੈਰਾ ਹੈਗਾ। ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਇੱਕ ਜਗ੍ਹਾ ਤੇ IDP ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਪਸ਼ਟ ਕਹਿ ਦਿੱਤਾ ਸੀ ਕਿ ਜਿਹੜੇ ਸਿੱਖ ਆਗੂਆਂ ਦੀ ਕਹਿਣੀ ਤੇ ਕਰਨੀ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਹੈ, IDP ਉਹਨਾਂ ਲੋਕਾਂ ਦੀ ਕਦਾਚਿਤ ਮਦਦ ਨਹੀਂ ਕਰੇਗੀ।
ਭਾਈ ਜਸਵੰਤ ਸਿੰਘ ਖਾਲੜਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਹ ਸਪਸ਼ਟ ਕਰਨ ਦੀ ਉਚੇਚੀ ਅਪੀਲ ਕੀਤੀ ਸੀ ਕਿ ਕੀ ਉਹ ਭਾਰਤੀ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਖਾ ਕੇ ਚੋਣ ਲੜਨ ਤੇ ਉਸ ਤੋਂ ਬਾਅਦ ਅਸੈਂਬਲੀ ਵਿੱਚ ਵੀ ਭਾਰਤੀ ਸੰਵਿਧਾਨ ਦੇ ਅਨੁਸਾਰੀ ਹੋ ਕੇ ਚੱਲਣਗੇ। ਵੀ ਇਹ ਕਿਉਂਕਿ ਗੱਲਾਂ ਨਤਾਰ ਕੇ ਚੱਲੋ ਜੇ ਚੱਲਣੀਆਂ ਹਨ। ਹਾਂ, ਇਸ ਦੇ ਨਾਲ ਹੀ ਭਾਈ ਜਸਵੰਤ ਸਿੰਘ ਨੇ ਖਾੜਕੂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਚੋਣ ਪ੍ਰਕਿਰਿਆ ਵਿੱਚ ਉਹ ਖੁਦ ਦਖਲ ਦੇਣ ਅਤੇ ਜੋ ਵੀ ਸਿਆਸੀ ਨਿਸ਼ਾਨਾ ਮਿਥਨ ਉਸ ਨੂੰ ਸਪਸ਼ਟ ਰੂਪ ਵਿੱਚ ਲੈ ਕੇ ਆਉਣ। ਭਾਈ ਖਾਲੜਾ ਨੇ ਖਾੜਕੂ ਜਥੇਬੰਦੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਕਿ ਜਿਹੜੇ ਲੋਕ ਉਹਨਾਂ ਦੇ ਨਾਂ ਤੇ ਚੋਣਾਂ ਲੜਨ ਦਾ ਦਾਅਵਾ ਕਰ ਰਹੇ ਹਨ ਉਹਨਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖੀ ਜਾਵੇ ਤਾਂ ਜੋ ਖਾੜਕੂ ਜਥੇਬੰਦੀਆਂ ਦਾ ਲੋਕਾਂ ਅੰਦਰ ਅਕਸ ਖਰਾਬ ਨਾ ਹੋਵੇ। ਭਾਈ ਖਾਲੜਾ ਦੀ ਇਸ ਬੇਬਾਕ ਪੋਜੀਸ਼ਨ ਨਾਲ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੇ ਅਤੇ ਖਾੜਕੂ ਧਿਰਾਂ ਦੇ ਨੁਮਾਇੰਦੇ ਬਣ ਕੇ ਪੇਸ਼ ਹੋ ਰਹੇ ਕੁਝ ਉਮੀਦਵਾਰਾਂ ਨੂੰ ਡਾਢੀ ਤਕਲੀਫ ਹੋਈ ਸੀ। ਇਹ ਉੱਥੇ ਰੌਲਾ ਨਹੀਂ ਸੀ ਕਿਸੇ ਨੂੰ ਵੀ ਖਾਲੜੇ ਦੀ ਉਂਗਲ ਕਿੱਧਰ ਨੂੰ, ਮਾਝੇ 'ਚ ਕਿਸੇ ਨੂੰ ਕੋਈ ਰੌਲਾ ਨਹੀਂ ਸੀ। ਉਸ ਮੌਕੇ ਜੇਲ੍ਹਾਂ ਵਿੱਚੋਂ ਬਾਹਰ ਆਏ ਕੁਝ ਵਿਅਕਤੀ ਲੋਕਾਂ ਮੂਹਰੇ ਆਪਣੀ ਕੁਰਬਾਨੀ ਦਾ ਵਾਸਤਾ ਪਾ ਕੇ ਵੋਟਾਂ ਮੰਗ ਰਹੇ ਸਨ। ਭਾਈ ਜਸਵੰਤ ਸਿੰਘ ਖਾਲੜਾ ਨੂੰ ਇਹ ਗੱਲ ਬਹੁਤ ਚੁਭੀ ਸੀ ਅਤੇ ਉਸਨੇ ਅਜਿਹੇ ਲੋਕਾਂ ਨੂੰ ਸਿੱਧਾ ਸਵਾਲ ਕੀਤਾ ਸੀ ਕਿ ਕੀ ਉਹ ਵੋਟਰਾਂ ਤੋਂ ਆਪਣੀ ਕੁਰਬਾਨੀ ਦੀ ਕੀਮਤ ਵਸੂਲਣ ਆ ਰਹੇ ਹਨ। ਕਿਉਂਕਿ ਇਹ ਜਸਵੰਤ ਸਿੰਘ ਨੂੰ ਜਾਂ ਕਿਸੇ ਨੂੰ ਨਹੀਂ ਵੀ ਯਾਰ ਤੁਸੀਂ ਹਾਂ ਵੀ ਤੁਸੀਂ ਕੁਰਬਾਨੀ ਕਰੋ ਤੇ ਉਹਦੀ ਫਿਰ ਕੀਮਤ ਮੰਗੋ। ਗੈਰ ਸੰਜੀਦਾ ਸਿਆਸਤਦਾਨਾਂ ਨੂੰ ਤਾੜਨਾ ਕਰਦਿਆਂ ਭਾਈ ਖਾਲੜਾ ਨੇ ਕਿਹਾ ਸੀ ਕਿ ਉਹ ਕੰਧ ਉੱਤੇ ਲਿਖਿਆ ਪੜ੍ਹ ਲੈਣ ਜਿਸ ਮੁਤਾਬਕ ਪੰਜਾਬ ਅਤੇ ਸਿੱਖ ਭਾਈਚਾਰੇ ਉੱਪਰ ਜੂਨ ਮਹੀਨੇ ਵਿੱਚ ਭਾਰਤੀ ਹਾਕਮਾਂ ਵੱਲੋਂ ਹੋਰ ਵੱਡਾ ਕਹਿਰ ਢਾਉਣ ਦੀਆਂ ਤਿਆਰੀਆਂ ਸਪਸ਼ਟ ਨਜ਼ਰ ਆ ਰਹੀਆਂ ਸਨ। ਇਹ ਉਹਨਾਂ ਦਾ ਜਿਹੜਾ ਹੈਗਾ 25 ਅਪ੍ਰੈਲ ਨੂੰ ਉਹ ਬੋਲ ਰਹੇ ਨੇ। ਉਹਨਾਂ ਨੂੰ ਇਹ ਸੀ ਵੀ ਜੂਨ 'ਚ ਬਹੁਤ ਵੱਡੇ ਹੱਲੇ ਦੀਆਂ ਤਿਆਰੀਆਂ ਹੋ ਰਹੀਆਂ। ਭਾਈ ਖਾਲੜਾ ਨੇ ਦੁਖੀ ਮਨ ਨਾਲ ਕਿਹਾ ਸੀ ਕਿ ਲੋਕਾਂ ਦਾ ਵੱਡਾ ਘਾਣ ਹੋਣ ਵਾਲਾ ਹੈ ਤੇ ਲੋਭੀ ਲੀਡਰਾਂ ਨੂੰ ਆਪਣੀਆਂ ਗੱਦੀਆਂ ਦੀ ਪਈ ਹੋਈ ਹੈ। ਉਸਨੇ ਬੇਬਾਕ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ IDP ਚੋਣਾਂ ਜਿੱਤਣ ਦੀ ਝਾਕ ਛੱਡ ਕੇ ਪੰਜਾਬ ਦੀ ਰਾਜਨੀਤੀ ਅੰਦਰ ਆ ਰਹੇ ਨਵੇਂ ਮੋੜਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਚੋਣਾਂ ਦੌਰਾਨ ਲੋਕਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾਂ ਬਾਰੇ ਖਬਰਦਾਰ ਕਰਨ ਲਈ ਵਿਆਪਕ ਪ੍ਰਚਾਰ ਮੁਹਿੰਮ ਚਲਾਏਗੀ। ਸੋ ਇਹ ਸੀਗਾ ਖਾਲੜੇ ਦਾ। ਹੁਣ ਜਿਹੜਾ ਉਹਨੇ ਕਿਹਾ ਸੀ ਨਾ ਵੀ ਜੂਨ ਮਹੀਨੇ 'ਚ ਵੱਡਾ ਕਹਿਰ ਵਾਪਰ ਜਾ ਰਿਹਾ ਹੈ, ਮੈਂ ਇੱਥੇ ਜਿਹੜੀ ਗੱਲ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਖਾਲੜੇ ਦੀ ਬਹਾਦਰੀ ਬਾਰੇ ਤਾਂ ਕੋਈ ਪਤਾ ਨਹੀਂ, ਕੋਈ ਰੌਲਾ ਹੀ ਨਹੀਂ, ਉਹਦੀ ਸੂਰਮਗਤੀ, ਉਹਦੀ ਕੁਰਬਾਨੀ ਹੈ ਨਾ। ਪਰ ਬਹੁਤ ਵੱਡੀ ਗੱਲ ਇਹ ਹੈ ਜਿਹੜੀ ਬਹੁਤੇ ਲੋਕਾਂ ਦੇ ਸਾਹਮਣੇ ਨਹੀਂ ਆਈ ਵੀ ਉਹ ਬੜਾ ਇੱਕ ਜਹੀਨ ਦਿਮਾਗ ਜਿਹਨੂੰ ਕਹਿੰਦੇ ਆ। ਉਹ ਹਰ ਉਹ ਜਦੋਂ ਦੇਖਣਾ ਦ੍ਰਿਸ਼ ਦੇਖਣਾ ਨਾ ਰਾਜਨੀਤੀ ਦਾ, ਉਹਦੇ 'ਚ ਜਿਹੜੀ ਉਹਦੀ ਸਮਝ ਸੀਗੀ ਉਹ ਬੜੀ ਬਰੀਕੀ ਨਾਲ ਜਾ ਕੇ ਚੀਜ਼ਾਂ ਨੂੰ ਦੇਖਦਾ ਸੀ। ਕਿਉਂਕਿ ਅਸੀਂ ਇਕੱਠੇ ਹੀ ਪਹਿਲਾਂ ਇਹ ਪਾਠ ਪੜ੍ਹਦੇ ਰਹੇ ਹਾਂ ਵੀ ਜਿਹੜੀ ਰਾਜਨੀਤੀ ਹੈ ਨਾ ਇਹ ਅਰਿਥਮੈਟਿਕ ਨਹੀਂ, ਇਹ ਅਲਜਬਰਾ ਹੈ, ਇਹ ਐਲੀਮੈਂਟਰੀ ਮੈਥੇਮੈਟਿਕਸ ਨਹੀਂ, ਇਹ ਹਾਇਰ ਮੈਥੇਮੈਟਿਕਸ ਹੈ। ਐਲੀਮੈਂਟਰੀ ਮੈਥੇਮੈਟਿਕਸ ਕੀ ਹੁੰਦਾ ਹੈ? 2 ਦੂਣੀ 4, 4 ਦੂਣੀ 8, 8 ਦੂਣੀ 16 ਜਾਂ 5 ਜਮਾ 5 = 10। ਜਿੱਥੇ ਜਮਾ, ਘਟਾਓ, ਤਕਸੀਮ ਤੇ ਗੁਣਾ ਆ 4 ਗੱਲਾਂ ਸਿਖਾਈਆਂ ਜਾਂਦੀਆਂ। ਇਹ ਹੈਗਾ ਐਲੀਮੈਂਟਰੀ ਮੈਥੇਮੈਟਿਕਸ, ਸੋ ਸਿੰਪਲ, ਇਹ 'ਚ ਕੋਈ ਗੁੰਝਲ ਨਹੀਂ। ਇਹ ਸਾਰੇ ਪੜ੍ਹਦੇ ਨੇ 8ਵੀਂ ਤੋਂ 10ਵੀਂ ਤੱਕ ਹੈ ਨਾ। ਤੇ ਜਿਹੜਾ ਹਾਇਰ ਮੈਥੇਮੈਟਿਕਸ ਹੈ ਜਿਹਦੇ 'ਚ ਅਲਜਬਰਾ ਵੀ ਆਉਂਦਾ, ਜਿਓਮੈਟਰੀ ਵੀ ਆਉਂਦੀ ਹੈ, ਕੈਲਕੂਲਸ ਜਾਂ ਅੱਜ ਕੱਲ੍ਹ ਤਾਂ ਬੜੀਆਂ ਬ੍ਰਾਂਚਾਂ ਹਨ, ਉਹ ਇੰਨਾ ਸਿੰਪਲ ਨਹੀਂ ਹੁੰਦਾ, ਉਹ ਬੜਾ ਕੰਪਲੈਕਸ ਹੁੰਦਾ। ਇਸ ਕਰਕੇ ਉਧਰ ਘੱਟ ਜਾਂਦੇ ਨੇ ਤੇ ਉਹਨਾਂ 'ਚੋਂ ਫਿਰ ਥੋੜ੍ਹੇ ਐਕਸੈਲ ਕਰਦੇ ਨੇ। ਸੋ ਕਹਿਣ ਦਾ ਇਹ ਭਾਵ ਸੀ ਕਿ ਜਿੰਨੀ ਸਾਨੂੰ ਸਰਲ ਦਿਸਦੀ ਹੁੰਦੀ ਹੈ ਹਕੀਕਤ, ਉਹ ਨਹੀਂ, ਤੁਸੀਂ ਇਹਨੂੰ ਸਮਝਣ ਦਾ ਯਤਨ ਕਰੋ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹ ਫਿਰ ਉਹਨੇ ਬਾਅਦ 'ਚ ਜਾ ਕੇ ਸਪਸ਼ਟ ਕੀਤਾ। ਉਹ ਕਹਿੰਦਾ ਵੀ ਜਿੰਨੀ ਅਸਥਿਰਤਾ ਆਈ ਪਈ ਹੈ, ਜਿਹੜੀ ਪਿਛਲੀ ਵੀਡੀਓ 'ਚ ਵੀ ਕੀਤੀ ਸੀ ਕਿ 1999 ਦੀਆਂ ਚੋਣਾਂ 'ਚ ਰਾਜੀਵ ਗਾਂਧੀ ਦਾ ਹਾਰਨਾ, ਫਿਰ BP ਸਿੰਘ ਦਾ ਆਉਣਾ ਤੇ ਥੋੜ੍ਹੀ ਮਹੀਨਿਆਂ ਬਾਅਦ ਉਹਦਾ ਜਗ੍ਹਾ ਦੇ ਉੱਤੇ ਚੰਦਰ ਸ਼ੇਖਰ ਦਾ ਆ ਜਾਣਾ, ਫਿਰ ਚੰਦਰ ਸ਼ੇਖਰ ਵੀ ਮਤਲਬ ਇਹ ਹੁਣ ਸਾਰੀ ਬੜੀ ਸ਼ੇਕੀ ਤਖਤ ਤਾਂ ਹਿੱਲ ਰਿਹਾ, ਡਾਵਾਂਡੋਲ ਹੋ ਰਿਹਾ। ਉਹ ਕਹਿੰਦਾ ਇਹ ਬਾਹਲਾ ਚਿਰ ਇਹਨਾਂ ਨੇ ਸਹਿਣ ਨਹੀਂ ਕਰਨਾ। ਇਹੋ ਜਿਹੇ ਮੌਕੇ ਪੰਜਾਬ ਦੇ ਵਿੱਚ ਐਡੀ ਵੱਡੀ ਲਹਿਰ ਨੂੰ ਉਹ ਐਂ ਚੱਲਣ ਦੇ ਦੇਣ। ਇੱਕ ਬਾਰਡਰ ਸਟੇਟ ਹੈ, ਉੱਧਰੋਂ ਅਫਗਾਨਿਸਤਾਨ, ਕਸ਼ਮੀਰ
ਤੇ ਬਾਕੀ ਸਾਰੀਆਂ ਆਪਣਾ ਪਾਕਿਸਤਾਨ ਵੀ ਉਹ ਵੱਡਾ ਹੱਲਾ ਬੋਲਣਗੇ, ਉਹ ਤਿਆਰੀਆਂ ਕਰ ਰਹੇ ਨੇ ਤੇ ਤੁਸੀਂ ਗੱਦੀਆਂ ਪਿੱਛੇ ਪਏ ਹੋਏ ਹੋ। ਇਸੇ ਸੰਘਰਸ਼ ਦਾ ਅਸਰ ਸੀਗਾ ਕਿ ਦਿੱਲੀ ਦੀ ਰਾਜਗੱਦੀ ਹਿਲਦੀ ਸੀ? ਨਹੀਂ, ਉਹਦੇ ਤਾਂ ਖੈਰ ਹੋਰ ਵੀ ਅਸਰ ਹੋਣਗੇ, ਪਰ ਉਹ ਹਿੱਲਣ ਦਾ ਪੰਜਾਬ ਦੀ ਸਿਆਸਤ ਤੇ ਬੜਾ ਡੂੰਘਾ ਅਸਰ ਪੈਂਦਾ ਸੀ। ਉਹ ਤਾਂ ਰੀਜਨ ਬੜੇ ਇੱਕ ਨਹੀਂ ਹੁੰਦਾ। ਮੈਂ ਜਿਹੜਾ ਹਾਇਰ ਮੈਥਮੈਟਿਕਸ ਕਹਿਣਾ ਨਾ, ਉਹ ਇੰਨਾ ਸਿੰਪਲ ਵੀ ਨਹੀਂ ਹੁੰਦਾ, ਮਤਲਬ ਫਾਰਮੂਲਿਆਂ ਨਾਲ ਨਹੀਂ ਗੱਲ ਸਮਝ ਆਉਂਦੀ। ਚਲੋ ਉਹ ਤਾਂ ਇੱਕ ਵੱਖਰੀ ਗੱਲ ਸੀ। ਸੋ ਇਹ ਲੋਕਾਂ ਨੂੰ ਉਹਨਾਂ ਤੋਂ ਜਿਹੜਾ ਹੁੰਦਾ ਨਾ ਵੀ ਸੁਚੇਤ ਕਰਨਾ, ਅਵੇਅਰ ਕਰਨਾ। ਇਹ ਕਹਿੰਦਾ ਅਸੀਂ ਇਲੈਕਸ਼ਨ 'ਚ ਤਾਂ ਪਾਰਟਿਸਿਪੇਟ ਕਰ ਰਹੇ ਹਾਂ, ਅਸੀਂ ਜਿੱਤਣਾ ਥੋੜਾ, ਅਸੀਂ ਤਾਂ ਕੈਂਡੀਡੇਟ ਹੀ ਨਹੀਂ ਖੜੇ ਕੀਤੇ, ਅਸੀਂ ਤਾਂ ਲੋਕਾਂ ਕੋਲੇ ਇੱਕ ਗੱਲਾਂ ਲੈ ਕੇ ਜਾਣੀਆਂ, ਭਾਈ ਤਿਆਰ ਹੋ ਜਾਓ। ਚਲੋ ਫਿਰ ਇਸ ਨੇ ਜਦੋਂ ਇਹਨੂੰ ਲੱਗਿਆ, ਜੋ ਇਹ ਚਾਹੁੰਦਾ ਸੀ ਵੀ ਖਾੜਕੂ ਆਪਦੇ ਬੰਦਿਆਂ ਬਾਰੇ ਸਪਸ਼ਟ ਕਰਨ ਜਾਂ ਆਪਦਾ ਨਿਸ਼ਾਨਾ ਸਪਸ਼ਟ ਕਰਨ ਜਾਂ ਸਿੱਧਾ ਦਾਖਲ ਦੇਣ, ਉਹਨਾਂ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ। ਉਹਨਾਂ ਦਾ ਬਾਈਕਾਟ ਦਾ ਸੱਦਾ ਜ਼ਰੂਰ ਸੀਗਾ, ਪਰ ਉਹਨਾਂ ਦਾ ਇਹ ਸੀ ਵੀ ਸਾਡਾ ਕੋਈ ਬੰਦਾ ਨਹੀਂ ਜਿਹੜਾ ਖੜੇ ਹੋ ਰਹੇ ਨੇ। ਪਰ ਉਹ ਹੁਣ ਗੱਲਾਂ ਬੜੀ ਘਚੋਲੇ ਵਾਲੀ ਸੀ ਵੀ ਕੁਝ ਬੰਦੇ ਦਾਅਵਾ ਕਰ ਰਹੇ ਸੀ, ਕੁਝ ਉਹਦਾ ਵਿਰੋਧ ਕਰ ਰਹੇ ਸੀਗੇ। ਤੇ ਇੱਕ ਮੌਕੇ ਤੇ ਆ ਕੇ ਫਿਰ ਜਸਵੰਤ ਨੂੰ ਲੱਗਿਆ ਵੀ ਇਹ ਤਾਂ ਬਹੁਤ ਕਸੂਤੀ ਹਾਲਤ ਹੋ ਸਕਦੀ ਹੈ, ਵੀ ਇਹ ਤਾਂ ਭਰਾ ਮਾਰੂ ਜੰਗ ਵੀ ਛਿੜ ਸਕਦੀ ਹੈ, ਕਿਉਂਕਿ ਉਹ ਬੰਦੇ ਕੁਝ ਖਾੜਕੂ ਧਿਰਾਂ ਨੂੰ ਵਰਤਣ ਵਾਸਤੇ, ਇਹ ਜਿਹੜੀ ਹੁੰਦੀ ਹੈ ਨਾ ਲਾਲਸਾ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸਤ੍ਹਾ ਤੇ ਪਹੁੰਚਣ ਦੀ। ਜਦੋਂ ਕਿਤੇ ਸਤ੍ਹਾ ਨੇੜੇ ਆਉਂਦੀ ਹੈ, ਭੁੱਖ ਜਾਗਦੀ ਹੈ ਤੇ ਉਹ ਫਿਰ ਪਤਾ ਨਹੀਂ ਕੀ ਕੁਛ ਕਰਦੀ ਹੈ। ਸੋ ਜਸਵੰਤ ਸਿੰਘ ਖਾਲੜਾ ਵੀ ਉਸ ਮੌਕੇ ਉਹਦੀ ਜਾਨ ਨੂੰ ਦੋ ਪਾਸਿਓਂ ਖਤਰਾ ਹੋ ਗਿਆ ਸੀ। ਸਰਕਾਰ ਵੱਲੋਂ ਵੀ ਤੇ ਸਰਕਾਰ ਵੱਲੋਂ ਬਹੁਤ ਜ਼ਿਆਦਾ, ਕਿਉਂਕਿ ਉਹਨੇ 1990 ਦੇ ਵਿੱਚ ਆਪਦੇ ਭਰਾ ਦੇ ਵਿਆਹ ਤੇ ਜਾਣ ਵਾਸਤੇ ਅਪਲਾਈ ਕੀਤਾ ਸੀਗਾ, ਮੇਰਾ ਪਾਸਪੋਰਟ ਦਿਓ, ਰੀਨਿਊ ਕਰਨ ਲਈ। ਹਾਂ, ਤੇ 7-8 ਮਹੀਨੇ ਕੋਰਟ ਨੇ ਦੱਬੀ ਰੱਖਿਆ। ਉਹ ਨਹੀਂ ਸੀ, ਉਹ ਤਾਂ ਫਿਰ ਜਸਟਿਸ ਅਜੀਤ ਸਿੰਘ ਬੈਂਸ ਨੇ ਪਟੀਸ਼ਨ ਪਾ ਕੇ ਉਹ ਉਹਨਾਂ ਦਾ ਪਾਸਪੋਰਟ ਉਹਦਾ ਦਵਾਇਆ ਸੀ। ਤੇ ਚੱਲ ਬਾਕੀ ਤਾਂ ਉਹ ਸਾਰਾ ਉਹਦਾ ਜਿਵੇਂ ਕਰ ਰਹੇ ਸੀਗੇ। ਇਹਨੂੰ ਇੱਕ ਪਾਸਿਓਂ ਉੱਧਰੋਂ ਖਤਰਾ ਸੀ ਤੇ ਇੱਕ ਪਾਸਿਓਂ ਇੱਧਰੋਂ ਵੀ ਖਤਰਾ ਸੀ। ਸੋ ਮੈਂ ਜਿੱਥੇ ਕਹਿੰਦਾ ਨਾ ਉਹਦੀ ਜ਼ਿੰਦਗੀ ਨੇ ਇੱਕ ਵੱਡਾ ਮੋੜ ਕੱਟਿਆ ਉੱਥੇ, ਉਹ ਇਹ ਸੀ ਵੀ ਇੱਕ ਪਾਸੇ ਨੂੰ ਇਹ ਦਿਸ ਰਿਹਾ ਵੀ ਕੀ ਹੋਣ ਜਾ ਰਿਹਾ ਪੰਜਾਬ 'ਚ, ਵੱਡਾ ਹੱਲਾ, ਲਹਿਰ ਉਹਦਾ ਮੁਕਾਬਲਾ ਕਰਨ ਵਾਸਤੇ ਤਿਆਰ ਨਹੀਂ ਪੂਰੀ। ਦੋ ਤਿੰਨ ਗੱਲਾਂ ਨੂੰ ਰੜਕੀਆਂ, ਇੱਕ ਏਕਤਾ ਨਹੀਂ, ਧੜਿਆਂ 'ਚ ਵੰਡੀ ਪਈ ਹੈ, ਇਹ ਕਿਸੇ ਤਰ੍ਹਾਂ ਏਕਤਾ ਵਾਸਤੇ ਕੋਈ ਮਾਹੌਲ ਸਿਰਜਿਆ ਜਾਵੇ। ਦੂਜੀ ਗੱਲ, ਬਹੁਤ ਗੱਲਾਂ ਬਾਰੇ ਸਪਸ਼ਟਤਾ ਨਹੀਂ, ਸਿਧਾਂਤਕ ਰੋਲ ਘਚੋਲਾ ਹੈ, ਗਾਂਧਲ 'ਚ ਆਉਂਦਾ ਹੈ, ਉਸ 'ਚ ਕੋਈ ਯਤਨ ਕਰੀਏ। ਸੋ ਉਸ ਨੇ ਫਿਰ ਇੱਕਦਮ ਅਚਾਨਕ ਫੈਸਲਾ ਕੀਤਾ, ਕਿਸੇ ਨੂੰ ਨਹੀਂ ਦੱਸਿਆ ਵੀ ਇੱਥੋਂ ਨਿਕਲ ਚੱਲੀਏ। ਦੋ ਕੱਲਾ ਜਾਣ ਨੂੰ ਖਤਰਾ ਤਾਂ ਸੀ ਗਈ ਦੋਹੇ ਪਾਸਿਆਂ ਤੋਂ, ਪਰ ਨਾਲ ਉਹਨੂੰ ਇਹ ਸੀ ਵੀ ਕੋਈ ਰੋਲ ਪਲੇ ਕਰੀਏ। ਹੁਣ ਇੱਕ ਤਾਂ ਰਾਹ ਇਹ ਬਣਦਾ ਬੰਦੂਕ ਚੁੱਕ ਤੇ ਲਹਿਰ 'ਚ ਸ਼ਾਮਲ ਹੋ ਜਾ, ਇਹ ਉਹਦਾ ਰਾਹ ਨਹੀਂ ਸੀ। ਹਰ ਬੰਦੇ ਦਾ ਇੱਕ ਆਪਦਾ ਹੁੰਦਾ ਨਾ ਇਨਕਲੀਨੇਸ਼ਨ, ਜਿਹਨੂੰ ਅਸੀਂ ਕਹਿੰਦੇ ਝੁਕਾਅ, ਵੀ ਉਹਦਾ ਖੇਤਰ ਕਿਹੜਾ। ਹਾਂ, ਉਹਨੂੰ ਇਹ ਸੀ ਵੀ ਮੈਂ ਹੋਰ ਖੇਤਰ 'ਚ ਰਹਿ ਕੇ। ਸੋ ਉਹਦਾ ਇਹ ਸੀ ਵੀ ਇੱਕ ਹਿਊਮਨ ਰਾਈਟਸ ਦਾ ਮਸਲਾ ਕੌਮਾਂਤਰੀ ਪੱਧਰ 'ਤੇ ਲਿਜਾਇਆ ਜਾਵੇ। ਦੂਜੀ ਗੱਲ, ਇੰਗਲੈਂਡ 'ਚ ਜਾਂ ਕਿਤੇ ਬਾਹਰ ਬਹਿ ਕੇ ਲਹਿਰ ਦੇ ਜਿਹੜੇ ਸਾਹਮਣੇ ਸਵਾਲ ਖੜੇ ਨੇ, ਅਕਾਲੀਆਂ ਪ੍ਰਤੀ ਕੀ ਪਹੁੰਚ ਹੋਵੇ, ਆਪਸੀ ਫੁੱਟ ਦਾ ਕੀ ਇਲਾਜ ਕੀਤਾ ਜਾਵੇ। ਤੁਸੀਂ ਉਹਦੇ ਵਿਸ਼ੇ ਦੇਖੋ, ਮੈਂ ਕਿਤਾਬ ਦੇ ਵਿੱਚ ਉਹਦੇ ਜਿਹੜੇ ਲੇਖ ਛਪੇ ਨੇ ਉਹ ਉਹਨਾਂ ਦੇ ਕੁਛ ਅੰਸ਼ ਹੀ ਦਿੱਤੇ ਆ, ਮਤਲਬ ਉਹਨੇ ਬਹੁਤ ਲੇਖ ਲਿਖੇ ਨੇ ਜਾ ਕੇ ਇੰਗਲੈਂਡ ਦੇ ਵਿੱਚ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ, ਉਹਨੇ ਅਚਾਨਕ ਇਹ ਫੈਸਲਾ ਕੀਤਾ। ਇੱਧਰੋਂ ਜਸਟਿਸ ਬੈਂਸ ਦਾ ਫੋਨ ਮਿਲ ਗਿਆ, ਉਹ ਕਹਿੰਦਾ ਪਾਸਪੋਰਟ ਮਿਲ ਗਿਆ। ਇਹ ਚੰਡੀਗੜ੍ਹ ਆਇਆ ਪਾਸਪੋਰਟ ਲੈਣ, ਉਹ ਕਹਿੰਦਾ ਵੀ ਤੂੰ ਜਿੰਨੀ ਛੇਤੀ ਨਿਕਲ ਸਕਦਾ ਫਟਾਫਟ ਇੱਥੋਂ ਨਿਕਲ ਜਾ। 91 ਦੀ ਗੱਲ ਹੈ ਇਹ, 91 ਦੀ, ਇਹ ਮੇਰਾ ਖਿਆਲ ਹੈ ਇਹ ਅਪ੍ਰੈਲ 91 ਦੀ ਮਈ ਆ ਗਿਆ ਸੀ। ਅਪ੍ਰੈਲ 'ਚ ਤਾਂ ਆ ਬੋਲਿਆ ਨਾ, ਮਈ ਸ਼ੁਰੂ ਹੋ ਗਿਆ ਸੀ। ਉਹ ਫਿਰ ਨਾ ਤਾਂ ਉਹਨੇ ਆਪਣੇ ਵਰਕਰਾਂ ਨੂੰ ਦੱਸਿਆ, ਈਵਨ ਘਰਦਿਆਂ ਨੂੰ ਵੀ ਨਹੀਂ ਸੀ ਦੱਸਿਆ। ਉਹ ਚੁੱਪ ਚਪੀਤਾ, ਉਹਨੂੰ ਐਂ ਸੀ ਵੀ ਇੱਕ ਵਾਰ ਬਾਹਰ ਨਿਕਲੋ। ਤੇ ਜਿਹਦੇ ਕਰਕੇ ਚਲੋ ਵਰਕਰਾਂ ਨੂੰ ਵੀ ਹੁੰਦਾ ਯਾਰ ਸਾਨੂੰ ਇੱਥੇ ਮਤਲਬ ਛੱਡ ਕੇ ਤੇ ਚਲਿਆ ਗਿਆ। ਪਹਿਲਾਂ ਸਵਾਲ ਖੜੇ ਹੁੰਦੇ ਨੇ। ਫਿਰ ਉਹ ਚਿੱਠੀ ਪੱਤਰ ਮੈਂ ਪੜ੍ਹਿਆ ਜਿਹੜਾ ਉਹਨਾਂ ਦਾ ਆਪਦੇ ਵਰਕਰਾਂ ਨਾਲ ਹੋਇਆ, ਤੇ ਉਹ ਫਿਰ ਸਾਰੇ ਮਤਲਬ ਉਹਦੇ 'ਚ ਇੱਕ ਲੀਡਰਸ਼ਿਪ ਵਾਲੀ ਉਹਦੀ ਪਾਰਦਰਸ਼ਤਾ, ਉਹਦੀ ਸੁਹਿਰਦਤਾ, ਉਹ ਜੇ ਇੱਕ ਬੰਦੇ ਨੂੰ ਵਕਤੀ ਤੌਰ 'ਤੇ ਕਿਤੇ ਕੋਈ ਗੱਲ ਖੜੀ ਵੀ ਹੁੰਦੀ ਹੈ, ਉਹ ਬੜਾ ਚਿਰ ਨਹੀਂ ਸੀ ਰਹਿੰਦੀ। ਉਹਦਾ ਵਰਕਰਾਂ ਨੇ ਉਹਨੂੰ ਬਹੁਤ ਪਿਆਰ ਦਿੱਤਾ, ਬਹੁਤ ਪ੍ਰਵਾਨ ਕੀਤਾ। ਉਹ ਆਪਾਂ ਬਾਅਦ 'ਚ ਤੁਸੀਂ ਦੇਖੋ ਉਹਦੀ ਸ਼ਹੀਦੀ ਤੋਂ ਬਾਅਦ ਕਿੱਡੇ ਮਤਲਬ
ਚੈਲੰਜ ਸੀਗੇ, ਕਿਹੋ ਜਿਹੇ ਜ਼ੁਲਮ ਦੇ ਸੀ, ਖਿਲਾਫ਼ ਜਾਨਾਂ ਨੂੰ ਖਤਰਾ ਸਾਰਿਆਂ ਨੂੰ ਹੋ ਗਿਆ ਸੀ। ਸੋ ਉਹ ਜਿਹੋ ਜਿਹਾ ਉਹਨਾਂ ਨੇ ਮੁਕੱਦਮਾ ਲੜਿਆ ਤੇ ਹੋਰ ਸਾਰਾ ਕੁਝ ਆ, ਜਿਵੇਂ ਸਾਰੇ ਮਾਹੌਲ 'ਚ ਉਹਦੇ ਨਾਲ ਖੜੇ ਉਹ ਡਟ ਕੇ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਵੀ ਜਦੋਂ ਉਹ ਨਿਕਲਿਆ ਬਾਹਰ, ਉਹ ਆਹ ਚੀਜ਼ਾਂ ਲੈ ਕੇ ਨਿਕਲਿਆ ਵੀ ਇੱਕ ਤਾਂ ਹਿਊਮਨ ਰਾਈਟਸ ਦਾ ਮਸਲਾ ਕੌਮਾਂਤਰੀ ਪੱਧਰ ਤੇ ਲਿਜਾਇਆ ਜਾਵੇ। ਉੱਥੇ ਜਾਂਦੇ ਹੀ ਉਹਨੇ ਦਫ਼ਤਰ ਸੈੱਟ ਕਰ ਲਿਆ। ਕਦੋਂ ਜੁੜਦੇ ਆ ਮਨੁੱਖੀ ਅਧਿਕਾਰ ਵਿੰਗ ਦੇ ਨਾਲ ਜਿਹੜਾ ਉਹ ਤਾਂ ਫਿਰ ਜਦੋਂ ਉੱਥੋਂ ਇੰਗਲੈਂਡ ਤੋਂ ਮੁੜਿਆ ਆਉਂਦਾ ਵਾਪਸ ਆ ਕੇ 92 ਦੇ ਵਿੱਚ, ਪਰ ਉੱਥੇ ਉਹ 1 ਸਾਲ ਰਿਹਾ। ਉਸਨੇ ਉੱਥੇ ਸਿਆਸੀ ਪਨਾਹ ਲੈਣ ਵਾਸਤੇ ਦਰਖਾਸਤ ਦੇਤੀ। ਉੱਥੋਂ ਉਹਨੇ ਭਾਰਤ ਦੇ ਰਾਸ਼ਟਰਪਤੀ ਨੂੰ ਲੈਟਰ ਭੇਜਿਆ ਵੀ ਮੇਰੀ ਨਾਗਰਿਕਤਾ, ਮੈਂ ਭਾਰਤ ਦਾ ਨਾਗਰਿਕ ਨਹੀਂ, ਆਈ ਐਮ ਸਟੇਟਲੈਸ, ਮੈਂ ਬੇਵਤਨ ਹਾਂ, ਮੈਂ ਇਸ ਦੇਸ਼ ਨੂੰ ਆਪਦਾ ਦੇਸ਼ ਨਹੀਂ ਕਹਿ ਸਕਦਾ ਜਿੱਥੇ ਆਹ ਕੁਛ ਹੋ ਰਿਹਾ ਹੈ, ਇਸ ਕਰਕੇ ਮੇਰੀ ਨਾਗਰਿਕਤਾ ਕੱਟ ਦਿਓ ਭਾਵੇਂ। ਉਹਦਾ ਇਹ ਸੀਗਾ ਉੱਥੇ ਲੰਮਾ ਚਿਰ ਉਹਨੇ ਰਹਿਣਾ ਸੀ ਤੇ ਲੰਮਾ ਚਿਰ ਰਹਿ ਕੇ ਉਹਦੇ ਸਾਹਮਣੇ ਕਾਰਜ ਸੀ ਤੇ ਉੱਥੇ ਫਿਰ ਉਹ ਐਕਚੁਅਲੀ ਇਹਦਾ ਸੰਬੰਧ ਇੱਕ ਬਾਬਾ ਗੁਰਬਚਨ ਸਿੰਘ ਮਾਨੋਚਾਲ ਵਾਲੇ ਧੜੇ ਨਾਲ ਸੀ ਤੇ ਉੱਥੇ ਉਹਨਾਂ ਨੇ ਇੱਕ ਲਿਬਰੇਸ਼ਨ ਖਾਲਿਸਤਾਨ ਨਾਂ ਦਾ ਪਰਚਾ ਸ਼ੁਰੂ ਕੀਤਾ ਹੋਇਆ ਸੀ। ਉਹਦੇ 'ਚ ਇਹਨੇ ਬਹੁਤ ਲੇਖ ਲਿਖੇ, 1 ਸਾਲ 'ਚ ਪਤਾ ਨਹੀਂ ਕਿੰਨੇ ਲੇਖ ਲਿਖੇ ਆ, ਕੋਈ ਛਪੇ ਕੁਛ ਅਜੇ ਇਹਦੇ ਇਹਨੇ ਨਹੀਂ ਸੀ ਛਾਪੇ ਕਿਸੇ ਕਾਰਨ ਕਰਕੇ, ਪਰ ਉਹ ਹੱਥ ਲਿਖਤ ਕੁਛ ਪਏ ਆ। ਸੋ ਉੱਥੇ ਇਹਨੇ ਫਿਰ ਬਹੁਤ ਕੰਮ ਕੀਤਾ। ਹਿਊਮਨ ਰਾਈਟਸ ਦਾ ਮਤਲਬ ਉਹਦੀ ਦਫ਼ਤਰ ਕਾਇਮ ਕਰ ਲਿਆ, ਟੈਲੀ ਪ੍ਰਿੰਟਰ ਆ ਗਿਆ, ਮਤਲਬ ਚਿੱਠੀਆਂ ਲਿਖ ਕੇ UN ਨੂੰ ਭੇਜੋ, ਹਾਈ ਕਮਿਸ਼ਨ ਨੂੰ ਭੇਜੋ, ਜਿੱਥੇ ਜਿੱਥੇ ਵੀ ਗੱਲ ਪਹੁੰਚਾਈ ਜਾ ਸਕਦੀ ਸੀ, ਦਿਨ ਰਾਤ ਇੱਕ ਕਰਤਾ ਜਾ ਕੇ। ਸੋ ਇਹ ਕੁਛ ਕਰਦਿਆਂ 92 ਦੀਆਂ ਇਲੈਕਸ਼ਨਾਂ ਆ ਗਈਆਂ ਤੇ ਉਦੋਂ ਫਿਰ ਜਿਹੜਾ ਮੈਂ ਕਹਿਣਾ ਵੀ ਇਹ ਇਵੋਲਵ ਕਿਵੇਂ ਹੋਇਆ। ਇੱਕ ਤਾਂ ਬੰਦਾ ਹੁੰਦਾ ਨਾ ਬਸ ਵੀ ਕਿਤੇ ਉਹ ਇਹ ਸਾਰੀ ਕੁਛ ਨੂੰ ਦੇਖ ਰਿਹਾ ਸੀ। ਇਹ ਜਦੋਂ ਇੱਥੋਂ ਨਿਕਲਿਆ, ਇਹ 2-3 ਗੱਲਾਂ ਇਹਨੂੰ ਕਲੀਅਰ ਹੋ ਗਈਆਂ। ਹੁਣ IDP ਤਾਂ ਇਹ ਕਿਸੇ ਪੰਜਾਬ ਮਸਲੇ ਦਾ ਹੱਲ ਕਰੋ, ਖਾੜਕੂ ਨਾਲ ਗੱਲ ਕਰੋ, ਇਹਨੇ ਲੱਗਿਆ ਹੱਲ ਨਹੀਂ ਹੋਣਾ। ਭਾਰਤੀ ਢਾਂਚੇ ਦੇ ਅੰਦਰ ਸਿੱਖਾਂ ਦੇ ਮਸਲੇ ਦਾ ਹੱਲ ਹੈ ਹੀ ਨਹੀਂ। ਇਹ ਸਪਸ਼ਟ ਨਿਰਣੇ ਤੇ ਪਹੁੰਚ ਗਿਆ ਵੀ ਹੁਣ ਆਜ਼ਾਦੀ ਆ ਬਸ, ਉਦੋਂ ਉਰੇ ਕੁਛ ਨਹੀਂ। ਹੁਣ ਆਜ਼ਾਦੀ ਲਈ ਲੜੋ, ਇਕਾਗਰ ਹੋ ਕੇ ਸਾਰੀ ਸੁਰਤ ਉੱਥੇ ਕੇਂਦਰਿਤ ਕਰੋ ਤੇ ਇਹੋ ਜਿਹੀ ਝਾਕ, ਇਹੋ ਜਿਹੇ ਜਿਹੜੇ ਭਰਮ ਮਨਾਂ ਚੋਂ ਇਹ ਕੱਢ ਦਿਓ। ਹੁਣ ਇਹ ਉਹਨਾਂ 'ਚ ਲਿਖਿਆ, ਸਾਰੇ ਲੇਖ ਉਹਦੇ ਤੁਸੀਂ ਪੜ੍ਹ ਕੇ ਦੇਖੋ। ਉਹਨੇ ਇੱਕ ਤਾਂ ਉਹ ਇਸ ਨਿਰਣੇ ਦੇ ਉੱਤੇ ਪਹੁੰਚ ਗਿਆ ਤੇ ਦੂਜਾ ਇਹ ਹੈ ਵੀ ਇਕੱਠੇ ਹੋਵੋ। ਉਹਨੂੰ ਇਹ ਸੀ ਵੀ ਮੈਂ ਸ਼ਾਇਦ ਉਹ ਰੋਲ ਪਲੇ ਕਰੂੰ, ਪਰ ਕਈ ਵਾਰ ਬੰਦੇ ਨੂੰ ਜੋ ਲੱਗਦਾ ਹੁੰਦਾ ਪ੍ਰੋਬਲਮ ਐਕਚੁਅਲੀ ਉਦੋਂ ਕਿਤੇ ਵੱਡੀ ਹੁੰਦੀ ਹੈ, ਬੰਦੇ ਦੇ ਵੱਸ ਦਾ ਰੋਗ ਹੀ। ਬੰਦਾ ਚਾਹੇ ਜਿੰਨਾ ਮਰਜ਼ੀ ਉਹਦੀ ਸੁਹਿਰਦ ਭਾਵਨਾ ਹੋਵੇ, ਉਹ ਕਿਤੇ ਉਹਦੇ ਵੱਡੀਆਂ ਗੱਲਾਂ ਪਈਆਂ ਹੋਰ ਹੁੰਦੀਆਂ, ਪਰ ਉਹਨੇ ਇਹ ਯਤਨ ਸੀਗਾ। ਤੀਜਾ ਉਹਨੂੰ ਇਹ ਸੀ ਵੀ ਜਿਹੜੇ ਵੀ ਅਜੇ ਸਿੱਖ ਨਹੀਂ ਜੁੜੇ ਖਾੜਕੂ ਲਹਿਰ ਨਾਲ, ਸੰਘਰਸ਼ ਨਾਲ, ਆਜ਼ਾਦੀ ਦੀ ਲੜਾਈ ਨਾਲ, ਉਹਨਾਂ ਨੂੰ ਜਚਾਈ ਜਾਵੇ ਗੱਲ। ਇਹਦਾ ਪ੍ਰਾਪੇਗੰਡਾ ਕਰਨਾ ਸੀ ਨਾ ਵੀ ਲੇਖ ਲਿਖਣੇ ਅਖਬਾਰਾਂ ਰਾਹੀਂ। ਉਹ ਆਪਦੇ ਪਰਚੇ 'ਚ ਵੀ ਲਿਬਰੇਸ਼ਨ ਖਾਲਿਸਤਾਨ 'ਚ ਵੀ ਜਿਹੜੇ ਉੱਥੇ 2-3 ਪਰਚੇ ਨਿਕਲਦੇ ਸੀ ਇੰਗਲੈਂਡ 'ਚ, ਉਹਨਾਂ 'ਚ ਵੀ ਉਹ ਰੈਗੂਲਰਲੀ ਲੇਖ ਲਿਖਦਾ ਰਿਹਾ। ਸੋ ਇਹ ਸੀ ਉਹਦਾ ਵੀ ਇੱਕ ਤਾਂ ਅਵੇਅਰਨੈਸ ਲਿਜਾਈਏ, ਇੱਕ ਏਕਤਾ ਦਾ ਮਾਹੌਲ ਸਿਰਜੀਏ ਤੇ ਇੱਕ ਜਿਹੜਾ ਨਿਸ਼ਾਨਾ ਹੈ ਉਹਦੇ ਬਾਰੇ ਜਿਹੜੀ ਦੁਬਿਧਾ ਬਣੀ ਪਈ ਹੈ ਜਾਂ ਅਸਪਸ਼ਟਤਾ ਉਹ ਦੂਰ ਕਰੀਏ। ਨਹੀਂ ਇੱਕ ਕਦਮ ਵੀ ਅੱਗੇ ਪੁੱਟਿਆ ਨਹੀਂ ਜਾਣਾ। ਇਹ ਉਹਨੇ ਮਿਸ਼ਨ ਕੀਤਾ ਪੂਰੇ ਜ਼ੋਰ ਸ਼ੋਰ ਨਾਲ। ਉਹ ਇਸ ਕਰਕੇ ਜਦੋਂ ਫਿਰ 92 ਦੀ ਇਲੈਕਸ਼ਨ ਅਨਾਊਂਸ ਹੋਈ, ਹੁਣ ਤੁਹਾਨੂੰ 91 ਦੀ ਮੈਂ ਇਲੈਕਸ਼ਨ ਦਾ ਦੱਸਦਾ। ਜਦੋਂ 91 ਦੀ ਇਲੈਕਸ਼ਨ ਅਨਾਊਂਸ ਹੋਈ ਤਾਂ ਉਹ ਇਲੈਕਸ਼ਨ ਉਹਨਾਂ ਨੇ 30 ਘੰਟੇ ਪਹਿਲਾਂ ਕੈਂਸਲ ਕਰਤੀ ਹੋਣ ਤੋਂ, ਕਿਉਂਕਿ ਇਲੈਕਸ਼ਨ ਕਰਵਾ ਰਿਹਾ ਸੀ ਚੰਦਰ ਸ਼ੇਖਰ ਦੀ ਉਹਨਾਂ ਨੇ ਸਰਕਾਰ ਡੇਗਤੀ ਕਾਂਗਰਸ ਨੇ। ਨਰਸਿਮਹਾ ਰਾਓ ਆ ਗਿਆ, ਉਹਨੇ ਆਉਂਦੇ ਨੇ ਪਹਿਲਾ ਜਿਹੜਾ ਫੈਸਲਾ ਕੀਤਾ ਉਹ ਇਹ ਸੀ ਵੀ ਪੰਜਾਬ ਦੀ ਚੋਣ ਮੁਲਤਵੀ। 30 ਘੰਟੇ ਰਹਿੰਦੇ ਸੀ ਚੋਣ ਹੋਣ 'ਚ। ਉਦੋਂ ਇੰਡੀਆ ਟੂਡੇ ਦੇ ਇੱਕ ਪੱਤਰਕਾਰ ਨੇ, ਇਹ ਆਪਾਂ ਜਦੋਂ ਲਹਿਰ ਦਾ ਕਿਤੇ ਰਿਵਿਊ ਹੋਊ ਨਾ, ਜਿਹੜੇ ਉਸ ਮੌਕੇ ਦੇ ਕੁਝ ਵੱਡੇ ਦਿਮਾਗਾਂ ਵਾਲੇ ਪੱਤਰਕਾਰ ਸੀ, ਉਹ ਇਕੱਲੀ ਰਿਪੋਰਟਿੰਗ ਨਹੀਂ ਸੀ ਕਰਦੇ, ਉਹ ਸਟੇਟ ਨੂੰ ਗਾਈਡ ਕਰਦੇ ਸੀ, ਕਿਉਂਕਿ ਥੱਲਿਓਂ ਉਹਨਾਂ ਨੂੰ ਪਤਾ ਸੀ ਗਰਾਊਂਡ ਰਿਐਲਿਟੀ ਕੀ ਹੈ। ਤੇ ਉਹਦੇ 'ਚ ਫਿਰ ਉਹ ਉਹਨਾਂ ਨੂੰ ਐਨਾਲਿਸਿਸ ਕਰਕੇ ਦਿੰਦੇ ਸੀ, ਜਿਹਦੇ 'ਚ ਮੈਨੂੰ 2 ਬੰਦਿਆਂ ਦਾ ਹੈਗਾ, ਗੋਬਿੰਦ ਠੁਕਰਾਲ ਗਰਾਊਂਡ ਰਿਐਲਿਟੀ ਦੱਸਦਾ ਸੀ ਤੇ ਜਿਹੜਾ ਹੈਗਾ ਸ਼ੇਖਰ ਗੁਪਤਾ, ਤੁਸੀਂ ਉਹਦੇ ਪੜ੍ਹ ਕੇ ਦੇਖੋ ਇਹੋ ਜਿਹਾ ਐਨਾਲਿਸਿਸ, ਮਤਲਬ ਦੈਟ ਵੇ ਬ੍ਰਿਲੀਅੰਟ ਮਾਈਂਡ ਉਹਨੂੰ ਸੀ। ਫਿਰ ਉਹਨੇ ਲਿਖਿਆ ਇੰਡੀਆ ਟੂਡੇ ਦੇ ਵਿੱਚ 15ਵਾੜਾ ਪੇਪਰ ਸੀ, ਉਹ ਕਹਿੰਦਾ ਵੀ ਚੰਦਰ ਸ਼ੇਖਰ ਵੱਲੋਂ ਵੋਟਾਂ ਦਾ ਐਲਾਨ ਕਰਨ ਨਾਲ ਖਾੜਕੂ ਸਭਾ 'ਚ ਖਲਾਰਾ ਪੈ ਗਿਆ ਸੀ ਆਪਸ ਵਿੱਚ ਹੀ।
ਤੇ ਹੁਣ ਇਹ ਚੋਣਾਂ ਮੁਲਤਵੀ ਹੋਣ ਨਾਲ ਉਹਨਾਂ ਨੂੰ ਮੁੜ ਕੇ ਇਕੱਠੇ ਹੋਣ ਦਾ ਸਮਾਂ ਦੇਤਾ ਤੁਸੀਂ। ਇਹ ਮਾੜੀ ਗੱਲ ਹੋਈ, ਜਿਹਦਾ ਮਤਲਬ ਇਲੈਕਸ਼ਨ ਕਾਹਦੇ ਵਾਸਤੇ ਕਰਾ ਰਹੇ। ਜੀ ਜੀ ਜੀ। ਉਹਨਾਂ ਨੀਤਾਂ ਦੇਖੋ ਪਿੱਛੇ। ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸਿਫਤ ਸੀ ਉਹ ਇਹ ਸੀ, ਮੈਂ ਜਿਹਨੂੰ ਸਮਝ ਗਏ ਸੀ, ਮਤਲਬ ਪਿੱਛੇ ਜਾ ਕੇ ਦੇਖਦੇ ਧੁਰ ਤੱਕ ਜਾਂਦੇ ਸੀ ਵੀ ਤੁਸੀਂ ਇਸ ਗੱਲ ਨੂੰ ਸਮਝੋ ਜਾ ਜੀ ਕੇ। ਜੀ ਜੀ। ਫਿਰ ਉਹਨੇ ਮਤਲਬ ਆਪਾਂ ਅੱਗੇ ਜਾ ਕੇ ਕਰਾਂਗੇ 93 ਦੀ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਤੁਹਾਨੂੰ ਇਹ ਹੈ ਵੀ ਕਾਂਗਰਸ ਨੇ ਜ਼ੁਲਮ ਕਰਤਾ, ਕਾਂਗਰਸ ਨੇ, ਕਿਉਂਕਿ ਬਾਦਲ ਜਿੱਤੇ ਹੀ ਇਸ ਤਰ੍ਹਾਂ ਸੀ ਵੀ ਕਾਂਗਰਸ ਨੇ ਜ਼ੁਲਮ ਕਰਤਾ, ਕਾਂਗਰਸ ਨੇ ਜ਼ੁਲਮ ਕਰਤਾ। ਉਹ ਕਹਿੰਦਾ ਵੀ ਕਾਂਗਰਸ ਨੇ ਇਹ ਪੂਰਾ ਸੱਚ ਨਹੀਂ। KPS ਗਿੱਲ ਕਾਂਗਰਸ ਦਾ ਕਾਰਡ ਹੋਲਡਰ ਹੈ, ਆ ਜਿਹੜੇ ਬੁੱਚੜਨ ਸਾਰੇ ਇਹ ਉਹਨਾਂ ਦੇ ਕਾਰਡ ਹੋਲਡਰ ਹੈ। ਕਾਂਗਰਸ ਤਾਂ ਸੰਧ ਬਣ ਰਹੀ ਹੈ, ਇਹ ਭਾਰਤੀ ਸਟੇਟ ਨੇ ਜ਼ੁਲਮ ਕੀਤਾ ਹੈ। ਜੇ ਇਹ ਚੇਤਨਤਾ ਨਹੀਂ ਆਊਗੀ ਫਿਰ ਤੁਸੀਂ ਸਰਕਾਰਾਂ ਜੀ ਬਦਲੀ ਜਾਓਗੇ ਤੇ ਇਹ ਮਾਰਾਂ ਖਾਈ ਜਾਓਗੇ। ਇਹ ਜਸਵੰਤ ਸਿੰਘ ਖਾਲੜਾ ਜਿਹੜਾ ਹਰ ਮਸਲੇ ਤੇ ਚਿੰਤਨ ਕਰਨਾ ਤੇ ਫਿਰ ਉਹਨੂੰ ਗੱਲ ਨੂੰ ਨਿਤਾਰਨਾ, ਪਿੱਛੇ ਤੱਕ ਡੂੰਘਾਈ ਤੱਕ ਜਾਣਾ, ਤੇ ਉਹ ਸੱਚ ਲੋਕਾਂ ਸਾਹਮਣੇ। ਤੁਸੀਂ ਉਹਦੇ ਲੇਖ ਪੜ੍ਹ ਕੇ ਦੇਖੋ, ਮਤਲਬ ਖੁਦ ਮੈਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਹੋਈ ਵੀ ਜਦ ਅਸੀਂ ਇਕੱਠੇ ਕੰਮ ਕੀਤਾ, ਪਰ ਮੈਨੂੰ ਨਹੀਂ ਸੀ ਪਤਾ ਉਹ ਇੰਨਾ ਗਰੋ ਕਰ ਗਿਆ। ਇਹ ਮੇਰਾ ਤਾਂ ਚਿੱਤ ਖੁਸ਼ ਹੋ ਗਿਆ ਸੀ ਯਾਰ, ਉਹ ਤਾਂ ਮੈਨੂੰ ਲੱਗਿਆ ਵੀ ਇਹ ਤਾਂ ਅਜੇ ਰਹਿਣਾ ਚਾਹੀਦਾ ਸੀ ਬੰਦਾ। ਸੋ ਉਹਨੇ ਇਸ ਤਰ੍ਹਾਂ ਗਰੋ ਕੀਤਾ, ਉਹਨੇ ਇਲੈਕਸ਼ਨਾਂ ਦੇ ਸਾਰੇ ਮਸਲੇ ਨੂੰ ਇਸ ਤਰ੍ਹਾਂ ਦੇਖਿਆ। ਫਿਰ 92 ਦੀਆਂ ਇਲੈਕਸ਼ਨਾਂ ਬਾਰੇ ਲੰਮਾ ਲੇਖ ਆ ਉਹਦਾ ਵੀ ਕੀ ਦਲੀਲਾਂ ਦਿੱਤੀਆਂ ਜਾ ਰਹੀਆਂ, ਇੱਕ ਦਲੀਲ ਭੰਨੀ ਉਹਨੇ। ਤੇ ਚਲੋ ਇਹ ਇੱਕ ਵੱਖਰਾ ਵਿਸ਼ਾ ਹੈ ਨਾ, ਇਹ ਤੇ ਤਾਂ ਚਲੋ ਬਹਿਸਾਂ ਚੱਲਦੀਆਂ ਰਹਿਣੀਆਂ, ਕੋਈ ਇਹ ਨਹੀਂ ਵੀ ਮਤਲਬ ਨਾ ਮੇਰੀ ਗੱਲ ਫਾਈਨਲ ਹੈ ਨਾ ਜਸਵੰਤ ਸਿੰਘ ਦੀ, ਠੀਕ ਹੈ ਨਾ। ਇਹ ਤਾਂ ਵਿਸ਼ੇ ਅੱਡੋ ਅੱਡ ਨਜ਼ਰੀਏ ਆਉਣੇ ਨੇ ਤੇ ਉਹ ਬੰਦਿਆਂ ਤੇ ਚੱਲਦੀਆਂ ਰਹਿਣੀਆਂ। ਫਿਰ ਜਿਹੜੀ ਮੈਂ ਕਹਿਣਾ ਗੱਲ ਜਿਹੜੀ ਬਹੁਤ ਵੱਡੀ ਹੋਈ, ਤੂੰ ਦੇਖੋ ਉਹ ਸਿਆਸੀ ਪਨਾਹ ਵਾਸਤੇ ਦਰਖਾਸਤ ਦਿੱਤੀ ਹੈ, ਭਾਰਤ ਦੀ ਨਾਗਰਿਕਤਾ ਉਹਨੇ ਕਿਹਾ ਮੇਰੀ ਰੱਦ ਕਰ ਦਿਓ। ਜਦੋਂ 92 ਦੀ ਇਲੈਕਸ਼ਨ ਹੋ ਜਾਂਦੀ ਹੈ, ਉਹ ਹੁਣ ਇਲੈਕਸ਼ਨ ਤਾਂ ਇੰਨੀ ਕਾਮਯਾਬ ਹੋ ਗਈ ਕਿਸੇ ਨੂੰ ਉਮੀਦ ਨਹੀਂ ਸੀ। ਜਿਹੜੇ ਕਸ਼ਮੀਰੀ ਖਾੜਕੂ ਸੀ ਕਦੇ ਵੀ ਇੰਨੀ ਸਫਲ ਨਹੀਂ ਸੀ ਕਰਵਾ ਸਕੇ। ਪੰਜਵੜ ਪਿੰਡ ਐਡਾ ਵੱਡਾ ਹੈ, ਉੱਥੋਂ ਦਾ ਜਿਹੜਾ ਸੀਗਾ ਗੁਰਦਿਆਲ ਸਿੰਘ ਢਿੱਲੋਂ ਲੋਕ ਸਭਾ ਦਾ ਸਪੀਕਰ, ਇੱਕ ਉਹਨੇ ਵੋਟ ਪਾਈ, ਇੱਕ ਉਹਦੇ ਪਰਿਵਾਰ ਦੇ ਹੋਰ ਮੈਂਬਰ ਨੇ, ਸਾਰੇ ਪਿੰਡ ਚੋਂ 2 ਵੋਟਾਂ। ਐਡੇ ਵੱਡੇ ਪਿੰਡ ਚੋਂ, ਪੇਂਡੂ ਖੇਤਰ 'ਚ ਬਿਲਕੁਲ ਸਫਾਇਆ ਸੀਗਾ, ਐਡਾ ਹੁੰਗਾਰਾ ਲੋਕਾਂ ਦਾ, ਲੋਕਾਂ ਨੇ ਸਾਥ ਦਿੱਤਾ ਬਿਲਕੁਲ। ਜਿਹੜਾ ਕਹਿੰਦੇ ਨਾ ਖਾੜਕੂ ਲਹਿਰ ਤਾਂ ਉਦੋਂ ਕਮਜ਼ੋਰ ਪੈ ਗਈ ਸੀ, ਤੁਸੀਂ ਲੋਕਾਂ ਦਾ ਹੁੰਗਾਰਾ ਤਾਂ ਦੇਖੋ। ਕਈ ਕਹਿੰਦੇ ਨੇ ਕਾਰਨ ਬਣਿਆ ਵੀ ਕਾਂਗਰਸ ਬਹੁਤ ਛੋਟੇ ਜਿਹੇ ਮਤ ਨਾਲ ਜਿੱਤ ਗਈ। ਇਹ ਤਾਂ ਚਲੋ ਇੱਕ ਨਜ਼ਰੀਆ ਨਾ ਦੇਖਣ ਦਾ। ਕਾਂਗਰਸ ਨੇ ਮਤਲਬ ਉਹੀ ਗੱਲ ਜਿਹੜੀ ਜਸਵੰਤ ਜਾ ਕੇ ਫੜਦਾ ਸੀ, ਤੁਸੀਂ ਸਟੇਟ ਨੂੰ ਕਿਉਂ ਨਹੀਂ ਸਮਝ ਰਹੇ? ਸਟੇਟ ਨੇ ਖਾੜਕੂਆਂ ਨੂੰ ਅੱਗੇ ਆਉਣ ਦੇ ਦੇਣਾ ਸੀ? ਉਹ ਸਿਚੁਏਸ਼ਨ 'ਚ ਉਹਨੇ ਬਾਦਲ ਨੂੰ ਨਹੀਂ ਸੀ ਆਉਣ ਦੇਣਾ। ਤੁਸੀਂ ਹੁਣ ਹੀ ਦੇਖ ਲਓ, ਆ ਪਿਛਲੀ ਇਲੈਕਸ਼ਨ 'ਚ BJP ਨੇ ਆਖਰੀ ਰਾਤ ਜਾ ਕੇ ਇਹ ਫੈਸਲਾ ਕੀਤਾ ਵੀ ਬਾਦਲ ਨਾਲੋਂ ਅਮਰਿੰਦਰ ਠੀਕ ਹੈ ਸਾਨੂੰ। ਇਹ ਸੁਖਵੀਰ ਵੀ ਕਹਿ ਚੁੱਕਿਆ, ਇਹ ਗੱਲ ਸਪਸ਼ਟ ਹੋ ਚੁੱਕੀ ਹੈ, ਅੰਦਰ ਖਾਤੀ ਉਹਨਾਂ ਨੇ ਉਹ ਕੀਤਾ। ਉਹ ਬੜੇ ਹਿਸਾਬ ਕਿਤਾਬ ਲਾਉਂਦੇ ਆ ਵੀ ਅੱਜ ਸਾਡਾ ਪੱਖ 'ਚ ਕੌਣ ਹੈ, ਪੱਖ 'ਚ ਨਹੀਂ, ਜਿਹੜਾ ਟੂਲ ਕੌਣ ਵਧੀਆ ਬਣ ਸਕਦਾ। ਪੱਖ 'ਚ ਤਾਂ ਬਾਦਲ ਤਾਂ ਉਦੋਂ ਵੱਧ ਪੱਖ ਸੀਗਾ, ਪੱਖ ਦੀ ਗੱਲ ਨਹੀਂ, ਸਮਰੱਥ ਕੌਣ ਹੈ। ਉਹਨਾਂ ਨੇ ਸਿੱਖਾਂ ਨੂੰ ਕੋਈ ਰਿਆਇਤ ਇਹੋ ਜਿਹਾ ਕੋਈ ਉਹ ਖਾਤਰਾ ਮੁੱਲ ਲੈ ਲੈਣ। 99 'ਚ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਦੇ ਵਰ ਕਾਟ ਅਨਅਵੇਅਰ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਭਾਣਾ ਵਾਪਰੂ। ਤੁਸੀਂ ਹੈਰਾਨ ਹੋਵੋਗੇ ਜਦੋਂ ਇਹ ਖਾੜਕੂ ਕੈਂਡੀਡੇਟ ਖੜੇ ਹੋਏ, ਜਿਹੜੇ ਸ਼ਹਿਰ ਦੇ ਵਿੱਚ ਉਹ ਮਾਰਚ ਕਰਕੇ ਇੱਕ ਆਪਦੀ ਸਟਰੈਂਥ ਦਿਖਾਉਣੀ ਹੁੰਦੀ ਹੈ ਨਾ, ਪ੍ਰਭਾਵ ਪਾਉਣਾ ਹੁੰਦਾ ਹੈ। ਕਾਂਗਰਸੀਆਂ ਨੇ ਬੰਦੇ ਢੋਏ ਸੀ ਵੀ ਇਹਨਾਂ ਦੇ ਵਾਹਵਾ ਬੰਦੇ ਦਿਸਣ ਤਾਂ ਕਿ ਅਕਾਲੀ ਵੋਟ ਨੂੰ ਵਾਹਵਾ ਤੋੜ ਜਾਣ। ਉਹਨਾਂ ਨੂੰ ਕੀ ਪਤਾ ਸੀ ਆਪ ਹੁੰਜਾ ਫੇਰ ਜਾਣਗੇ। ਸੋ ਇਹ ਮਤਲਬ ਸਟੇਟ ਨੂੰ ਸਮਝੋ, ਜਿਹੜੇ ਬੰਦੇ ਨਾ ਸੌਖਾ ਜਿਹਾ ਬਣਾ ਰਹੇ ਨੇ ਵੀ ਬਸ ਅਸੀਂ ਆਏ ਪਏ ਸੀ, ਉਹਨਾਂ ਨੂੰ ਕੁਝ ਵੀ ਕਰਨਾ ਪੈਂਦਾ। ਹਰ ਹੱਥਕੰਡਾ ਬਣਾਉਂਦੇ, ਹਰ ਹੱਥਕੰਡਾ। ਹਾਂ, ਜਿੱਦਾਂ ਉਹਨਾਂ ਦੇ ਲੱਤ ਹੇਠ ਦੀ ਲੰਘ ਕੇ ਕੋਈ ਯਕੀਨ ਦਵਾ ਗਿਆ ਵੀ ਫਿਕਰ ਨਾ ਕਰੋ, ਅਸੀਂ ਇੱਥੋਂ ਵੀ ਵੱਧ ਕੇ ਉਹ ਕਰਾਂਗੇ, ਉਹਦੇ ਉਹਨੂੰ ਸਤਾ ਸੌਂਪ ਦੇਣਗੇ। ਸਮੇਂ ਦੇ ਸਾਹਮਣੇ ਮੋਹਰਾ ਲੱਭ। ਤੁਸੀਂ ਇਹਦਾ ਇੱਕ ਲੇਖ ਪੜ੍ਹੋ ਜਸਵੰਤ ਸਿੰਘ ਦਾ, ਵੀ ਤੁਸੀਂ ਉੱਥੇ ਜਾ ਕੇ ਦੇਖੋ ਗੱਲ ਕਿੱਥੇ ਹੈ। ਸਟੇਟ ਨੂੰ ਦੇਖੋ, ਪਾਰਟੀਆਂ ਤਾਂ ਮਖੌਟੇ ਹੈ।
ਸੋ ਹੁਣ ਇਹ ਗੱਲ ਜਿਹੜੀ ਆ, ਜਦੋਂ ਉਹਨੇ ਇਹ ਦੇਖ ਲਿਆ ਵੀ ਇਲੈਕਸ਼ਨ ਹੋ ਗਈ, ਇੰਨੀ ਸਫਲ ਹੋ ਗਈ, ਉਹਨੂੰ ਇਸ ਗੱਲ ਦਾ ਬੜਾ ਮਲਾਲ ਰਿਹਾ। ਮੈਨੂੰ ਵੀ ਬੜਾ ਸੀ ਉਦੋਂ ਵੀ ਯਾਰ, ਉਦੋਂ ਬਾਅਦ ਖਾੜਕੂਆਂ ਨੇ ਕੋਈ ਵੀ ਸੱਦਾ ਨਾ ਦਿੱਤਾ ਵੀ ਇਹ ਸਰਕਾਰ ਨੂੰ ਹੁਣ ਵੀ ਇਹ ਨਜਾਇਜ਼ ਸਰਕਾਰ ਹੈ, ਇਲੀਸਿਟ ਜਿਹਨੂੰ ਕਹਿੰਦਾ ਵੀ ਇਹ ਤਾਂ ਆ ਵੋਟਾਂ ਨੂੰ ਕੋਈ ਜਿਹਨੇ ਲੈ ਕੇ ਆਏ ਨੇ। MLA ਵੀ ਇੰਨੇ ਬੇਸ਼ਰਮ, ਮਤਲਬ ਜਿਹੜਾ ਮਾਨਸਾ ਜੋਗੇ ਤੋਂ ਜਿੱਤਿਆ ਬੰਦਾ, ਉਹ CBML ਦਾ ਕਾਮਰੇਡਾਂ ਦਾ 380 ਵੋਟਾਂ, ਸਰਪੰਚ ਨੂੰ ਤੋਂ ਵੀ ਘੱਟ, ਉਹ ਪਿੰਡ ਦੇ ਪੰਚ ਨੂੰ ਮਿਲਦੀਆਂ ਹੁੰਦੀਆਂ। MLA ਦੀਆਂ ਵੋਟਾਂ ਤੇ ਉਹਨਾਂ ਨੂੰ ਇਹ ਗੱਲ ਦੀ ਕੋਈ ਸ਼ਰਮ ਨਾ ਆਈ, ਸਹੁੰ ਚੁੱਕ ਕੇ ਉਹ ਪੂਰਾ MLA ਜੀ। ਸੋ ਇਹ ਹਾਲਤ ਭਾਈ ਬਣੀ ਹੋਈ ਸੀਗੀ। ਤੇ ਜਸਵੰਤ ਨੂੰ ਇਹ ਲੱਗਿਆ ਵੀ ਯਾਰ ਉਦੋਂ ਬਾਅਦ ਖਾੜਕੂਆਂ ਨੂੰ ਕੋਈ ਸੱਦਾ ਦੇਣਾ ਚਾਹੀਦਾ ਸੀ ਵੀ ਇਹ ਸਰਕਾਰ ਚੱਲਣ ਨਹੀਂ ਦੇਣੀ, ਇਹਦੇ ਪੈਰ ਨਾ ਲੱਗਣ ਦਿਓ। ਜਦੋਂ ਲੋਕਾਂ ਦਾ ਐਡਾ ਸਮਰਥਨ ਮਿਲ ਗਿਆ, ਤੁਹਾਨੂੰ ਪੂਰਾ ਹੁੰਗਾਰਾ ਮਿਲ ਗਿਆ, ਇਹਨੂੰ ਕੋਈ ਅਗਲਾ ਵੀ ਦਿਓ ਪ੍ਰੋਗਰਾਮ। ਇਹ ਮੈਨੂੰ ਵੀ ਉਦੋਂ ਸੀ, ਪਰ ਮੈਨੂੰ ਹੁਣ ਸਾਫ਼ ਹੋਇਆ ਵੀ ਸਾਡੀ ਵਿਸ਼ਫੁਲ ਥਿੰਕਿੰਗ ਸੀ। ਲਹਿਰ ਦੇ ਅੰਦਰਲੀ ਹਾਲਤ ਬਹੁਤ ਹੋਰ ਤਰ੍ਹਾਂ ਹੋ ਚੁੱਕੀ ਸੀ। ਲਹਿਰ ਦਾ ਨੁਕਸਾਨ ਵੀ ਹੋ ਗਿਆ ਸੀ, ਅਦਰਵਾਈਜ਼ ਵੀ ਬੜਾ ਕੁਝ ਹੋ ਗਿਆ ਸੀਗਾ। ਇਹ ਤਾਂ ਚਲੋ ਐਂ ਵੀ ਜੋ ਹੋਣਾ ਚਾਹੀਦਾ ਸੀ, ਪਰ ਇਹ ਹੋਣਾ ਨਹੀਂ ਸੀ, ਇਹ ਹੋ ਸਕਣਾ ਨਹੀਂ ਸੀ, ਹੈ ਨਾ। ਤੇ ਇਹ ਫਿਰ ਉਹਨੇ ਕੀ ਕੀਤਾ, ਫਿਰ ਉਹਦਾ ਭਰਾ ਦੱਸਦਾ ਜਿੱਥੇ ਉਹ ਠਹਿਰਿਆ ਹੋਇਆ ਸੀ ਅਮਰਜੀਤ ਕੋਲੇ, ਉਹ ਕਹਿੰਦਾ ਇਹ ਬਸ ਇਦੋਂ ਬਾਅਦ ਨਾ ਫਿਰ ਉਹ ਬਹੁਤ ਗੰਭੀਰ ਰਹਿਣ ਲੱਗ ਗਿਆ। ਜਾਂ ਬੈਠਾ ਸੋਚੀ ਜਾਂਦਾ ਕਮਰੇ 'ਚ, ਜਾਂ ਪਾਠ ਕਰ ਰਿਹਾ, ਬਹੁਤ ਘੱਟ ਗੱਲਬਾਤ ਕਰਦਾ ਹੈ, ਲਗਾਤਾਰ ਸੋਚਾਂ 'ਚ ਡੁੱਬਿਆ ਪਿਆ। ਫਿਰ ਅਚਾਨਕ ਇੱਕ ਦਿਨ ਮਤਲਬ ਕਹਿੰਦਾ ਵੀ ਅਮਰਜੀਤ ਮੇਰਾ ਪਾਸਪੋਰਟ ਹੋਮ ਉਹ ਤੋਂ ਮੰਗਾ ਦਿਓ ਡਿਪਾਰਟਮੈਂਟ ਤੋਂ, ਮੈਂ ਵਾਪਸ ਜਾਣਾ ਹੈ। ਅਚਾਨਕ ਇਹ ਕਹਿੰਦੇ ਹੱਦ ਹੋ ਗਈ ਵੀ ਤੇਰੇ ਉਹ ਮਿਲਣ ਵਾਲੀ ਹੈ ਤੈਨੂੰ ਅਸਾਈਲਮ ਪਨਾਹ, ਤੇ ਇਸ ਤਾਂ ਬੱਚਿਆਂ ਨੂੰ ਤੇ ਭਾਬੀ ਨੂੰ ਵੀ ਬੁਲਾਉਣ ਦਾ ਇੰਤਜ਼ਾਮ ਕਰੀ ਬੈਠਿਆ ਵੀ ਸਾਰਾ ਪਰਿਵਾਰ ਇੱਥੇ ਇਕੱਠਾ ਹੋਵੇ, ਤੇ ਤੂੰ ਕਹਿੰਦਾ ਨਹੀਂ, ਕਹਿੰਦਾ ਜੋ ਹੁਣ ਮੈਂ ਕੰਮ ਕਰਨਾ ਉਹ ਇੱਥੇ ਬਹਿ ਕੇ ਨਹੀਂ ਹੋਣਾ। ਇਹ ਜਿਹੜਾ ਫੈਸਲਾ ਨਾ ਉਹਦਾ, ਨਾਲੇ ਪਤਾ ਸੀ ਵੀ ਮੌਤ ਮੂਹਰੇ ਖੜੀ ਹੈ ਨਾ, ਬਿਲਕੁਲ। ਉਹਨੂੰ ਉੱਥੇ ਜੌਨ ਵਾਟਸਨ ਸੀ MP, ਉਹਦੇ ਨਾਲ ਬਹੁਤ ਦੋਸਤੀ ਸੀ, ਗੋਰਾ ਸੀ, ਉਹਨੇ ਬਹੁਤ ਵਾਸਤੇ ਪਾਏ, ਤੂੰ ਬਰਦ ਦੀ ਅੱਗ 'ਚ ਛਾਲ ਮਾਰ ਰਿਹਾ ਵੀ ਤੂੰ ਆਪ ਤਾਂ ਕਹਿ ਰਿਹਾ ਉੱਥੇ ਹਾਲਤ ਕੀ ਹੈ। ਹੁਣ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ, ਜਿਹੜੀ ਮੈਂ ਗੱਲ ਕਿਤਾਬ 'ਚ ਵੀ ਲੈ ਕੇ ਆਇਆ, ਇਹ ਨਹੀਂ ਸਮਝੇ ਜਾਂਦੇ। ਜਿਹੜੇ ਬੰਦੇ ਰੈਸ਼ਨਲਿਸਟ ਨੇ, ਜਿਹੜੇ ਤਰਕਵਾਦੀ, ਉਹਨਾਂ ਨੂੰ ਲੱਗੂ ਇਹ ਬਚਪਨਾ ਸੀ ਜਾਂ ਮੂਰਖਪਣਾ ਸੀ ਵੀ ਉਹਨੂੰ ਇੰਨੀ ਵੀ ਗੱਲ ਨਾ ਦਿਸੀ। ਨਹੀਂ, ਇਹ ਇੱਥੇ ਜਿਹੜੀ ਗੱਲ ਕਿਸ ਤੋਂ ਬੁੱਝੀ ਨਹੀਂ ਜਾਂਦੀ ਉਹ ਹੋਰ ਸੀ। ਸੰਤਾਂ ਬਾਰੇ ਵੀ ਲੋਕ ਆਈ ਗੱਲਾਂ ਕਰਦੇ, ਬਿਲਕੁਲ, ਵੀ ਐਡੀ ਵੱਡੀ ਸਰਕਾਰ ਨਾਲ, ਮਤਲਬ ਹੁਣ ਪਤਾ ਨਹੀਂ ਸੀਗਾ ਐਡੀ ਵੱਡੀ ਤਾਕਤ ਮੈਂ ਉਹਦੇ ਨਾਲ ਮਤਲਬ ਮੱਥਾ ਲਾ ਲੂੰ। ਇਹ ਗਦਰੀਆਂ ਬਾਰੇ ਵੀ ਮਤਲਬ ਬੰਦੇ ਕਈ ਕਹਿੰਦੇ ਸੀਗੇ ਵੀ ਕਿੰਨੇ ਕੁ ਯਾਰ ਗਿਣਤੀ ਦੇ ਤੁਸੀਂ ਬੰਦੇ ਹੋ, ਐਡੀ ਵੱਡਾ ਅੰਪਾਇਰ ਹੈ ਉਹ, ਜਿੱਥੇ ਸੂਰਜ ਨਹੀਂ ਡੁੱਬਦਾ ਤੁਸੀਂ ਉਹਨੂੰ ਉਲਟਾ ਲਓਗੇ। ਸੋ ਇਹ ਜਿਹੜੀ ਗੱਲ ਹੈ ਨਾ, ਜਸਵੰਤ ਨੂੰ ਕਿਉਂ ਉਹਨੇ ਫੈਸਲਾ ਕੀਤਾ, ਇਹ ਦੂਜੇ ਬੰਦੇ ਨੂੰ ਸਮਝ ਨਹੀਂ ਆਉਂਦੀ, ਕਿਉਂਕਿ ਇਹ ਰੈਸ਼ਨੈਲਿਟੀ ਦਾ, ਇਹ ਗਿਣਤੀਆਂ ਮਿਣਤੀਆਂ ਦਾ, ਕਿਸੇ ਤਰਕ ਦੀ ਗਿਣਤੀ 'ਚ ਨਹੀਂ ਆਉਂਦਾ ਵੀ ਉੱਥੇ ਜਾ ਕੇ ਆਹ ਫਾਇਦਾ ਹੋਊ, ਆਹ ਨੁਕਸਾਨ ਹੋਊ। ਨਹੀਂ, ਉਹ ਤਾਂ ਕਿਤੇ ਅੰਦਰੋਂ ਧੁਰੋਂ ਆਵਾਜ਼ ਆਈ ਹੁੰਦੀ ਹੈ। ਇਹ ਉਹਨੂੰ ਹੀ ਪਤਾ ਹੁੰਦਾ ਵੀ ਹੁਣ ਗੁਰੂ ਨੇ ਹੁਕਮ ਹੈ, ਮੈਥੋਂ ਕਿਸੇ ਹੋਰ ਤਰ੍ਹਾਂ ਸੇਵਾ ਲੈ। ਹੁਣ ਉਹ ਕੀ ਸਮਝਾਵੇ ਕਿਸੇ ਨੂੰ, ਹਰ ਇੱਕ ਕਹੇ ਇੱਥੇ ਆਏ ਨੂੰ ਦੁਖੀ ਕਰ ਲਿਆ ਸੀ ਬੰਦਿਆਂ ਨੇ ਵੀ ਤੈਨੂੰ ਹੋ ਕੀ ਗਿਆ, ਤੂੰ ਫੇਰ ਆ ਕੇ ਇੱਥੇ। ਸੋ ਇਹ ਜਿਹੜਾ ਪੁਆਇੰਟ ਹੈ ਨਾ, ਜਿੱਥੇ ਜਾ ਕੇ ਅੱਜ ਸਿੱਖ ਕੌਮ ਦੀ ਜਿਹੜੀ ਪਤਨ ਹੋ ਰਿਹਾ, ਗਿਰਾਵਟ ਆ ਰਹੀ ਹੈ, ਉਹ ਤਰਕਵਾਦ ਦੇ ਬਹੁਤ, ਪਦਾਰਥਵਾਦ ਦੇ ਬਹੁਤ ਪ੍ਰਭਾਵ ਹੇਠ ਆ ਗਏ। ਜਿਹੜਾ ਹੁਕਮ ਤੇ ਬਖਸ਼ਿਸ਼ ਦਾ ਹੈਗਾ ਗੁਰੂ 'ਚ, ਜਿਹੜਾ ਉਹ ਅਡੋਲ ਭਰੋਸਾ ਹੈ, ਜਿੱਥੋਂ ਤਾਕਤ ਲੈਣੀ ਹੈ, ਜਿੱਥੋਂ ਜਸਵੰਤ ਤੁਰਿਆ ਸੀ, ਜਿੱਥੋਂ ਫਿਰ ਤੁਹਾਡੇ ਮਨ 'ਚੋਂ ਹਰ ਕਿਸਮ ਦਾ ਡਰ ਤੇ ਲਾਲਚ, ਪਰ ਕੋਈ ਵੀ ਉੱਥੇ ਕੋਈ ਮੈਲ ਜਾਂ ਵਿਕਾਰ ਤਾਂ ਉੱਥੇ ਹੁੰਦਾ ਹੀ ਨਹੀਂ। ਉਦੋਂ ਤਾਂ ਸ਼ੀਸ਼ੇ ਵਰਗੇ ਸਾਫ਼ ਹੋ, ਬਸ ਤੁਹਾਨੂੰ ਪਤਾ ਇਹ ਹੁਕਮ ਹੈ। ਤੇ ਹੁਣ ਮੈਂ ਜਾ ਕੇ ਜਿਹਦਾ ਮਤਲਬ ਸਿਰ ਦੇਣਾ ਪੈਣਾ ਭਾਈ। ਪਹਿਲਾਂ ਉਹਨੂੰ ਲੱਗਦਾ ਸੀ ਲਾਮਬੰਦੀ ਕਾਮਰੇਡਾਂ ਵਾਲੀ, ਵੀ ਇਹ ਲਾਮਬੰਦੀ ਨਾਲ ਮਸਲਾ ਹੱਲ ਹੋ ਜਾਊ, ਠੀਕ ਹੈ ਨਾ। ਫਿਰ ਉਹਨੂੰ ਲੱਗਿਆ ਨਹੀਂ,
ਕਈ ਵਾਰ ਲਾਮਬੰਦੀ ਵੀ ਮੰਗ ਕਰਦੀ ਹੁੰਦੀ ਹੈ ਵੀ ਕੋਈ ਸਿਰ ਚਾਹੀਦਾ। ਨੌਵੇਂ ਪਾਤਸ਼ਾਹ ਨੇ ਵੀ ਤਾਂ ਇਹ ਤਾਂ ਆਪਣੇ ਪੈਰ ਤੇ ਉਦਾਹਰਨਾਂ ਪਈਆਂ ਨੇ, ਮਤਲਬ ਇਹ ਇਸ ਕਿਸਮ ਦੀਆਂ। ਸੋ ਮੇਰਾ ਇਹ ਦ੍ਰਿੜ ਨਿਸ਼ਚਾ ਹੈ, ਕਿਉਂਕਿ ਉਦੋਂ ਬਾਅਦ ਉਹਦੇ ਕਦਮਾਂ 'ਚ ਕਿਤੇ ਵੀ ਨਾ ਡਰ ਤੇ ਨਾ ਡਗਮਗਾਹਟ। ਬੰਦਾ ਨਹੀਂ ਕਿਤੇ ਨਾ ਡਾਵਾਡੋਲ ਹੁੰਦਾ ਹੈ, ਨਾ ਕੋਈ ਦੁਬਦਾ ਹੈ, ਨਾ ਡਾਵਾਡੋਲਤਾ ਹੈ, ਆ ਕੇ ਜੁਟ ਗਿਆ ਕੰਮ 'ਚ। ਜਿਹੜਾ ਕਾਰਜ ਕੋਈ ਕਰਦਾ ਨਹੀਂ ਸੀ ਉਸ ਸਮੇਂ ਦੇ ਵਿੱਚ ਉਹ ਕਾਰਜ ਕਰਨਾ ਸ਼ੁਰੂ ਕਰਿਆ। ਕਾਰਜ ਕਿਹਨੇ ਕਰਨਾ ਸੀਗਾ ਉੱਥੇ? ਤਾਂ ਬੰਦਿਆਂ ਨੂੰ ਉਹ ਮਤਲਬ ਕੋਈ ਬੰਦੇ ਦੀ ਜ਼ਰੂਰਤ ਨਹੀਂ ਸੀ ਪੈਂਦੀ। ਆਪਦਾ ਸਕੂਟਰ ਚੱਕਿਆ, ਸਲੇਟੀ ਰੰਗ ਦਾ ਸਕੂਟਰ ਸੀ, ਬਹੁਤੀ ਵਾਰੀ ਇਕੱਲਾ ਹੁੰਦਾ ਸੀ, ਬਹੁਤੀ ਵਾਰੀ ਇਕੱਲਾ ਜਾਂਦਾ ਸੀ, ਤੇ ਪਰ ਨਾਲ ਕਦੇ ਸਾਥੀ। ਪਰ ਆਪਾਂ ਐਵੇਂ ਕਹੀਏ ਉਹਦੇ ਸਾਥੀਆਂ ਨੇ, ਇਹ ਇੱਕ ਲੀਡਰ ਦਾ ਹੁੰਦਾ ਹੈ ਵੀ ਜਦੋਂ ਐਡਾ ਖਤਰਾ ਵੀ ਹੋਵੇ, ਜੇ ਤਾਂ ਕਿਤੇ ਤੀਰਥ ਯਾਤਰਾ ਤੇ ਜਾਣਾ ਉਦੋਂ ਤਾਂ 25 ਬੰਦੇ ਤੁਰ ਪੈਣਗੇ ਵੀ ਚੱਲਦੇ ਆ। ਜਦੋਂ ਮੌਤ ਦਾ ਸਾਹਮਣਾ ਹੋਣਾ ਉਦੋਂ ਤੁਹਾਡੇ ਨਾਲ ਕਿੰਨੇ ਕੁ ਤੁਰਦੇ ਆ। ਲੀਡਰ ਦੀ ਪਰਖ ਉੱਥੋਂ ਹੁੰਦੀ ਹੈ। ਇਹ ਸੀ ਉਹਦੇ ਵਿੱਚ ਇੱਕ ਗੁਣ, ਇਹ ਇੱਕ ਆਤਮਿਕ ਗੁਣ ਹੈ, ਇਹ ਵਾਹਿਗੁਰੂ ਵੱਲੋਂ ਦਿੱਤੀ ਹੋਈ ਇਹ ਬਖਸ਼ਿਸ਼ ਸੀਗੀ। ਉਹ ਜਿਹੜੇ ਬਹੁਤ ਹੁਣ ਤੋਂ ਅੱਜ ਦੇਖੋਗੇ ਜਿਹੜੇ ਨਾਲ ਦੇ ਬੰਦੇ ਸੀ, ਅੱਜ ਤੁਸੀਂ ਦੇਖੋਗੇ ਵੀ ਯਾਰ ਇਹ ਉਹਦੇ ਨਾਲ ਚੱਲਦੇ ਰਹੇ। ਇਹ ਤਾਂ ਆਪਾਂ ਇਕੱਲੇ ਸੰਤਾਂ ਬਾਰੇ ਵੀ ਕਹਿ ਸਕਦੇ ਹਾਂ। ਪਰ ਜਦੋਂ ਉਹ ਉਹਦੇ ਔਰਾ ਜਿਹਨੂੰ ਕਹਿੰਦੇ ਆ, ਇੱਕ ਉਹਦੇ ਉਹ ਮੰਡਲ ਦੇ ਵਿੱਚ ਰਹੇ ਹੁੰਦੇ ਨੇ, ਉਦੋਂ ਨਹੀਂ ਉਹ ਇੱਧਰ ਉੱਧਰ ਹੁੰਦੇ। ਵੈਸੇ ਮੈਂ ਅੱਜ ਇੱਕ ਹੋਰ ਗੱਲ ਥੋੜ੍ਹਾ ਰਿਸਕ ਲੈ ਕੇ ਕਹਿਣ ਲੱਗਿਆ ਕਿ ਜਿਹੜੇ ਬੰਦੇ ਦਰਬਾਰ ਸਾਹਿਬ 'ਚ ਲੜੇ, ਜਿਹੜੇ ਦਮਦਮੀ ਟਕਸਾਲ 'ਚੋਂ ਆਏ, ਜਿਹੜੇ ਦਮਦਮੀ ਟਕਸਾਲ ਦੇ ਸਕੂਲ 'ਚੋਂ ਲੰਘ ਕੇ ਆਏ, ਟ੍ਰੇਨਿੰਗ 'ਚੋਂ ਲੰਘ ਕੇ ਆਏ, ਅਸਲ ਦੇ ਵਿੱਚ ਉਹਨਾਂ ਦਾ ਤੇ ਬਾਕੀ ਜਿਹੜੇ ਹਜੂਰ ਸਾਹਿਬ ਵਾਲੇ ਸੀ ਉਹ ਤਾਂ ਰੰਗ 'ਚ ਰੰਗੇ ਗਏ ਸੀ ਨਾ। ਚਲੋ ਜਿਹੜੇ ਸ਼ਹੀਦ ਹੋਏ ਉਹ ਤਾਂ ਠੀਕ ਹੈ, ਮੈਂ ਬਾਅਦ 'ਚ ਕਹਿਣਾ, ਬਾਅਦ 'ਚ ਬੰਦੇ ਜਾ ਕੇ ਕੋਈ ਕਿਤੇ ਫਿੱਟ ਹੋ ਗਿਆ, ਕੋਈ ਕਿਤੇ ਫਿੱਟ ਹੋ ਗਿਆ, ਹੈ ਨਾ। ਉਹ ਜਾਗੀਆਂ ਵੀ ਹੁਣ ਸਤਾ ਦਾ ਮਾਣੀਏ ਜਦੋਂ ਕੋਈ ਹੋਰ ਰਾਹ ਨਾ ਦਿਸਿਆ। ਤੇ ਪਰ ਅਜੇ ਵੀ ਮੇਰੀ ਇਹ ਧਾਰਨਾ ਹੈ ਵੀ ਉਹਨਾਂ ਦਾ ਹੋਰ ਬਹੁਤ ਕੁਝ ਗੜਬੜ ਹੋ ਗਿਆ, ਪਰ ਸੰਤ ਪ੍ਰਤੀ ਜਿਹੜੀ ਵਫਾਦਾਰੀ ਹੈ ਟਕਸਾਲ ਦੇ ਬੰਦਿਆਂ 'ਚ, ਉਹ ਸੰਤ ਬਾਰੇ ਕਿਸੇ ਨੂੰ ਬੋਲਣ ਨਹੀਂ ਦੇਣਗੇ ਵੀ ਕੋਈ ਸੰਤ ਨੂੰ ਨਿੰਦ ਜੇ। ਭਾਵੇਂ ਬਾਦਲ 'ਚ ਬੈਠੇ ਹੋਣ, ਉੱਥੇ ਸੰਤ ਦੀ ਨਿੰਦਿਆ ਨਹੀਂ ਵੀ ਕੋਈ ਸੰਤ ਨੂੰ ਨਿੰਦ ਜੇ। ਦੇਖੋ ਮੈਂ ਇਸ ਗੱਲ ਦਾ ਆਪ ਗਵਾਹ ਵੀ ਜਦੋਂ ਮਸਲਾ ਉੱਠਿਆ ਸੀ ਕਿ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇ, 84 ਦੇ ਸ਼ਹੀਦਾਂ ਦੀ, ਕੇਂਦਰ ਸਰਕਾਰ ਬਿਲਕੁਲ ਨਹੀਂ ਸੀ ਚਾਹੁੰਦੀ ਕਿਸੇ ਵੀ ਸੂਰਤ ਵੀ ਇਹ ਤਾਂ ਪੱਕਾ ਪੰਗਾ ਪੈ ਗਿਆ, ਜਿਹੜਾ ਇੱਥੇ ਆਊ ਤਾਂ ਅਸੀਂ ਭੁਲਾਉਣਾ ਚਾਹੁੰਦੇ ਹੋ, ਤੁਸੀਂ ਤਾਂ ਉਹ ਰੋਜ਼ ਤਾਜ਼ਾ ਕਰੋਗੇ। ਤੇ ਵੱਡਾ ਬਾਦਲ ਤਿਆਰ ਨਹੀਂ ਸੀ, ਬਿਲਕੁਲ ਤਿਆਰ ਨਹੀਂ ਸੀ, ਕਿਉਂਕਿ ਸਾਡੀ ਵੀ ਇੱਕ ਕਮੇਟੀ ਬਣੀ ਸੀ ਕਿ ਪੰਥਕ ਜਥੇਬੰਦੀਆਂ ਨੇ ਇੱਕ ਕਮੇਟੀ ਬਣਾਈ ਵੀ ਕਿਹੜੀ ਜਗ੍ਹਾ ਬਣੇ ਯਾਦਗਾਰ। ਇੱਕ ਪੰਥਕ ਜਥੇਬੰਦੀਆਂ ਦੀ ਕਮੇਟੀ, ਇੱਕ ਉੱਧਰੋਂ ਸਰਕਾਰ ਨੇ ਬਣਾਈ ਜਾਂ SGPC ਨੇ। ਉਸ ਕਮੇਟੀ 'ਚ ਰਜਿੰਦਰ ਸਿੰਘ ਮਹਿਤਾ ਸੀ, ਉਸ ਕਮੇਟੀ 'ਚ ਬਾਬਾ ਹਰਨਾਮ ਸਿੰਘ ਧੁੰਮਾ ਸੀ, ਉਹਦੇ 'ਚ ਜਿਹੜਾ ਵਾਈਸ ਚਾਂਸਲਰ ਜਸਪਾਲ ਸਿੰਘ ਸੀ, ਸਰਦਾਰ ਪ੍ਰਿਥੀਪਾਲ ਸਿੰਘ ਕਪੂਰ ਸੀ। ਉਹ ਜਿਹੜੇ ਬੰਦੇ ਸੀ ਪ੍ਰਿਥੀਪਾਲ ਕਪੂਰ ਤੇ ਜਸਪਾਲ ਸਿੰਘ, ਉਹਨਾਂ ਦਾ ਸਾਰਾ ਯਤਨ ਸੀ ਕਿ ਪ੍ਰਕਰਮਾਂ 'ਚ ਨਹੀਂ ਬਣਨੀ ਚਾਹੀਦੀ। ਉਹ ਉੱਧਰ ਜਿਹੜਾ ਟੱਲ ਸਾਹਿਬ ਵਾਲੀ ਜਿੱਥੇ ਪਹਿਲਾਂ ਸੰਸਕਾਰ ਸਿੰਘਾਂ ਦੇ ਹੁੰਦੇ ਰਹੇ ਨੇ ਉੱਥੇ ਲੈ ਜਾਓ। ਇਹ ਬਾਬਾ ਹਰਨਾਮ ਸਿੰਘ ਧੁੰਮਾ ਤੇ ਮਹਿਤਾ ਨੇ ਬਹੁਤ ਪੂਰਾ ਤਾਣ ਲਾਉਂਦਾ ਵੀ ਇੱਥੇ ਬਣੂ, ਤੇ ਇਹਨਾਂ ਦੀ ਮਦਦ ਬਗੈਰ ਇਹ ਕੰਮ ਹੋਣਾ ਨਹੀਂ ਸੀ। ਮੈਂ ਜਿਹੜਾ ਕਹਿਣਾ ਨਾ, ਬੰਦਿਆਂ ਨੂੰ ਬਲੈਕ ਐਂਡ ਵਾਈਟ 'ਚ ਨਾ ਦੇਖੋ। ਬਹੁਤ ਕੁਛ ਉਹਨਾਂ ਨੇ ਬੇਸੂਲਾ ਕੀਤਾ ਹੋ ਸਕਦਾ, ਪਰ ਜਦੋਂ ਕਿਤੇ ਗੱਲ ਸੰਤ ਤੇ ਆਊ ਨਾ, ਉਹਨਾਂ 'ਚੋਂ ਫੇਰ ਕੁਛ ਜਾਗੂ। ਮੈਨੂੰ ਅੱਜ ਵੀ ਉਮੀਦ ਹੈ। ਸਾਰਿਆਂ ਤਾਂ ਆਪਾਂ ਕੋਈ ਸਾਰਿਆਂ 'ਚ ਕੌਣ ਕਿਹਦੀ ਗਰੰਟੀ ਵੀ ਜਿਹੜੀ ਸੰਤਾਂ ਦੀ ਇੱਕ ਕਮਾਈ ਹੈ ਨਾ ਸੰਤਾਂ ਪ੍ਰਤੀ, ਇਹ ਗੱਲ ਕਿਤੇ ਪਈ ਹੈ ਜਿੱਦੇ ਉਹ ਤੇ ਆਊ। ਚਲੋ ਬਾਕੀ ਗੱਲਾਂ ਤੇ ਸਮਝੌਤੇ ਜ਼ਿੰਦਗੀ 'ਚ ਬੰਦੇ ਕਰੀ ਜਾਣ, ਤੇ ਇਹ ਵੀ ਚਲੋ ਇੰਨੀ ਕੁ ਵੀ ਸੇਵਾ ਕਬੂਲ ਕਰੋ ਮਤਲਬ ਬੰਦਿਆਂ ਦੀ, ਕਿਉਂਕਿ ਅੱਜ ਟਾਰਗੇਟ ਜਿਹੜਾ ਹੈ ਉਹ ਸੰਤੀ ਨੂੰ, ਤੇ ਸੰਤਾਂ ਦੀ ਜਿਹੜੀ ਲਹਿਰ ਸ਼ੁਰੂ ਕੀਤੀ, ਜਿਹੜੀ ਗੱਲ ਸ਼ੁਰੂ ਕੀਤੀ, ਉਹ ਅੱਜ ਨਿਸ਼ਾਨੇ ਤੇ। ਸੋ ਜਸਵੰਤ ਸਿੰਘ ਹਾਲਰਾ ਦੀ ਆਪਾਂ ਗੱਲ ਕਰਦੇ ਸੀ, ਉਹ ਵਾਪਸ ਆ ਗਿਆ, ਆ ਕੇ ਉਹਨੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਉਦੋਂ 93 ਦੇ ਵਿੱਚ ਜਿਮਨੀ ਚੋਣ ਐਲਾਨੀ ਗਈ ਜਲੰਧਰ ਦੀ ਜਿਮਨੀ ਚੋਣ, ਤੇ ਇੱਕ ਟੈਸਟ ਹੋਣਾ ਸੀ
ਲੋਕਾਂ ਦਾ ਇੰਨਾ ਜ਼ੁਲਮ ਹੋ ਕੇ ਹਟਿਆ, ਬੇਅੰਤ ਸਿੰਘ ਦੀ ਸਰਕਾਰ ਜੀ, ਹੈ, ਜੀ, ਤੇ ਇੱਧਰ ਵੀ ਤੁਸੀਂ ਉਹਦੇ ਵਿੱਚ ਕੀ ਬਣਦਾ ਹੈ। ਤੇ ਬਹੁਤ ਲੋਕਾਂ ਨੇ ਜ਼ੋਰ ਲਾਇਆ ਵੀ ਸਾਰੀਆਂ ਧਿਰਾਂ ਜਿੰਨੀਆਂ ਵੀ ਆ, ਅਕਾਲੀ ਸਿੱਖ ਧਿਰਾਂ ਜਿਹੜੀਆਂ, ਉਹ ਇੱਕੋ ਕੈਂਡੀਡੇਟ ਖੜਾ ਕਰੋ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਕੈਂਡੀਡੇਟ, ਇਹਨਾਂ ਦੀ ਚੁਆਇਸ ਸੀ। ਉਧਰੋਂ ਬਾਦਲ ਦੀ ਕੁਲਦੀਪ ਸਿੰਘ ਵਡਾਲਾ, ਬਹੁਤ ਮੀਟਿੰਗਾਂ ਹੋਈਆਂ ਪਰ ਬਾਦਲ ਨਹੀਂ ਮੰਨਿਆ ਵੀ ਅਸੀਂ ਵਡਾਲੇ ਨੂੰ ਖੜਾ ਕਰਨਾ। ਤੇ ਚਲੋ ਇੱਥੋਂ ਤੱਕ ਵੀ ਗਿਆ ਆਪਣਾ ਸਿਮਰਨਜੀਤ ਸਿੰਘ ਮਾਨ ਵੀ ਸਾਨੂੰ ਕੈਂਡੀਡੇਟ ਤੇ ਅਸੀਂ ਸਮਝੌਤਾ ਕਰ ਲਾਂਗੇ, ਸਾਨੂੰ ਕੋਈ ਗੱਲ ਨਹੀਂ, ਭਾਵੇਂ ਵਡਾਲਾ ਖੜਾ ਹੋ ਜੇ, ਪਰ ਮੁੱਦਾ ਕੀ ਹੋ। ਇਹ ਮੁੱਦਾ ਜ਼ਬਰ ਦਾ ਬਣਾਉਣਾ ਚਾਹੁੰਦੇ ਸੀ ਵੀ ਜੋ ਜ਼ਬਰ ਹੋਇਆ ਉਹ ਮੁੱਦਾ ਬਣੇ ਇਲੈਕਸ਼ਨ ਦਾ, ਉਹ ਬਣਾਉਣਾ ਚਾਹੁੰਦੇ ਸੀ ਕਾਂਗਰਸ ਦੇ ਖਿਲਾਫ। ਵੀ ਜਿਹੜਾ ਫਿਰ ਇੱਥੇ ਲੇਖ ਲਿਖਿਆ ਆ ਕੇ ਜਸਵੰਤ ਸਿੰਘ ਖਾਲੜਾ ਨੇ, ਜਿਹੜਾ ਅੱਜ ਦੀ ਆਵਾਜ਼ 'ਚ ਛਪਿਆ ਉਦੋਂ, ਉਸ ਲੇਖ ਦੇ ਵਿੱਚ ਇਹ ਗੱਲ ਲਿਆਇਆ। ਕਹਿੰਦਾ ਇੱਕ ਸੈਕਸ਼ਨ ਸੀ ਜਿਹੜਾ ਇਹ ਚਾਹੁੰਦਾ ਸੀ ਸਿਰਫ ਕਾਂਗਰਸ ਦੇ ਖਿਲਾਫ ਸੈਂਟੀਮੈਂਟ ਬਣੇ ਤੇ ਸਾਨੂੰ ਉਹਦੇ ਰਾਹੀਂ ਅਸੀਂ ਗੱਦੀ ਤੇ ਪਹੁੰਚੀਏ। ਤੇ ਜਿਹੜਾ ਜ਼ਬਰ ਵਾਲੀ ਗੱਲ ਹੈ, ਕਿਉਂਕਿ ਜ਼ਬਰ ਨਾਲ ਫੇਰ ਖਾੜਕੂ ਧਿਰ ਮਜ਼ਬੂਤ ਹੁੰਦੀ ਹੈ, ਉਹਨਾਂ ਦਾ ਇਹ ਸੀ ਕਾਂਗਰਸ ਹਰਾਓ, ਖਾੜਕੂ ਮੁਕਾਓ। ਬਾਦਲ ਦਾ ਤੁਸੀਂ ਆਹ ਪੋਲੀਟਿਕਸ ਜਿਹੜੀ ਅੱਜ ਤੱਕ ਜਾਰੀ ਆ ਉਹਨਾਂ ਦੀ, ਉਹ ਇਹ ਨਹੀਂ ਉਹ ਜਰਨਗੇ ਕਿਤੇ ਵੀ। ਆ ਜਿਹੜੇ ਐਡੇ ਐਡੇ ਉਹਨਾਂ ਨੇ ਕ੍ਰਾਈਮ ਹੀ ਕੀਤੇ ਨਾ ਕੌਮ ਦੇ ਖਿਲਾਫ, ਵੀ ਸਿਰਸੇ ਵਾਲੇ ਨੂੰ ਪਹਿਲਾਂ ਜਿਹੜਾ ਉਹਨਾਂ ਦੇ ਹੁੰਦਿਆਂ ਮਾਫੀ ਆਓ, ਉਹ ਸਾਂਗ ਰਚਿਆ ਉਹਨੇ, ਉਹ ਐਵੇਂ ਉਹਦੀ ਕੀ ਜ਼ਰੂਰਤ ਪੈਂਦੀ ਸੀ। ਫਿਰ ਉਦੋਂ ਬਾਅਦ ਉਹਨੂੰ ਮਾਫੀ ਦਿੱਤੀ, ਹਾਂ ਬੇਅਦਬੀ ਆ ਸਾਰਾ ਕੁਛ। ਸੋ ਖਾੜਕੂਆਂ ਤਾਂ ਉਹ ਫੁੱਟੀ ਅੱਖ ਨਹੀਂ ਚਾਹੁੰਣਗੇ। ਸੋ ਇਹ ਜਿਹੜਾ ਸਬਕ ਖਾਲੜੇ ਨੇ, ਇਹ ਤੁਸੀਂ ਪੜ੍ਹਿਓ, ਇਹ ਲੇਖ ਪੜ੍ਹਿਓ। ਉਹ ਕਹਿੰਦਾ ਵੀ ਕਾਂਗਰਸ ਨੂੰ, ਜਿੱਥੇ ਉਹਨੇ ਫਿਰ ਕਿਹਾ ਵੀ ਜਿਹੜਾ KPS ਗਿੱਲ ਕਾਰਡ ਹੋਲਡਰ ਹੈ, ਇਹ ਜ਼ਬਰ ਕੀਤਾ ਸਟੇਟ ਨੇ ਤੇ ਮੁੱਦਾ ਜ਼ਬਰ ਦਾ ਬਣੇ। ਇੱਥੇ ਖੈਰ ਉਹਨੇ ਰੈਕਗਨਾਈਜ਼ ਕੀਤਾ ਵੀ ਸਿਮਰਨਜੀਤ ਸਿੰਘ ਮਾਨ, ਮਹਿਤਾ ਚਾਵਲਾ ਗਰੁੱਪ ਜਿਹੜਾ ਫੈਡਰੇਸ਼ਨ ਦਾ, ਤੇ ਜਸਵੀਰ ਸਿੰਘ ਰੋਡੇ, ਇਹਨਾਂ ਦੀ ਬਹੁਤ ਠੀਕ ਤੇ ਅਸੂਲੀ ਪੋਜੀਸ਼ਨ ਸੀ। ਡਟ ਕੇ ਇਸ ਗੱਲ ਤੇ ਖੜੇ, ਉਸ ਸਪੀਡ ਦੇ ਵਿੱਚ, ਉਸ ਮੁੱਦੇ ਤੇ। ਫਿਰ ਉਹਨੇ ਕਿਹਾ ਸੀ ਵੀ ਹੁਣ ਇਹਨਾਂ ਕੌਮ ਦੇ ਵਿੱਚ ਇੱਕ ਪਾਲਾਬੰਦੀ ਹੋਣੀ ਚਾਹੀਦੀ ਹੈ। ਇੱਕ ਪਾਸੇ ਬਾਦਲ, ਬਰਨਾਲਾ ਤੇ ਭਾਈ ਮਨਜੀਤ ਸਿੰਘ, ਇਹ ਇੱਕ ਥਾਂ ਇਕੱਠੇ ਹੋ ਜਾਣ ਤੇ ਬਾਕੀ ਜਿਹੜੀਆਂ ਹੈਗੀਆਂ ਪੰਥਕ ਧਿਰਾਂ ਉਹ ਇੱਕ ਥਾਂ ਇਕੱਠੀਆਂ ਹੋ ਜਾਣ। ਮਤਲਬ ਉਹਦੇ ਇਸ ਤਰ੍ਹਾਂ ਦੇ ਨਾ ਤੁਸੀਂ ਪੜ੍ਹ ਕੇ ਦੇਖਿਓ, ਉਹਦੇ ਕੋਲੇ ਬੜਾ ਸੀ। ਫਿਰ ਉਹ ਇਹ ਵੀ ਲੈ ਕੇ ਆਇਆ ਉਹਨੇ ਵੀ ਜਿਹੜੇ ਇਹ ਲਹਿਰ, ਇਹਦੇ ਸਬਕ, ਇਲੈਕਸ਼ਨ ਦੇ ਸਬਕ, ਕਿਉਂਕਿ ਤੁਸੀਂ ਹੈਰਾਨ ਹੋਵੋਗੇ ਪਤਾ ਕਿੰਨੀ ਵੋਟ ਪਈ ਸੀ ਜਸਟਿਸ ਅਜੀਤ ਸਿੰਘ ਬੈਂਸ ਨੂੰ। 5,87,000 ਟੋਟਲ ਵੋਟ ਪੋਲ ਹੋਈ ਹੈ, ਇਹਨਾਂ ਨੂੰ 18,000 ਕੁਛ ਪਈ। ਇੰਨੀ ਥੋੜੀ ਵੋਟ। ਉਹ ਕਹਿੰਦਾ ਇਹਦੀ ਪੜਚੋਲ ਕਰੋ, ਗੱਲ ਕੀ ਹੈ, ਕਹਾਣੀ ਕੀ ਹੈ। ਹਾਂ, ਉਦੋਂ ਫਿਰ ਉਹ ਲਿਆਇਆ ਵੀ ਖਾੜਕੂ ਲਹਿਰ ਦਾ ਮੁਲਾਂਕਣ ਹੋਣਾ ਚਾਹੀਦਾ, ਕਿੱਥੇ ਕਮਜ਼ੋਰੀਆਂ ਰਹੀਆਂ, ਕਿੱਥੇ ਕਿਹੜਾ, ਲੋਕਾਂ ਸਾਹਮਣੇ ਕੁਝ ਗੱਲਾਂ ਆਉਣੀਆਂ ਚਾਹੀਦੀਆਂ, ਸਪਸ਼ਟ ਹੋਣਾ ਚਾਹੀਦਾ, ਸਪਸ਼ਟ ਹੋਣਾ ਚਾਹੀਦਾ। ਕੱਲੀ ਖਾੜਕੂ ਲਹਿਰ ਦਾ ਸਾਰਿਆਂ ਦੀ ਹਾਂ ਪੜਚੋਲ ਕਰੋ ਤੇ ਮੁੜ ਕੇ ਫਿਰ ਇਕੱਠੇ ਹੋ, ਨਹੀਂ ਸਮਾਂ ਬੜਾ ਮਾੜਾ ਆ ਰਿਹਾ ਹੈ। ਪਰ ਹੁਣ ਉਹੀ ਗੱਲ, ਹੁਣ ਜੀ ਤਾਂ ਕਰਦਾ ਸੀ ਖਾੜਕੂਆਂ ਦਾ ਲਹਿਰ ਦਾ ਪੜਚੋਲ ਹੋ, ਪਰ ਕੌਣ ਕਰੇ। ਮਾਹੌਲ ਕੀ ਸੀ, ਲਗਾਤਾਰ ਕਿੰਨਾ ਦਬਾਅ ਬਣਾਈ ਰੱਖਿਆ, ਕਿੰਨੀ ਧੁੰਦ ਤੇ ਗੰਧ ਲਚਾਉਣ। ਕੋਈ ਬੰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਇੱਕਦਮ ਮਤਲਬ ਜਿਵੇਂ ਉਹਦੇ ਖਿਲਾਫ ਜਿਹੜਾ ਹੈਗਾ ਇਹ ਭੰਡੀ ਪ੍ਰਚਾਰ ਕਰਕੇ, ਮਤਲਬ ਮੁੱਦਾ ਕਿਤੇ ਉੱਭਰਨ ਦੇਣਾ ਹੀ ਨਹੀਂ। ਵਿਅਕਤੀਆਂ ਦੇ ਕਿਰਦਾਰ ਤੇ ਆ ਕੇ ਬਾਰ-ਬਾਰ ਸੋ ਉਹ ਮਾਹੌਲ, ਉਹ ਵਾਤਾਵਰਨ ਅੱਜ ਤੱਕ ਵੀ ਨਹੀਂ ਬਣ ਦਿੱਤਾ। ਇਹ ਤਾਂ ਉਹ 93 'ਚ ਕਹਿ ਕੇ ਗਿਆ ਜਸਵੰਤ ਸਿੰਘ ਤੋਂ। ਸੋ ਜਿੱਥੋਂ ਉਹਨਾਂ ਦੀ ਮੇਨ ਪਹਿਚਾਣ ਹੋਈ, ਜਿਹੜੇ ਕਾਰਜ ਕਰਕੇ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਵੇਰਵਾ ਇਕੱਠਾ ਕਰਿਆ, ਉਹ ਕਰਨ ਤੋਂ ਬਾਅਦ ਜਿਹੜਾ ਉਹ ਬਾਹਰਲੇ ਦੇਸ਼ ਗਏ ਆ, ਉਹਦਾ ਕੀ ਕਾਰਨ ਬਣਿਆ? ਇੱਥੇ ਕੀ ਉਹਨਾਂ ਨੇ ਕੋਈ ਅਪੀਲ ਨਹੀਂ ਕੀਤੀ ਸਰਕਾਰ ਨੂੰ ਵੀ ਇਹਦੇ ਹੱਲ ਕੀ? ਨਹੀਂ, ਇੱਥੇ ਨੂੰ ਕੋਈ ਕਸਰ ਨਹੀਂ ਛੱਡੀ। ਬੜੇ ਹੋਰ ਜਿੰਨੇ ਸਾਰੇ ਉਹ ਵਕੀਲ ਸੀ ਨਾ ਆਪਣੇ ਪੰਥਕ, ਉਹਨਾਂ ਨੇ ਪੂਰੀ ਮਦਦ ਕੀਤੀ ਨਾਲ। ਥਾਂ ਪਟੀਸ਼ਨਾਂ ਪਾਈਆਂ, ਸਭ ਕੁਛ ਹੋਇਆ, ਸੁਪਰੀਮ ਕੋਰਟ ਤੱਕ। ਈਵਨ ਸੁਪਰੀਮ ਕੋਰਟ 'ਚ ਉਦੋਂ ਜਸਟਿਸ ਕੁਲਦੀਪ ਸਿੰਘ ਸੀ, ਉਹਨਾਂ ਨੇ ਬਹੁਤ ਮਦਦ ਕੀਤੀ ਦੈਟ ਵੇ। ਤੇ ਇੱਥੇ ਸਭ ਕੁਛ ਹੋ ਹੀ ਗਿਆ, ਪਰ ਇੱਥੇ ਕੁਛ ਹੋਣਾ ਨਹੀਂ ਸੀ। ਜਸਵੰਤ ਸਿੰਘ ਦਾ ਇਹ ਸੀ ਵੀ ਮੈਂ ਦੁਨੀਆ ਦੀ ਕਚਹਿਰੀ 'ਚ ਇਹਨਾਂ ਨੂੰ ਨੰਗਾ ਕਰਨਾ ਹੈ। ਇਹ ਸਾਨੂੰ ਅੱਤਵਾਦੀ ਕਹਿੰਦੇ ਨੇ,
ਆਪ ਜਿਵੇਂ ਦੇਵਤੇ ਹੁੰਦੇ ਆ, ਹਾਂ। ਮੈਂ ਕਿਰਦਾਰ ਨੰਗਾ ਕਰਨਾ ਦੁਨੀਆ ਦੀ ਕਚਹਿਰੀ 'ਚ। ਤੇ ਉੱਥੇ ਉਹ ਜੋ ਗੁਰਦੁਆਰਾ ਸਾਹਿਬ 'ਚ ਬੋਲਿਆ ਜੀ ਜੀ 10 ਅਪ੍ਰੈਲ ਨੂੰ ਟੋਰਾਂਟੋ, ਉੱਥੇ ਉਹਨੇ ਇਹ ਗੱਲ ਕਹੀ ਹੈ। ਕਹਿੰਦਾ ਮੈਂ ਦੇਖ ਲਿਆ ਇੱਥੇ ਤੁਰ ਫਿਰ ਕੇ, ਇੱਥੇ ਕੱਲਾ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਵੀ ਸਾਡਾ ਲੱਖ ਮਾਰਤਾ, ਸਾਡਾ ਜੀ, 2 ਜੀ। ਲੱਖ। ਇਹ ਤੱਥ ਪੇਸ਼ ਕਰੋ, ਇੱਥੇ ਐਵੀਡੈਂਸ ਦੇਣਾ ਪਊ। ਜੀ ਲੋਕ ਐਵੀਡੈਂਸ ਮੰਗਦੇ ਆ। ਪੱਛਮ ਵਾਲੇ ਤਾਂ ਤੁਹਾਡੀਆਂ ਐ ਥੋੜਾ ਵੀ ਸਰਕਾਰਾਂ ਤੱਕ ਤੁਸੀਂ ਜਾਓਗੇ, ਅਗਲਾ ਕਹਿੰਦਾ ਸਬੂਤ ਦਿਓ। ਜੀ ਇਹ ਪਿੰਡਾਂ 'ਚ ਤਾਂ ਪ੍ਰਾਪੇਗੰਡਾ ਚੱਲ ਜਾਂਦਾ, ਆਪਦਿਆਂ 'ਚ ਤਾਂ। ਫਿਰ ਉਹ ਇੱਥੋਂ ਉਹ ਲੱਭਣ ਤੁਰਿਆ ਵੀ 25, ਉਹ ਮੈਂ ਖੈਰ ਕਿਤਾਬ ਦੇ ਵਿੱਚ ਉਹ ਸਪੀਚ ਤੋਂ ਹੀ ਕਲੀਅਰ ਹੁੰਦਾ ਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਸ਼ਹਾਦਤ ਦੇ ਰਾਹ ਨੇ ਅੱਗੇ, ਉਹ ਫੇਰ ਮੁੜ ਕੇ ਆਉਂਦੇ ਨੇ। ਬਿਲਕੁਲ ਸਾਰੇ ਬੰਦੇ ਉੱਥੇ, ਮੈਂ ਕਹਿਣਾ ਮੈਂ ਤਾਂ ਸਾਰੇ ਬੰਦਿਆਂ ਨੂੰ ਮਿਲਿਆ, ਮਤਲਬ ਟੋਰਾਂਟੋ ਵਾਲਿਆਂ ਨੇ, ਕੈਨੇਡਾ ਵਾਲਿਆਂ ਨੇ ਵਾਸਤੇ ਪਾਏ ਜੀ। ਉਹ ਜਿਹੜੀ ਬੀਬੀ ਨੇ ਇਹਨੂੰ ਬੁਲਾਇਆ ਨਾ, ਕੁਲੀਨ ਬੌਮੀਏ, ਉਹ MP ਸੀਗੀ, ਉਹ ਉਹਨੇ ਤਾਂ ਬਹੁਤ ਵਾਸਤੇ ਪਾਏ ਵੀ ਤੂੰ ਨਾ ਜਾ, ਤੇਰੀ ਜਾਨ ਨੂੰ ਐਡਾ ਖਤਰਾ ਹੈ। ਫਿਰ ਇੰਗਲੈਂਡ ਸਾਰਿਆਂ ਨੇ ਕਿਹਾ। ਫਿਰ ਆਸਟਰੀਆ ਆਪਦੇ ਭਰਾ ਕੋਲ, ਮਤਲਬ ਉਦੋਂ ਫਿਰ ਉਹ ਆਪਦੇ ਭਰਾਵਾਂ ਨੂੰ ਮਿਲਿਆ ਜਿਵੇਂ ਆਖਰੀ ਮਿਲਣੀ ਹੁੰਦੀ। ਹਾਂ, ਉਹ ਧਾਰ ਲਿਆ ਸੀ ਉਹਨੇ। ਤੇ ਉਹ ਆ ਗਿਆ ਮੁੜ ਕੇ, ਤੇ ਮੁੜ ਕੇ ਆ ਕੇ ਆਉਂਦੇ ਹੀ ਉਹ ਡਟ ਗਿਆ ਤੇ ਆ ਕੇ ਸਿੱਧਾ ਚੈਲੰਜ ਆ, ਮਤਲਬ ਜੀ, ਜੀ। ਅਜੀਤ ਸਿੰਘ ਜਿਹੜਾ ਸੰਧੂ ਸੀ ਉਸ ਨੂੰ ਵੀ ਆ ਜਾ ਪਬਲਿਕ ਸਾਡੇ ਨਾਲ ਡਿਬੇਟ ਕਰ ਲੈ, ਲਲਕਾਰਿਆ ਆ ਕੇ। ਸੋ ਇਹ ਪਤਾ ਸੀ ਉਹਨਾਂ ਨੇ ਸਹਿਣ ਨਹੀਂ ਕਰਨਾ। ਤੇ ਇਹ ਸਭ ਨੂੰ ਪਤਾ ਸੀ ਜਦੋਂ 31 ਅਗਸਤ ਨੂੰ ਬੇਅੰਤ ਸਿੰਘ ਮਾਰਿਆ ਗਿਆ ਵੀ ਹੁਣ ਉਹ ਵੱਡਾ ਹਮਲਾ ਕਰਨਗੇ। ਤੇ ਇਹ ਈਜੀ ਸੌਫਟ ਟਾਰਗੇਟ ਜਸਵੰਤ ਹੈ, ਦੂਜਿਆਂ ਨੂੰ ਕਿੱਥੋਂ ਲੱਭ ਲੈਣਗੇ ਜੀ। ਇਹ ਤਾਂ ਇੱਕਦਮ ਉਹ ਆਊ। ਸਾਰਿਆਂ ਨੇ ਕਿਹਾ ਇਹਨੂੰ। ਮੈਂ ਉਦੋਂ ਹਸਪਤਾਲ ਸੀ ਜਲੰਧਰ, ਮੇਰੀ ਕੋਈ ਸਰਜਰੀ ਹੋਈ ਸੀ। ਮੈਨੂੰ ਵੀ ਲੱਗ ਗਿਆ ਸੀ, ਅਖਬਾਰ ਪੜ੍ਹਦੇ ਹੀ ਇਹ ਲੱਗ ਗਿਆ ਸੀ ਵੀ ਹੁਣ ਇਹਨੂੰ ਛੱਡਣਾ ਨਹੀਂ ਉਹਨਾਂ। ਤੇ ਪਰ ਇਹ ਵੀ ਬਹੁਤ ਲੋਕਾਂ ਨੇ ਉਹਨੂੰ ਕਿਹਾ। ਮੇਰਾ ਆਖਰੀ ਸਵਾਲ ਹੈ ਕਿ 6 ਸਤੰਬਰ ਨੂੰ ਇਹਨਾਂ ਨੂੰ ਘਰੋਂ ਅਗਵਾ ਕਰ ਲਿੱਤਾ ਜਾਂਦਾ। ਹਾਂ, ਉਹ ਜਿਹੜਾ ਅਗਵਾ ਕੀਤਾ ਉਹ ਕਿ ਪੁਲਿਸ ਵਾਲਿਆਂ ਨੇ ਕੀਤਾ, ਉਹ ਸਪਸ਼ਟ ਹੋ ਗਿਆ, ਸਾਰਾ ਕੁਝ ਕਲੀਅਰ ਹੋ ਗਿਆ। ਤੇ ਦੂਜਾ ਵੀ ਜਿਹੜੀ ਉਹਨਾਂ ਦੀ ਜਿਹੜੀ ਸ਼ਹਾਦਤ ਅਸਲੇ ਰੂਪ ਦੇ ਵਿੱਚ ਹੁੰਦੀ ਆ, ਉਹ ਕਦੋਂ ਹੁੰਦੀ ਆ, ਕਿੰਨਾ ਕੁ ਤਸ਼ੱਦਦ ਉਹ ਚੱਲਦੇ ਨੇ? ਦੇਖੋ 6 ਸਤੰਬਰ ਨੂੰ ਚੁੱਕਿਆ, ਪੁਲਿਸ ਵਾਲਿਆਂ ਨੇ ਚੁੱਕਿਆ, ਇਹਦੇ 'ਚ ਕੋਈ ਰੌਲਾ ਨਹੀਂ। ਮੈਂ ਕਿਤਾਬ ਦੇ ਵਿੱਚ ਵੀ ਦਿੱਤਾ ਵੀ 5 ਸਤੰਬਰ ਨੂੰ ਆਪਦੇ ਪਿੰਡ ਜਾਂਦੇ ਆ, ਜੀ ਮਾਂ ਪਿਓ ਨੂੰ ਮਿਲਦੇ ਆ, ਜੀ ਜੀ ਤੇ ਉਹਦੇ ਸਪੈਸ਼ਲ ਖੇਤਾਂ 'ਚ ਵੀ ਗੇੜਾ ਮਾਰ ਕੇ ਆਉਂਦੇ। ਆਮ ਤੌਰ ਤੇ ਨਹੀਂ, ਕਣਕ ਲੈ ਕੇ ਆਉਂਦੇ ਆ ਬੱਚਿਆਂ ਚਲੋ ਕਣਕ ਮੁੱਕੀ ਹੋਈ ਸੀਗੀ, ਆਟਾ ਪਿਹਾਉਣ ਵਾਸਤੇ। ਤੇ ਨਾਲ ਉਹਨਾਂ ਦਾ ਦੋਸਤ ਹੈ ਅੰਮੀ ਸ਼ਾਹ, ਸਤਨਾਮ ਸਿੰਘ, ਉਹ ਨਾਲ ਹੈ। ਮੈਂ ਜ਼ਿਕਰ ਕੀਤਾ ਵੀ ਉਹਦੇ ਇਹ ਗੁਰਦੁਆਰਾ ਸਾਹਿਬ 'ਚ ਕੋਈ ਆਪਣਾ ਸੀਗਾ ਪਾਠ, ਤੇ ਇਹਨਾਂ ਦੇ ਫਾਦਰ ਨੇ ਕਿਹਾ ਮੈਥੋਂ ਜਾਇਆ ਨਹੀਂ ਜਾਣਾ, ਤੂੰ ਉੱਥੇ ਹਾਜ਼ਰੀ ਲਵਾ ਦੀ। ਇਹ ਗੁਰਦੁਆਰਾ ਸਾਹਿਬ 'ਚ ਬੈਠਾ ਹੈ ਤੇ 3 ASI ਆ ਕੇ ਗੇਟ ਤੇ ਖੜ ਜਾਂਦੇ ਆ। ਤੇ ਜਦੋਂ ਇਹਨਾਂ ਨੂੰ ਸੁਨੇਹਾ ਭੇਜਦੇ ਅੰਦਰ ਵੀ ਬਾਹਰ ਆ, ਤੈਨੂੰ ਮਿਲਣਾ ਬੰਦੇ, ਤਾਂ ਸਾਹਿਬ ਨੇ ਬੁਲਾਇਆ ਥਾਣੇ 'ਚ, ਪਿੰਡ 'ਚ ਥਾਣਾ ਹੈਗਾ ਖਾਲੜੇ। ਇਹ ਕਹਿੰਦੇ ਵੀ ਸਾਡਾ ਪਾਠ ਚੱਲ ਰਿਹਾ, ਉਦੋਂ ਬਾਅਦ ਆਵਾਂਗੇ। ਉਦੋਂ ਬਾਅਦ ਇਹ ਦੋਵੇਂ ਗਏ, ਕਹਿੰਦੇ ਦੱਸੋ। ਉਹ ਕਹਿੰਦਾ ਤੁਹਾਨੂੰ ਸਾਹਿਬ ਬੁਲਾਉਂਦੇ ਆ। ਸਾਹਿਬ ਸੀ ਉੱਥੇ ਥਾਣੇਦਾਰ ਨੂੰ ਬੱਕਰਾ ਕਹਿੰਦੇ ਸੀ। ਉਹ ਮੈਨੂੰ ਸਤਨਾਮ ਸਿੰਘ ਅੰਮੀ ਸ਼ਾਹ ਨੇ ਦੱਸਿਆ, ਇਹਦੇ ਸਾਥੀ ਨੇ, ਕਹਿੰਦਾ ਜਦੋਂ ਅਸੀਂ ਗਏ ਨਾ, ਉਸ ਥਾਣੇਦਾਰ ਦੀਆਂ ਅੱਖਾਂ ਦੇਖਣ ਆ ਗਈਆਂ ਜਿਵੇਂ ਲਹੂ ਚੋਰਿਆ ਹੁੰਦਾ। ਐਂ ਦੇਖਿਆ ਉਹਨੇ ਇੱਕਦਮ ਇਹਦੇ ਬਾਹਰ, ਤੇ ਇਹ ਕਹਿੰਦਾ ਵੀ ਦੱਸੋ ਕਿਉਂ ਬੁਲਾਇਆ। ਅੱਛਾ, ਉਹ ਨਾ ਥੋੜਾ ਜਿਵੇਂ ਹੁੰਦਾ ਬੰਦਾ ਨਾ ਅੰਦਰੋਂ ਪਾਪ ਕੰਬ ਰਿਹਾ ਕੋਈ ਉਹਦੇ। ਮੈਂ ਜਿੰਨਾ ਉਹਦੀ ਸਾਈਕਾਲੋਜੀ ਹੈ ਨਾ, ਮੈਂ ਉਹ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਵੀ ਤੂੰ ਐਂ ਕਰ ਵੀ ਤੂੰ ਇੱਥੇ ਸਪੀਚ ਨਾ ਦੇਈ ਕੋਈ ਗੁਰਦੁਆਰੇ 'ਚ, ਫਿਰ ਮੇਰੇ ਤੇ ਐਕਸ਼ਨ ਆਉਂਦਾ ਹੈ। ਇਹ ਕਹਿੰਦਾ ਸੀ ਮੈਂ ਜੇ ਸਪੀਚ ਦੇਣੀ ਹੋ ਇੱਥੇ ਦੇਊਂ, ਮੈਂ ਤਾਂ ਮੇਰੇ ਕੋਲ ਤਾਂ ਹੋਰ ਬਥੇਰੀਆਂ ਥਾਵਾਂ ਨੇ, ਇੱਥੇ ਤਾਂ ਕੋਈ ਸਪੀਚ ਵਾਲੀ ਗੱਲ ਹੀ ਕੋਈ ਨਹੀਂ। ਸੋ ਗੱਲ ਕੀ ਆ, ਉਹ ਤੋਂ ਉਹ ਗੱਲ ਹੋਈ ਨਾ। ਫਿਰ ਬਾਅਦ 'ਚ ਗੱਲ ਨਿਕਲੀ। ਗੱਲ ਇਹ ਨਿਕਲੀ ਕਿ ਉਦੋਂ DSP ਅਸ਼ੋਕ ਕੁਮਾਰ, ਉਹ ਭਿੱਖੀਵਿੰਡ DSP ਸੀ, ਉਹਨੇ ਸਾਰੇ ਥਾਣੇ ਵਾਲਿਆਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਸੀ, ਖਾਸ ਕਰਕੇ ਖਾਲੜੇ ਵਾਲੇ, ਵੀ ਜਿੱਦਣ ਵੀ ਜਸਵੰਤ ਆਇਆ ਮੈਨੂੰ ਇਮੀਡੀਏਟਲੀ ਵਾਇਰਲੈਸ ਦਾ ਮੈਸੇਜ ਕਰੋ। ਉਹਨਾਂ ਨੇ ਚੱਕਣਾ ਸੀ ਬਸ। ਉਹ ਥਾਣੇਦਾਰ ਦਾ ਕਿਤੇ ਵਾਹਿਗੁਰੂ ਦੀ ਕਹਿ ਲਓ ਕਿਰਪਾ, ਉਹਦਾ ਜ਼ਰੂਰਤ ਹੀ ਨਹੀਂ ਪਈ ਇਹ ਗੱਲ ਕਹਿਣ ਦੀ। ਤੇ ਉਹਦਾ ਸਾਰਾ ਬਿਹੇਵੀਅਰ ਤੁਸੀਂ ਦੇਖੋ ਉੱਥੇ, ਮਤਲਬ ਵੀ ਉਹ ਕੋਈ ਅੰਦਰ ਗੱਲ ਪਈ ਹੈ, ਕਹੀ ਜਾ ਨਹੀਂ ਰਹੀ। ਤੇ ਉਹ ਕਿਹੋ ਜਿਹੇ ਲੰਗੜੇ ਜਿਹੇ ਬਹਾਨੇ ਬਣਾ ਕੇ ਚਲੋ ਜੀ ਉੱਥੋਂ ਨਿਕਲ ਆਏ, ਤੇ ਨਹੀਂ ਆਨੇ ਉਹਦੇ ਚੁੱਕ ਲੈਣਾ। ਇਹ ਕਿੰਨੇ ਤਰੀਕ ਦੀ ਗੱਲ? ਇਹ 5 ਦੀ, ਇੱਕ ਦਿਨ ਪਹਿਲਾਂ। ਅਗਲੇ ਦਿਨ ਮਤਲਬ ਉਹ ਚੁੱਕ ਲੈਂਦੇ ਨੇ। ਸੋ ਉਹਨਾਂ ਨੇ ਚੁੱਕਣਾ ਹੀ ਸੀ, ਪਰ ਉਹਨਾਂ ਦੀ ਜਿਹੜੀ ਪ੍ਰੈਫਰੈਂਸ ਸੀ ਵੀ ਘਰੋਂ ਨਾ ਚੁੱਕਣਾ ਪਵੇ,
ਕਿਤੇ ਰਸਤੇ 'ਚ ਕਾਬੂ ਆ, ਜਿੱਥੋਂ ਸਬੂਤ ਨਾ ਕੋਈ ਬਣੇ। ਪਰ ਉਹ ਜਦੋਂ ਰਸਤੇ 'ਚ ਨਹੀਂ ਕਿਤੇ ਬਣਿਆ, ਫਿਰ ਉਹਨਾਂ ਨੇ ਘਰੋਂ ਚੁੱਕਿਆ ਤੇ ਉਹਨਾਂ ਨੇ ਪੂਰਾ ਰੱਖਿਆ ਵੀ ਜਿਹੜੀ ਇਹਦੀ ਵਾਈਫ ਹੈ ਬੀਬੀ ਪਰਮਜੀਤ ਕੌਰ, ਉਹ ਰੋਜ਼ ਯੂਨੀਵਰਸਿਟੀ ਜਾਂਦੀ ਸੀ ਜੋਬ ਕਰਨ। ਵੀ ਜਦੋਂ ਉਹਨਾਂ ਨੇ ਦੇਖ ਲਿਆ ਵੀ ਉਹ ਚਲੀ ਗਈ ਤੇ ਘਰੇ ਕੋਈ ਨਹੀਂ, ਬੱਚੇ ਸਕੂਲ ਚਲੇ ਗਏ, ਇਕੱਲਾ ਤੇ ਉਹ ਕਾਰ ਧੋ ਰਿਹਾ, ਉਹ ਸਾਰਾ ਕੁਝ ਉਹਨਾਂ ਕੋਲੇ ਇਨਫੋਰਮੇਸ਼ਨ ਸੀ। ਉੱਥੋਂ ਉਹਨਾਂ ਨੇ ਚੁੱਕ ਕੇ ਲੈ ਗਏ ਨਾ। ਫਿਰ ਜਿਹੜੀ ਅਗਲੀ ਕਹਾਣੀ ਹੈ ਨਾ, ਕਿੰਨੇ ਦਿਨ ਰੱਖਿਆ, ਕਿੱਥੇ ਕਿੱਥੇ ਰੱਖਿਆ। ਦੇਖੋ ਤਸ਼ੱਦਦ ਬਾਰੇ ਤਾਂ ਕੋਈ ਦੋ ਰਾਮ ਹੀ ਨਹੀਂ, ਬਹੁਤ ਤਸ਼ੱਦਦ ਕੀਤਾ। ਉਹਨਾਂ ਨੂੰ ਇਹ ਸੀ ਵੀ ਕਿਸੇ ਤਰ੍ਹਾਂ ਇਹ ਵਾਪਸ ਲੈ ਲੈਣਾ ਸਾਰੇ ਦੋਸ਼। ਇਹ ਜਿਹੜੇ ਹੁੰਦੇ ਨੇ ਨਾ ਪੁਲਿਸ ਵਾਲੇ, ਇਹ ਉਦੋਂ ਤਾਂ ਬੜੇ ਸ਼ੇਰ ਹੁੰਦੇ ਆ ਜਦੋਂ ਇਹਨਾਂ ਨੇ ਹੁੰਦਾ ਸਾਨੂੰ ਕੁਝ ਨਹੀਂ ਹੁੰਦਾ। ਜਦੋਂ ਮਾੜਾ ਜਿਹਾ ਲੱਗਦਾ ਨਾ ਵੀ ਸਾਡੇ ਹੁਣ ਕਿਤੇ ਐਕਸ਼ਨ ਆ ਸਕਦਾ, ਸਾਡੀ ਨੌਕਰੀ, ਇਹ ਬੜੇ ਬਹੁਤ ਕਮਜ਼ੋਰ ਬੰਦੇ ਹੁੰਦੇ ਨੇ ਵੀ ਹੁਣ ਜੇਲ੍ਹਾਂ 'ਚ ਜਾਣਾ ਪਊ ਸਾਨੂੰ। ਸੋ ਉਹਨਾਂ ਦੀ ਅਟੈਂਪਟ ਇਹ ਸੀ ਇਹਨੂੰ ਕਿਸੇ ਤਰ੍ਹਾਂ ਬਣਾ ਲਈਏ। ਉਹ ਜਿੰਨੀਆਂ ਕੁ ਮਤਲਬ ਅੰਦਰੋਂ ਬੰਦਿਆਂ ਦੇ, ਕਿਉਂਕਿ ਕਦੇ ਉਹ ਠਾਣੇ ਕਦੇ ਉਹ ਠਾਣੇ, ਬਹੁਤ ਥਾਵਾਂ ਦੇ ਉੱਤੇ ਰੱਖਿਆ, ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਤੇ ਉਹ ਮੈਨੂੰ ਤਾਂ ਮਤਲਬ ਉਹ ਸਾਰੇ ਬੰਦੇ ਦੱਸਦੇ ਨੇ, ਬਈ ਇੱਕੋ ਹੀ ਗੱਲ ਕਹਿੰਦਾ ਸੀ, ਜੋ ਕੁਛ ਹੋ ਰਿਹਾ ਥਾਣੇ 'ਚ ਹੋ ਰਿਹਾ। ਉਹ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜਦੋਂ ਇੰਗਲੈਂਡ ਤੋਂ ਆਇਆ ਉਹ ਤਾਂ ਭਾਣੇ 'ਚ ਹੀ ਆਇਆ ਤੇ ਭਾਣੇ 'ਚ ਹੀ ਗਿਆ। ਇਹ ਕਹਾਣੀ ਹੈ ਮੇਰਾ ਖਿਆਲ। ਇਹਨਾਂ ਲਾਸ਼ਾਂ ਦੇ ਵੇਰਵੇ ਤੋਂ ਬਾਅਦ ਜਦੋਂ ਜਸਵੰਤ ਸਿੰਘ ਜੀ ਖਾਲੜਾ ਬਾਹਰ ਜਾਂਦੇ ਨੇ ਤੇ ਗੁਰਦੁਆਰੇ ਜਿਹੜੀ ਸਪੀਚ ਆ ਅਸੀਂ ਅੱਜ ਵੀ ਸੁਣਦੇ ਹਾਂ ਇੰਟਰਨੈਟ ਦੇ ਉੱਤੇ, ਜਿਹੜੀ ਅੱਜ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ, ਉਹ ਬੜੀ ਭਾਵੁਕ ਵੀ ਕਰਦੀ ਆ। ਤੇ ਜਿਹੜੀ ਉਹ ਸਪੀਚ ਦੀ ਸ਼ੁਰੂਆਤ ਹੀ ਕਰਦੇ ਨੇ, ਉਹ ਇੱਥੋਂ ਕਰਦੇ ਨੇ ਕਿ ਅਣਖੀਲਾ ਪੰਜਾਬ ਅੱਜ ਵੀ ਇੱਕ ਹਨੇਰੇ ਨੂੰ ਚੈਲੰਜ ਕਰ ਰਿਹਾ, ਇੱਕ ਦੀਪਕ ਦੀ ਨਿਆਈ। ਉਹੀ ਸਮਾਂ, ਉਸੇ ਤਰੀਕੇ ਦੇ ਹਾਲਾਤ ਅੱਜ ਫੇਰ ਬਣੇ ਹੋਏ ਨੇ, ਉਸੇ ਤਰੀਕੇ ਪੰਜਾਬ ਅੱਜ ਫੇਰ, ਉਹ ਭਾਵੇਂ ਮੁੱਦਾ ਕਿਸਾਨੀ ਦਾ ਲੈ ਲਓ ਜਾਂ ਕਿਸੇ ਤਰੀਕੇ, ਇਹ ਜਿਹੜਾ ਅਣਖੀਲਾ ਪੰਜਾਬ ਹੈ, ਇਹ ਹਨੇਰੇ ਨੂੰ ਹਮੇਸ਼ਾ ਜਿਹੜਾ ਗੁਰੂਆਂ ਤੋਂ ਸੇਧ ਲੈ ਕੇ, ਆਪਣੇ ਇਤਿਹਾਸ ਤੋਂ ਸੇਧ ਲੈ ਕੇ, ਜਿਹੜਾ ਉਹ ਸ਼ਹਾਦਤਾਂ ਦੇ ਰਾਹ ਤੁਰ ਕੇ ਜਿਹੜਾ ਹਮੇਸ਼ਾ ਹਨੇਰੇ ਨੂੰ ਚੈਲੰਜ ਕਰਦਾ ਰਹੂਗਾ। ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹਾਦਤ ਨੂੰ ਅਸੀਂ ਕੋਟ-ਕੋਟ ਪ੍ਰਣਾਮ ਕਰਦੇ ਹਾਂ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨਾ ਹੋ ਸਕੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਪੜ੍ਹਨਾ ਕਰੀਏ, ਉਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਤੇ ਸੇਧ ਲੈਣ ਦੀ ਲੋੜ ਆ। ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।